ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੂ ਪ੍ਰਸਾਦ। ਜਪੁਆਦ ਸਚ ਜੁਗਾਦ ਸਚ ਹੈ ਸਚ ਨਾਨਕ ਹੋਸੀ ਭੀ ਸਚ। ਧੰਨ 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 ਜਨ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾਇ ਹੈ ਸੁਆਓ। ਜਨ ਕੈ ਸੰਗ ਚਿਤ ਆਵੈ ਨਾਮ। ਆਪ ਮੁਕਤ ਮੁਕਤ ਕਰੈ ਸੰਸਾਰ। ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਨਾਰਾਇਣ ਨਰ ਪਤ ਨਮਸਕਾਰ। ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰ। ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰ। ਜੁਗੋ ਜੁਗ ਅਟਲ ਭਗਤ ਵਸ਼ਲ ਦੀਨ ਦੁਨੀਆ ਦੇ ਮਾਲਕ ਵਕਤ ਔਰ ਤਖਤ ਤੇ ਸੁਭਾਇਮਾਨ ਨਿਰੰਕਾਰ ਦੀ ਅਲਾਹੀ ਜੋਤ ਕਲਯੁਗ ਦੇ ਅੰਦਰ ਸ਼ਬਦਾ ਅਵਤਾਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੇ ਹੋਏ ਅਤੀ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੀ ਸਾਧ ਸੰਗਤ ਜੀਓ। ਅੱਜ ਦੇ ਇਹਨਾਂ ਵਿਸ਼ੇਸ਼ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਤੁਸਾਂ ਸਾਰਿਆਂ ਨੇ ਹਾਜ਼ਰੀ ਭਰੀ ਹੈ ਤੇ ਹਾਜ਼ਰੀਆਂ ਲਵਾਉਣ ਦਾ ਕਾਰਨ ਵੀ ਤੁਸੀਂ ਜਾਣਦੇ ਹੋ। ਅੱਜ ਦੂਜੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅਲਾਹੀ ਜੋਤ ਦੇ ਮਾਲਕ ਧੰਨ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਹਨ, ਜੋ ਆਪਾਂ ਸਾਰੇ ਜਣੇ ਜਿਤਨੀ ਕੁ ਪ੍ਰਮਾਤਮਾ ਨੇ ਕਿਰਪਾ ਸਮਰਥਿਆ ਕੀਤੀ ਹੈ, ਬਖਸ਼ਿਸ਼ ਦਿੱਤੀ ਹੈ, ਉਸ ਅਨੁਸਾਰ ਮਨਾਉਣ ਦਾ ਯਤਨ ਕਰਦੇ ਪਏ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਗੁਰਦੇਵ ਪਿਤਾ ਇਸ ਜਗਤ ਦੇ ਅੰਦਰ ਚਾਨਣ ਮੁਨਾਰਾ, ਜੀਵਾਂ ਦਾ ਉਧਾਰ ਕਰਨ ਵਾਲੇ, ਜਿਨ੍ਹਾਂ ਦਾ ਨਾਮ ਲਿਆ, ਜਿਨ੍ਹਾਂ ਦੇ ਨਾਮ ਦਾ ਸਿਮਰਨ ਕੀਤਿਆਂ ਮਨ ਹਿਰਦੇ ਦੇ ਅੰਦਰ ਸ਼ਾਂਤੀ ਪਸਰ ਜਾਂਦੀ ਹੈ। ਇੰਨਾ ਮਹਾਨ ਪਵਿੱਤਰ ਜੀਵਨ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ। ਮੈਂ ਪ੍ਰਾਰੰਭਤਾ ਦੇ ਵਿੱਚ ਥੋੜੀਆਂ ਜਿਹੀਆਂ ਬੇਨਤੀਆਂ ਕਰਕੇ ਇਤਿਹਾਸ ਦੇ ਵੱਲ ਆਪ ਸਾਰਿਆਂ ਨੂੰ ਤੋਰਨ ਦਾ ਯਤਨ ਕਰਨਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਦੀ ਗੱਲ ਕਰੀਏ, ਸਿੱਖਾਂ ਨੇ ਸਵਾਲ ਕੀਤਾ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਓ, ਤੁਹਾਡੀ ਦ੍ਰਿਸ਼ਟੀ ਦੇ ਵਿੱਚ ਸਾਰਿਆਂ ਨਾਲੋਂ ਉੱਤਮ ਸਿੱਖ ਕੌਣ ਹੈ? ਤੁਹਾਡੀ ਸਭਾ ਦੇ ਵਿੱਚ, ਤੁਹਾਡੇ ਦਰਬਾਰ ਦੇ ਵਿੱਚ, ਤੁਹਾਡੀ ਸੰਗਤ ਦੇ ਵਿੱਚ ਅਨੇਕਾਂ ਹੀ ਸਿੱਖ ਸੇਵਾ ਕਰਦੇ ਨੇ। ਕੋਈ ਲੰਗਰ ਦੀ ਸੇਵਾ ਕਰਦਾ, ਲੰਗਰ ਬਣਾਉਣ ਦੀ ਸੇਵਾ, ਕੋਈ ਲੰਗਰ ਵਰਤਾਉਣ ਦੀ ਸੇਵਾ, ਕੋਈ ਭਾਂਡੇ ਮਾਂਜਣ ਦੀ ਸੇਵਾ, ਕੋਈ ਚਾਦਰਾਂ ਝਾੜਨ ਦੀ ਸੇਵਾ, ਕੋਈ ਦਰਬਾਰ ਦੀ ਸੇਵਾ, ਕੋਈ ਕਥਾ ਦੀ ਸੇਵਾ, ਕੋਈ ਕੀਰਤਨ ਦੀ ਸੇਵਾ। ਅਨੇਕਾਂ ਹੀ ਸਿੱਖ ਸੇਵਾ ਅਨੇਕਾਂ ਤਰੀਕਿਆਂ ਦੇ ਨਾਲ ਕਰਦੇ ਨੇ। ਇਹਨਾਂ ਦੇ ਵਿੱਚੋਂ ਉੱਤਮ ਸਿੱਖ ਕਿਹੜਾ ਹੈ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹੱਸੇ ਤੇ ਸਤਿਗੁਰਾਂ ਜੀ ਨੇ ਜਵਾਬ ਦਿੱਤਾ। ਸਤਿਗੁਰਾਂ ਨੇ ਆਖਿਆ, ਗੁਰੂ ਘਰ ਦੇ ਵਿੱਚੋਂ ਤੁਸੀਂ ਸੁਣਨਾ ਚਾਹੁੰਦੇ ਹੋ ਉੱਤਮ ਸਿੱਖ ਕੌਣ ਹੈ? ਹਾਂ ਸਤਿਗੁਰੂ ਜੀ, ਸਾਨੂੰ ਦੱਸੋ ਸਾਰਿਆਂ ਨਾਲੋਂ ਉੱਤਮ ਸਿੱਖ ਕਿਹੜਾ ਹੈ? ਤੇ ਇਤਿਹਾਸ ਗਵਾਹੀ ਭਰਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ, ਸੁਣੋ ਪਿਆਰਿਓ, ਗੁਰੂ ਨਾਨਕ ਦੇ ਘਰ ਦੇ ਵਿੱਚ ਸਾਰਿਆਂ ਦੀ ਸੇਵਾ ਪ੍ਰਵਾਨ ਹੈ। ਚਾਹੇ ਕੋਈ ਲੰਗਰ ਬਣਾ ਰਿਹਾ, ਚਾਹੇ ਕੋਈ ਲੰਗਰ ਵਰਤਾ ਰਿਹਾ, ਚਾਹੇ ਕੋਈ ਕਥਾ ਕਰਦਾ, ਚਾਹੇ ਕੋਈ ਕੀਰਤਨ ਕਰਦਾ, ਚਾਹੇ ਕੋਈ ਦਰੀਆਂ ਝਾੜਦਾ, ਚਾਹੇ ਕੋਈ ਝਾੜੂ ਮਾਰਦਾ, ਚਾਹੇ ਕੋਈ ਜਲ ਛਕਾ ਰਿਹਾ, ਸਾਰਿਆਂ ਦੀ ਸੇਵਾ ਪ੍ਰਵਾਨ ਹੈ। ਪਰ ਜੇ ਉੱਤਮਤਾ ਦੀ ਗੱਲ ਕਰੋ ਨਾ, ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿੰਦੇ ਨੇ, ਗੁਰੂ ਨਾਨਕ ਦੇ ਘਰ ਦੇ ਵਿੱਚ ਸਾਰਿਆਂ ਨਾਲੋਂ ਉੱਤਮ ਸਿੱਖ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ, ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਅੱਜ ਆਪਾਂ ਮਨਾ ਰਹੇ ਹਾਂ। ਸਤਿਗੁਰਾਂ ਨੇ ਆਖਿਆ, ਰਜਾ ਦੇ ਵਿੱਚ ਕਿਵੇਂ ਚੱਲਣਾ ਹੈ, ਗੁਰੂ ਦਾ ਭਾਣਾ ਕਿਵੇਂ ਸਤ ਕਰਕੇ ਮੰਨਣਾ ਹੈ, ਗੁਰੂ ਦੇ ਹੁਕਮ ਨੂੰ ਕਿਵੇਂ ਜੀਵਨ ਦੇ ਵਿੱਚ ਪਾਲਣਾ ਹੈ। ਇਹ ਜੇ ਕਿਸੇ ਨੇ ਸੇਵਾ ਤੇ ਸਿਮਰਨ ਤੇ ਗੁਰੂ ਦੇ ਹੁਕਮ ਨੂੰ ਸਿੱਖਣਾ ਹੋਵੇ ਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਜੀਵਨ ਨੂੰ ਪੜ੍ਹੇ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਜੀਵਨ ਨੂੰ ਸੁਣੇ, ਉਹਨੂੰ ਜੀਵਨ ਵਿੱਚ ਗਿਆਨ ਪੈਦਾ ਹੋਵੇਗਾ। ਜੀਵਨ ਵਿੱਚ ਗੁਰੂ ਦਾ ਹੁਕਮ ਕਿੰਨੀ ਅਹਿਮੀਅਤ ਰੱਖਦਾ ਹੈ ਤੇ ਗੁਰੂ ਦੇ ਹੁਕਮ ਨੂੰ ਮੰਨਣਾ ਕਿੰਨਾ ਜ਼ਰੂਰੀ ਹੈ। ਸਤਿਗੁਰਾਂ ਜੀ ਦੇ ਇਹ ਆਪਣੇ ਬੋਲ ਸਨ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਵਡਿਆਈ ਦੇ ਵਿੱਚ, ਸਤਿਗੁਰਾਂ ਜੀ ਦੀ ਸਿਫਤੋ ਸਲਾਹ ਦੇ ਵਿੱਚ। ਵੈਸੇ ਸਤਿਗੁਰਾਂ ਜੀ ਦੀ ਬਾਣੀ ਤੁਸੀਂ ਪੜ੍ਹਨ ਵਾਲੇ ਬੈਠੇ ਹੋ, ਬੜਾ ਕਮਾਲ ਦਾ ਬਚਨ ਸਤਿਗੁਰਾਂ ਨੇ ਬਾਣੀ ਦੇ ਵਿੱਚ ਇਉਂ ਕਿਹਾ। ਸਤਿਗੁਰਾਂ ਨੇ ਆਖਿਆ, ਸਤਿਗੁਰ ਕੀ ਸੇਵਾ ਸਫਲ ਹੈ, ਕਰਦੇ ਸਾਰੇ ਹੀ ਨੇ।
ਇਹ ਬਚਨ ਵੈਸੇ ਮੈਂ ਬੜੀ ਵਾਰ ਵਿਚਾਰਿਆ, ਸੇਵਾ ਕਰਨ ਨੂੰ ਕੋਈ ਘਟ ਨਹੀਂ ਜੇ ਕਰਦਾ। ਜਿੰਨੀ ਜਿੰਨੀ ਕੁ ਸਮਰੱਥਿਆ ਕਿਸੇ ਨੂੰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਆਪਣੇ ਆਪਣੇ ਅਨੁਸਾਰ ਸਾਰੀ ਸੇਵਾ ਕਰਦੇ ਨੇ। ਪਰ ਸਤਿਗੁਰਾਂ ਨੇ ਆਖਿਆ, ਗੁਰੂ ਨੂੰ ਰਿਝਾਉਣਾ ਹੋਵੇ, ਗੁਰੂ ਨੂੰ ਪ੍ਰਸੰਨ ਕਰਨਾ ਹੋਵੇ ਤੇ ਬੰਦਿਆ ਕੇਵਲ ਹੱਥੀ ਸੇਵਾ ਹੀ ਤੇਰੇ ਕੰਮ ਨਹੀਂ ਆਉਣੀ। ਜੇ ਗੁਰੂ ਨੂੰ ਰਿਝਾਉਣਾ ਤੇ ਸੇਵਾ ਦੇ ਵਿੱਚ ਤੇਰਾ ਚਿੱਤ ਵੀ ਹਾਜ਼ਰ ਹੋਣਾ ਚਾਹੀਦਾ ਹੈ, ਤੇਰਾ ਮਨ ਵੀ ਹਾਜ਼ਰ ਹੋਣਾ ਚਾਹੀਦਾ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ 7 ਸਾਲ ਸੇਵਾ ਕਮਾਈ ਏ ਤੇ 7 ਸਾਲਾਂ ਦੇ ਵਿੱਚ ਇੱਕ ਵੀ ਘੜੀ ਐਸੀ ਨਹੀਂ ਆਈ ਜਿਸ ਘੜੀ ਦੇ ਵਿੱਚ ਸਰੀਰ ਤੇ ਹਾਜ਼ਰ ਏ, ਮਨ ਹਾਜ਼ਰ ਨਾ ਹੋਵੇ। ਇੰਨੀ ਮਹਾਨ ਸੇਵਾ ਦੀ ਤਪੱਸਿਆ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਜੀਵਨ ਦੇ ਅੰਦਰ ਕਮਾਈ ਹੈ। ਸਤਿਗੁਰਾਂ ਨੇ ਆਖਿਆ ਕਿ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਅੱਗੇ ਕਹਿੰਦੇ ਨੇ, ਮਨ ਚਿੰਦਿਆ ਫਲ ਪਾਵਣਾ ਹੋਮੈ ਵਿਚੋਂ ਜਾਏ। ਸੇਵਾ ਕਰਦਿਆਂ ਕਰਦਿਆਂ ਅੰਦਰਲੀ ਹੰਗਤਾ ਮਰਦੀ ਏ, ਸੇਵਾ ਕਰਦਿਆਂ ਕਰਦਿਆਂ ਅੰਦਰੋਂ ਨਿਮਰਤਾ ਪੈਦਾ ਹੁੰਦੀ ਏ, ਸੇਵਾ ਕਰਦਿਆਂ ਕਰਦਿਆਂ ਅੰਦਰੋਂ ਪ੍ਰੇਮ ਪੈਦਾ ਹੁੰਦਾ ਹੈ, ਸੇਵਾ ਕਰਦਿਆਂ ਕਰਦਿਆਂ ਗੁਰੂ ਦੇ ਨਾਲ ਪਿਆਰ ਬਣਦਾ ਹੈ। ਸੇਵਾ ਇਸ ਲਈ ਕਰਨੀ ਜ਼ਰੂਰੀ ਹੈ। ਜੇ ਬੰਦਿਆ ਆਪਣੀ ਅੰਦਰ ਦੀ ਹੰਗਤਾ ਨੂੰ ਮਾਰਨਾ ਹੈ ਨਾ, ਵੈਸੇ ਤੁਸੀਂ ਸਿਆਣੇ ਬੈਠੇ ਹੋ, ਇਹ ਜਿਹੜੀ ਹਉਮੈ ਹੀ ਹੈ ਨਾ, ਇਹ ਹਉਮੈ ਹੀ ਸਾਡੇ ਅਤੇ ਗੁਰੂ ਦੇ ਦਰਮਿਆਨ ਦੀਵਾਰ ਬਣ ਕੇ ਖਲੋਤੀ ਹੈ ਤੇ ਇਸ ਦੀਵਾਰ ਨੂੰ ਵੀ ਸੇਵਾ ਕਰਕੇ ਹੀ ਢਾਇਆ ਜਾ ਸਕਦਾ ਹੈ। ਇਸ ਦੀਵਾਰ ਤੋਂ ਵੀ ਗੁਰੂ ਸਵਾਰਿਓ ਸੇਵਾ ਕਰਕੇ ਹੀ ਪਾਰ ਲੰਘਿਆ ਜਾ ਸਕਦਾ ਹੈ, ਨਹੀਂ ਤੇ ਇਹ ਦੀਵਾਰ ਵੱਡਿਆਂ ਵੱਡਿਆਂ ਜੋਗੀਆਂ ਰਿਸ਼ੀਆਂ ਮੁਨੀਆਂ ਦੇ ਕੋਲੋਂ ਨਹੀਂ ਢੱਠੀ। ਇਹ ਦੀਵਾਰ ਕੇਵਲ ਤੇ ਕੇਵਲ ਢੱਠੀ ਗੁਰੂ ਕੇ ਸੇਵਕਾਂ ਦੇ ਕੋਲੋਂ, ਗੁਰੂ ਦੇ ਸੇਵਾਦਾਰਾਂ ਦੇ ਕੋਲੋਂ, ਜਿਨ੍ਹਾਂ ਨੇ ਤਨ ਵੀ ਹਾਜ਼ਰ ਕੀਤਾ ਤੇ ਮਨ ਵੀ ਹਾਜ਼ਰ ਕੀਤਾ। ਸੇਵਾ ਦੇ ਵਿੱਚ ਐਡਾ ਵੱਡਾ ਫਲ ਹੈ ਗੁਰੂ ਸਵਾਰਿਓ, ਗੁਰੂ ਦੀ ਸੇਵਾ ਦੇ ਵਿੱਚ। ਗੁਰੂ ਸਵਾਰਿਓ, ਮੈਂ ਇਤਿਹਾਸ ਵੱਲ ਤੁਰਨ ਦਾ ਯਤਨ ਕਰਾਂ ਕਿਉਂਕਿ ਸਮਾਂ ਆਪਣੇ ਕੋਲ ਬਹੁਤਾ ਨਹੀਂ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਸ ਜਗਤ ਦੇ ਅੰਦਰ ਪ੍ਰਗਟ ਹੋਏ ਤੇ ਪ੍ਰਗਟ ਕਿਉਂ ਹੋਏ? ਭਾਈ ਗੁਰਦਾਸ ਜੀ ਨੇ ਇਹਦਾ ਕਾਰਨ ਲਿਖਿਆ ਹੈ। ਉਹ ਕਾਰਨ ਤੁਸੀਂ ਸਾਰਿਆਂ ਨੇ ਪੜ੍ਹਿਆ ਸੁਣਿਆ ਹੈ। ਸਭ ਭਾਈ ਗੁਰਦਾਸ ਜੀ ਆਖਦੇ ਨੇ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਬਿਠਾਇਆ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪਰਥਾਏ ਅਰਦਾਸ ਕੀਤੀ ਗਈ ਨਿਰੰਕਾਰ ਦੇ ਚਰਨਾਂ ਦੇ ਵਿੱਚ। ਸਤਿਗੁਰ ਸੱਚੇ ਪਾਤਸ਼ਾਹ ਜੀ ਕੋਈ ਐਸਾ ਰਹਿਬਰ ਸੰਸਾਰ ਦੇ ਉੱਤੇ ਭੇਜ, ਕੋਈ ਐਸਾ ਪਰ ਉਪਕਾਰੀ, ਕੋਈ ਗੁਰੂ ਸੰਸਾਰ ਦੇ ਉੱਤੇ ਭੇਜ ਜਿਹੜਾ ਇਸ ਭੁੱਲੀ ਭਟਕੀ ਲੁਕਾਈ ਨੂੰ ਧਰਮ ਦੇ ਰਾਹ ਦੇ ਉੱਤੇ ਤੋਰ ਸਕੇ। ਇਹ ਕੁਰਾਹੇ ਪਈ ਹੋਈ ਲੁਕਾਈ ਨੂੰ ਕਿਤੇ ਧਰਮ ਦੇ ਮਾਰਗ ਦੇ ਉੱਤੇ ਤੋਰਨ ਦੀ ਜਾਚ ਸਿਖਾ ਸਕੇ। ਇਹ ਅਰਦਾਸ ਕੀਤੀ ਗਈ। ਥੋੜਾ ਜਿਹਾ ਸੁਚੇਤ ਹੋ ਕੇ ਸੁਣਿਓ ਜੇ। ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਅਜੇ ਪ੍ਰਕਾਸ਼ ਨਹੀਂ ਸੀ ਹੋਇਆ, ਕੀ ਉਸ ਤੋਂ ਪਹਿਲਾਂ ਸੰਸਾਰ ਦੇ ਉੱਤੇ ਧਰਮ ਨਹੀਂ ਸੀ? ਉਸ ਤੋਂ ਪਹਿਲਾਂ ਵੀ ਧਰਮ ਹੈ ਸੀ। ਜਿਹੜਾ ਸਨਾਤਨ ਧਰਮ ਹੈ, ਬਹੁਤ ਪੁਰਾਣਾ ਧਰਮ ਹੈ, ਸਾਰਿਆਂ ਨਾਲੋਂ ਵੱਧ ਪੁਰਾਣਾ ਧਰਮ ਸਨਾਤਨ ਧਰਮ ਹੈ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਤੋਂ ਪਹਿਲਾਂ ਇਹ ਸਨਾਤਨ ਧਰਮ ਸੀ ਸਮਾਜ ਦੇ ਉੱਤੇ। ਉਦੋਂ ਵੇਦ ਵੀ ਪੜ੍ਹੇ ਜਾਂਦੇ ਸਨ, ਸਿਮਰਤੀਆਂ ਵੀ ਪੜ੍ਹੀਆਂ ਜਾਂਦੀਆਂ ਸਨ, ਪੁਰਾਣ ਵੀ ਪੜ੍ਹੇ ਜਾਂਦੇ ਸਨ।
ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਤੋਂ ਪਹਿਲਾਂ ਮੁਸਲਮਾਨ ਧਰਮ ਵੀ ਸੰਸਾਰ ਦੇ ਉੱਤੇ ਸੀ। ਉਹਨਾਂ ਦੀ ਕੁਰਾਨ ਦੀਆਂ ਅਨਾਇਤਾਂ ਧਾਰਮਿਕ ਅਸਥਾਨਾਂ ਦੇ ਵਿੱਚ, ਮਸਜਿਦਾਂ ਦੇ ਵਿੱਚ ਪੜ੍ਹੀਆਂ ਜਾਂਦੀਆਂ ਸਨ। ਹੋਰ ਅਨੇਕਾਂ ਬੁੱਧ ਧਰਮ ਵਰਗੇ ਗੁਰੂ ਸਵਾਰਿਓ, ਅਨੇਕਾਂ ਐਸੇ ਧਰਮ ਸਨ। ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਪਹਿਲਾਂ ਵੀ ਇਸ ਧਰਤੀ ਦੇ ਉੱਤੇ ਧਰਮ ਸੀ, ਪਰ ਗੁਰੂ ਨਾਨਕ ਜੀ ਦੇ ਲਈ ਹੀ ਕਿਉਂ ਅਰਦਾਸ ਕੀਤੀ ਗਈ? ਇਹਦਾ ਸਾਰਿਆਂ ਨਾਲੋਂ ਵੱਡਾ ਕਾਰਨ ਪਤਾ ਕੀ ਹੈ? ਇਹਦਾ ਕਾਰਨ ਹੈ ਜਿਹੜਾ ਧਰਮ ਦਾ ਚੋਲਾ ਸੀ ਨਾ, ਉਹ ਧਰਮ ਦਾ ਚੋਲਾ ਧਾਰਮਿਕ ਇਨਸਾਨਾਂ ਨੇ ਨਹੀਂ ਧਾਰਨ ਸੀ ਕੀਤਾ, ਉਹ ਧਰਮ ਦਾ ਚੋਲਾ ਚੋਰਾਂ ਨੇ ਧਾਰਨ ਕਰ ਲਿਆ ਸੀ। ਜਿਹੜੇ ਰੋਜ਼ ਧਰਮ ਦਾ ਚੋਲਾ ਪਾ ਕੇ, ਜਿਹੜੇ ਰੋਜ਼ ਚੋਰ ਬਿਰਤੀ ਵਾਲੇ ਇਨਸਾਨ ਧਰਮ ਨੂੰ ਲੁੱਟਦੇ ਸਨ, ਧਰਮ ਦੇ ਨਾਂ ਦੇ ਉੱਤੇ ਲੋਕਾਈ ਨੂੰ ਲੁੱਟਦੇ ਸਨ। ਜਿਹਨੂੰ ਬਾਣੀ ਦੇ ਵਿੱਚ ਸਤਿਗੁਰਾਂ ਨੇ ਆਪ ਦਰਸਾਇਆ, ਕਾਜੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨ ਜਾਣੈ, ਅੰਧ ਤੀਨੇ ਉਜਾੜੇ ਕਾ ਬੰਦ। ਧਰਮ ਦਾ ਚੋਲਾ ਧਰਮੀਆਂ ਨੇ ਨਹੀਂ ਸੀ ਧਾਰਨ ਕੀਤਾ, ਚੋਰ ਬਿਰਤੀ ਵਾਲੇ ਲੋਕਾਂ ਨੇ ਧਾਰਨ ਕਰ ਲਿਆ ਸੀ। ਤੇ ਇਸੇ ਧਰਮ ਦੀ ਆੜ ਦੇ ਵਿੱਚ ਭੋਲੀ ਭਾਈਲੀ ਲੋਕਾਈ ਦਾ ਕਤਲ ਪਏ ਕਰਦੇ ਸਨ, ਉਹਨਾਂ ਦੀ ਲੁੱਟ ਖਸੁੱਟ ਪਏ ਕਰਦੇ ਪਏ ਸਨ, ਉਹਨਾਂ ਨੂੰ ਨਿਤ ਖੁਆਰ ਕੀਤਾ ਜਾਂਦਾ ਸੀ ਧਰਮ ਦੇ ਨਾਂ ਦੇ ਉੱਤੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਤਾਂ ਹੀ ਇਸ ਦੁਖੀ ਹੋਈ ਲੋਕਾਈ ਨੇ ਅਰਦਾਸ ਕੀਤੀ, ਨਿਰੰਕਾਰ ਜੀਓ ਹੁਣ ਕੋਈ ਐਸਾ ਰਹਿਬਰ ਭੇਜ ਜਿਹੜਾ ਇਹਨਾਂ ਚੋਰਾਂ ਨੂੰ, ਇਹਨਾਂ ਕਾਤਲਾਂ ਨੂੰ, ਇਹਨਾਂ ਡਾਕੂਆਂ ਨੂੰ, ਜਿਹੜੇ ਧਰਮ ਦੇ ਨਾਂ ਦੇ ਉੱਤੇ ਲੁੱਟਦੇ ਪਏ ਨੇ, ਕਿਤੇ ਇਹਨਾਂ ਨੂੰ ਵੀ ਧਰਮ ਦੇ ਮਾਰਗ ਦੇ ਉੱਤੇ ਤੋਰ ਸਕੇ। ਤੇ ਸੱਚੇ ਪਾਤਸ਼ਾਹ ਇਹ ਜਿਹੜੀ ਦੁਖੀ ਹੋਈ ਲੋਕਾਈ ਏ, ਇਸ ਦੁਖੀ ਲੋਕਾਈ ਦਾ ਵੀ ਦੁੱਖ ਕੱਟ ਸਕੇ। ਤਾਂ ਅਰਦਾਸ ਕੀਤੀ ਗਈ, ਸੁਣੀ ਪੁਕਾਰ ਦਤਾਰ ਪ੍ਰਭ ਗੁਰ ਨਾਨਕ ਜਗ ਮਾਹੀ ਪਠਾਇਆ। ਫਿਰ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਇਸ ਧਰਤੀ ਤੇ ਆਏ ਨੇ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦਤਾਰ ਪਿਤਾ ਨੇ ਸੋਚਿਆ, ਸਤਿਗੁਰਾਂ ਨੇ ਆਖਿਆ ਇਸ ਧਰਤੀ ਦੀ ਦਸ਼ਾ ਬੜੀ ਮਾੜੀ ਹੋਈ ਪਈ ਹੈ। ਬੜੇ ਗੌਰ ਨਾਲ ਸੁਣਿਓ ਜੀ, ਮੈਂ ਇਹ ਸ਼ਬਦ ਬਾਰ-ਬਾਰ ਤਾਂ ਵਰਤਦਾ, ਸਾਡੀ ਸੁਚੇਤਤਾ ਕਾਇਮ ਰਵੇ। ਕਿਤੇ ਇਤਿਹਾਸ ਮੈਂ ਬੋਲਦਾ ਹੀ ਨਾ ਰਹਿ ਜਾਵਾਂ, ਕਿਤੇ ਵਿਚਾਰਦਾ ਹੀ ਨਾ ਰਹਿ ਜਾਵਾਂ, ਤੇ ਤੁਹਾਡੀ ਸੁਰਤ ਬਿਲਕੁਲ ਵੀ ਇਸ ਇਤਿਹਾਸ ਨੂੰ ਤੇ ਵਿਚਾਰ ਨੂੰ ਗ੍ਰਹਿਣ ਹੀ ਨਾ ਕਰ ਸਕੇ। ਇਸੇ ਕਰਕੇ ਮੈਂ ਬੇਨਤੀ ਕਰਦਾ, ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਇਸ ਧਰਤੀ ਦੇ ਉੱਤੇ ਆਏ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸੋਚਿਆ ਵੀ ਧਰਤੀ ਦੀ ਲੋਕਾਈ ਦਾ ਤਾਣਾ ਬਾਣਾ ਸਾਰਾ ਕੁਝ ਹੀ ਮਲੀਆ ਮੇਟ ਹੋਇਆ ਪਿਆ, ਇਹ ਤੇ ਬੜਾ ਉਲਝਿਆ ਪਿਆ। ਇਹ ਕਿਤੇ 2 4 10 ਸਾਲਾਂ ਦੀ ਖੇਡ ਤੇ ਹੈ ਨਹੀਂ ਕਿ 2 4 10 ਸਾਲਾਂ ਦੇ ਵਿੱਚ ਮੈਂ ਸਮੁੱਚੀ ਲੋਕਾਈ ਨੂੰ ਧਰਮ ਦੇ ਮਾਰਗ ਤੇ ਤੋਰ ਦਿਆਂਗਾ ਤੇ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਵੀ ਰਹਿਣਾ, ਪਰਮਾਤਮਾ ਦੇ ਹੁਕਮ ਦੇ ਵਿੱਚ ਵੀ ਚੱਲਣਾ, ਪਰਮਾਤਮਾ ਦੇ ਹੁਕਮ ਤੋਂ ਬਾਹਰ ਵੀ ਨਹੀਂ ਹੋਣਾ। ਇਹ ਤੇ ਹੈ ਨਹੀਂ ਵੀ ਮੈਂ ਆਪਣੀ ਉਮਰ ਹਜ਼ਾਰਾਂ ਸਾਲ ਕਰ ਲਵਾਂ, ਕਿਉਂਕਿ ਗੁਰੂ ਨਾਨਕ ਦੇ ਘਰ ਦੀ ਗੁਰੂ ਸਵਾਰਿਓ ਇਹ ਵਡਿਆਈ ਹੈ। ਗੁਰੂ ਨਾਨਕ ਨੇ ਪਰਮਾਤਮਾ ਦੀ ਰਜ਼ਾ ਤੋਂ ਕਦੇ ਵੀ ਬਾਹਰ ਹੋ ਕੇ ਕੋਈ ਕਾਰਜ ਨਹੀਂ ਕੀਤਾ, ਕਿਉਂਕਿ ਸਤਿਗੁਰੂ ਤੇ ਆਪ ਕਹਿ ਰਹੇ ਨੇ, ਸਾਨੂੰ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ। ਹੁਣ ਸਤਿਗੁਰਾਂ ਨੇ ਵੇਖਿਆ ਵੀ ਇਸ ਧਰਤੀ ਨੂੰ ਸੁਧਣਾ, ਇਸ ਧਰਤੀ ਨੂੰ ਧਰਮ ਦੇ ਮਾਰਗ ਦੇ ਉੱਤੇ ਚਲਾਉਣਾ ਇਹ ਕੋਈ 2 4 10 20 ਸਾਲਾਂ ਦੀ ਖੇਡ ਨਹੀਂ, ਇਹਦੇ ਲਈ ਬੜਾ ਲੰਮੇਰਾ ਸਮਾਂ ਚਾਹੀਦਾ। ਸਤਿਗੁਰਾਂ ਨੇ ਆਪ ਵਿਉਂਤ ਬਣਾਈ ਵੀ ਇਹ ਜਿਹੜੀ ਰੀਤ ਹੈ ਨਾ, ਇਹ ਜਿਹੜੀ ਰੀਤ ਹੈ ਧਰਮ ਦੇ ਮਾਰਗ ਦੇ ਉੱਤੇ ਗੁਰਗੱਦੀ ਦੇ ਰਾਹੀਂ ਹੀ ਚਲਾਈ ਜਾ ਸਕਦੀ ਹੈ।
ਵੀ ਮੇਰੀ ਗੱਦੀ, ਮੇਰਾ ਗਿਆਨ, ਪਰਮਾਤਮਾ ਦੀ ਵਡਿਆਈ, ਪਰਮਾਤਮਾ ਦਾ ਗਿਆਨ, ਪਰਮਾਤਮਾ ਦਾ ਨਾਮ ਸਿਮਰਨ, ਇਹ ਸਾਰਾ ਕੁਝ ਗੱਦੀ ਦੇ ਤੌਰ ਦੇ ਉੱਤੇ ਚਲਾਵਾਂਗੇ ਤਾਂ ਕਿਤੇ ਜਾ ਕੇ ਸਮਾਜ ਦੇ ਵਿੱਚ, ਦੁਨੀਆ ਦੇ ਵਿੱਚ ਧਰਮ ਦਾ ਪ੍ਰਚਾਰ ਹੋਣਾ ਹੈ। ਇਹ ਕੋਈ ਸੌਖਾ ਕਾਰਜ ਨਹੀਂ ਸੀ। 239 ਸਾਲ ਲੱਗੇ ਨੇ। ਸਤਿਗੁਰਾਂ ਨੇ ਆਪਣੀ ਉਮਰ 239 ਸਾਲ ਨਹੀਂ ਵਧਾਈ, ਰਜਾ ਦੇ ਵਿੱਚ। ਸਤਿਗੁਰਾਂ ਨੇ ਇਸੇ ਕਰਕੇ ਭਾਈ ਲਹਿਣਾ ਜੀ ਨੂੰ ਚੁਣਿਆ। ਜਿਹੜੀ ਮੈਂ ਬੇਨਤੀ ਕਰ ਰਿਹਾ, ਇਹ ਗੁਰਗੱਦੀ ਦੀ ਜਿਹੜੀ ਰੀਤ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤਾਂ ਚਲਾਈ ਕਿਉਂਕਿ ਤਾਣਾ ਬਾਣਾ ਸਾਰਾ ਕੁਝ ਹੀ ਮਲੀਆ ਮੇਟ ਸੀ ਤੇ ਉਹਨੂੰ ਸਿੱਧਿਆਂ ਕਰਨ ਲਈ ਵੀ ਸਮਾਂ ਚਾਹੀਦਾ ਸੀ। ਇਸੇ ਕਰਕੇ ਸਤਿਗੁਰਾਂ ਜੀ ਨੇ ਆਪ ਤੇ ਪ੍ਰਚਾਰ ਕੀਤਾ ਹੀ ਕੀਤਾ। ਤੇ ਸਤਿਗੁਰਾਂ ਨੇ ਜਦੋਂ ਆਪਣਾ ਸਮਾਂ ਵੇਖਿਆ ਤੇ ਭਾਈ ਲਹਿਣੇ ਨੂੰ ਮੁੜ ਕੇ ਆਪ ਚੁਣਿਆ ਵੀ ਇਸ ਤੋਂ ਬਾਅਦ ਧਰਮ ਦੀ ਜ਼ਿੰਮੇਵਾਰੀ, ਨਾਮ ਦੀ ਜ਼ਿੰਮੇਵਾਰੀ, ਵਿਚਾਰ ਅਤੇ ਪ੍ਰਚਾਰ ਦੀ ਜ਼ਿੰਮੇਵਾਰੀ ਭਾਈ ਲਹਿਣਾ ਜੀ ਦੇ ਜ਼ਿੰਮੇ ਹੋਣੀ ਚਾਹੀਦੀ ਹੈ। ਮੈਂ ਥੋੜਾ ਜਿਹਾ ਪਿਛੋਕੜ ਹੋਰ ਲੈ ਕੇ ਤੁਰਾਂ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਪਹਿਲਾ ਨਾਮ ਹੈ ਭਾਈ ਲਹਿਣਾ ਜੀ। ਭਾਈ ਲਹਿਣਾ ਜੀ ਦਾ ਜਿਹੜਾ ਪ੍ਰਕਾਸ਼ ਹੈ ਨਾ, ਇਹ ਸਨ 1504 ਦੇ ਵਿੱਚ ਹੋਇਆ, ਮੱਤੇ ਦੀ ਸਰਾਂ ਦੇ ਵਿੱਚ। ਉਹ ਪਵਿੱਤਰ ਧਰਤੀ ਦਾ ਨਾਮ ਹੈ ਮੱਤੇ ਦੀ ਸਰਾਂ, ਫਿਰੋਜ਼ਪੁਰ ਦਾ ਇਲਾਕਾ। ਤੇ ਸਤਿਗੁਰਾਂ ਨੇ ਉਸ ਥਾਂ ਨੂੰ ਬਾਰ-ਬਾਰ ਨਮਸਕਾਰਾਂ ਕੀਤੀਆਂ ਨੇ, ਜਿਸ ਥਾਂ ਦੇ ਉੱਤੇ ਇੰਨੀਆਂ ਮਹਾਨ ਰੂਹਾਂ ਨੇ ਪ੍ਰਕਾਸ਼ ਲਿਆ, ਜਿਸ ਥਾਵਾਂ ਦੇ ਉੱਤੇ ਇੰਨੀਆਂ ਮਹਾਨ ਆਤਮਾਵਾਂ ਨੇ ਪ੍ਰਕਾਸ਼ ਲਿਆ, ਸਮਾਜ ਨੂੰ ਤੇ ਦੁਨੀਆ ਨੂੰ ਕੁਝ ਨਾ ਕੁਝ ਦੇਣ ਦੇ ਲਈ ਆਏ। ਬਾਣੀ ਦੇ ਵਿੱਚ ਬਚਨ ਪੜ੍ਹਦੇ ਆ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਵੇ। ਸਤਿਗੁਰਾਂ ਨੇ ਨਮਸਕਾਰ ਕੀਤੀ ਉਸ ਧਰਤੀ ਨੂੰ। ਮੱਤੇ ਦੀ ਸਰਾਂ ਨਾਏ ਪਿੰਡ ਦਾ, ਫਿਰੋਜ਼ਪੁਰ ਦਾ ਇਲਾਕਾ ਹੈ। ਸਨ 1504 ਦੇ ਵਿੱਚ ਤੇ ਉਹ ਮਹਾਨ ਪਿਤਾ ਧੰਨ ਧੰਨ ਬਾਬਾ ਫੇਰੂ ਜੀ ਦੇ ਗ੍ਰਹਿ ਵਿਖੇ, ਧੰਨ ਧੰਨ ਮਾਤਾ ਦਇਆ ਕੌਰ ਜੀ ਦੀ ਕੁੱਖ ਦੇ ਵਿੱਚੋਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੈ। ਮਾਤਾ ਦਇਆ ਕੌਰ ਜੀ ਦੀ ਉਹ ਮਹਾਨ ਤੇ ਪਵਿੱਤਰ ਕੁੱਖ ਹੈ ਜਿਨ੍ਹਾਂ ਦੇ ਵਿੱਚੋਂ ਭਾਈ ਲਹਿਣਾ ਜੀ ਨੇ ਜਨਮ ਲਿਆ ਹੈ, ਪ੍ਰਕਾਸ਼ ਹੋਇਆ ਹੈ। ਗੁਰੂ ਸਵਾਰਿਓ, ਜਿਸ ਥਾਂ ਦੇ ਉੱਤੇ ਭਾਈ ਲਹਿਣਾ ਜੀ ਰਹਿ ਰਹੇ ਨੇ, ਜਿਸ ਨਗਰ ਦੇ ਵਿੱਚ ਰਹਿ ਰਹੇ ਨੇ ਨਾ, ਉਸ ਨਗਰ ਦੇ ਵਿੱਚੋਂ ਸਾਰਿਆਂ ਨਾਲੋਂ ਵੱਧ ਸ਼ਾਹੂਕਾਰ ਇਹੀ ਪਰਿਵਾਰ ਹੈ, ਭਾਈ ਫੇਰੂ ਜੀ ਦਾ। ਭਾਈ ਫੇਰੂ ਜੀ ਸ਼ਾਹੂਕਾਰੇ ਦਾ ਵੀ ਕੰਮ ਕਰਦੇ ਨੇ, ਹੱਟੀ ਵੀ ਚਲਾਉਂਦੇ ਨੇ, ਧਨ ਪਦਾਰਥ ਦੀ ਕੋਈ ਕਮੀ ਨਹੀਂ ਕਰਦੇ ਵਿੱਚ। ਬੜਾ ਸੌਖਾ ਪਰਿਵਾਰ ਹੈ ਭਾਈ ਫੇਰੂ ਜੀ ਦਾ। ਤੇ ਬੜੇ ਸਿਆਣੇ ਨਗਰ ਦੇ ਵਿੱਚ, ਬੜੇ ਸਿਆਣੇ ਦਾਨੇ ਪ੍ਰਧਾਨੇ ਇਹ ਭਾਈ ਫੇਰੂ ਜੀ ਅਖਵਾਉਂਦੇ ਸਨ ਆਪਣੇ ਨਗਰ ਵਿੱਚ। ਲੋਕਾਂ ਨੇ ਇਹਨਾਂ ਦੀ ਸਿਆਣਪ, ਇਹਨਾਂ ਦੇ ਦਾਨੇ ਪ੍ਰਧਾਨੇ ਸੁਭਾਅ ਨੂੰ ਵੇਖ ਕਰਕੇ ਜਿਹੜਾ ਜਿੰਨਾ ਵੀ ਨਗਰ ਸੀ ਉਹਨਾਂ ਨੇ ਭਾਈ ਫੇਰੂ ਜੀ ਨੂੰ ਆਪਣੇ ਜਥੇ ਦਾ ਮੁਖੀ ਬਣਾਇਆ ਹੋਇਆ ਸੀ। ਇਹ ਉਹ ਜਥਾ ਸੀ ਜਿਹੜਾ ਜਥਾ ਹਰ ਇੱਕ ਸਾਲ ਵੈਸ਼ਨੋ ਦੇਵੀ ਮਾਤਾ ਦੇ ਦਰਸ਼ਨ ਦੀਦਾਰੇ ਕਰਨ ਲਈ ਜਾਇਆ ਕਰਦਾ ਸੀ, ਯਾਤਰਾ ਕਰਿਆ ਕਰਦੇ ਸਨ ਹਰੇਕ ਸਾਲ। ਜਥੇ ਦੇ ਮੁਖੀ ਸਨ ਭਾਈ ਫੇਰੂ ਜੀ। ਇਹ ਵੀ ਮਾਤਾ ਨੂੰ ਮੰਨਦੇ ਸਨ। ਹਰੇਕ ਸਾਲ ਜਥੇ ਨੂੰ ਲੈ ਕੇ ਜਾਣਾ, ਮੰਦਿਰ ਦੇ ਵਿੱਚ ਜਾ ਕੇ ਦਰਸ਼ਨ ਦੀਦਾਰੇ ਆਪ ਵੀ ਕਰਨੇ, ਸੰਗਤ ਨੂੰ ਵੀ ਕਰਵਾਉਣੇ, ਹਰੇਕ ਸਾਲ ਯਾਤਰਾ ਕਰਨੀ। ਗੁਰੂ ਸਵਾਰਿਓ, ਸਮਾਂ ਆਪਣੀ ਚਾਲ ਚੱਲਦਾ ਰਿਹਾ। ਭਾਈ ਫੇਰੂ ਜੀ ਆਪਣੇ ਪੁੱਤਰ ਨੂੰ ਵੀ ਗੁਣ ਦਿੰਦੇ ਰਹੇ। ਭਾਈ ਲਹਿਣਾ ਜੀ ਇਹ ਸਾਰਾ ਕੁਝ ਵੇਖੀ ਜਾਂਦੇ ਨੇ। ਭਾਈ ਲਹਿਣਾ ਜੀ ਉਹ ਗੁਰਸਿੱਖ ਜਿਹਦੇ ਕੰਨਾਂ ਦੇ ਵਿੱਚ ਬਚਪਨ ਤੋਂ ਮਾਤਾ ਦੀਆਂ ਭੇਟਾਵਾਂ ਗੁਰੂ ਸਵਾਰਿਓ ਸੁਣਾਈਆਂ ਗਈਆਂ ਨੇ। ਮਾਤਾ ਦੀਆਂ ਭੇਟਾਵਾਂ ਸੁਣ ਸੁਣ ਕੇ ਪਲੇ ਨੇ ਭਾਈ ਲਹਿਣਾ ਜੀ।
ਮਾਤਾ ਦੀ ਆਰਤੀ, ਮਾਤਾ ਦੀ ਆਰਾਧਨਾ, ਮਾਤਾ ਦੀ ਜੋ ਪੂਜਾ ਦੀ ਮਰਿਆਦਾ ਹੈ ਉਹਨੂੰ ਵੇਖ ਵੇਖ ਕੇ ਵੱਡੇ ਹੋਏ ਨੇ ਭਾਈ ਲਹਿਣਾ ਜੀ। ਸਨ 1526 ਆ ਗਿਆ ਜੀ, ਐਵੇਂ ਚੱਲਦੇ ਆ 1504 ਵਿੱਚ ਪ੍ਰਕਾਸ਼ ਹੋਇਆ। ਗੌਰ ਨਾਲ ਸੁਣਿਓ, ਸਨ 1526 ਆ ਗਿਆ। ਭਾਈ ਲਹਿਣਾ ਜੀ ਦੀ ਜਿਹੜੀ ਉਮਰ ਹੈ 22 ਸਾਲ ਹੋ ਗਈ ਉਸ ਵਕਤ। ਜਦੋਂ 22 ਸਾਲ ਦੀ ਉਮਰ ਹੋਈ, ਸਨ 1526 ਦੇ ਵਿੱਚ ਭਾਈ ਫੇਰੂ ਜੀ ਅਕਾਲ ਚਲਾਣਾ ਕਰ ਗਏ। ਪਰਮਾਤਮਾ ਨੇ ਜਿੰਨੀ ਕੁ ਆਰਬਲਾ ਬਖਸ਼ੀ ਸੀ, ਜਿੰਨੇ ਸਵਾਸ ਬਖਸ਼ੇ ਸਨ, ਉਹਨਾਂ ਨੂੰ ਭੋਗ ਕੇ ਸੰਸਾਰ ਤੋਂ ਕੂਚ ਕਰ ਗਏ। 22 ਸਾਲ ਦੇ ਨੌਜਵਾਨ ਭਾਈ ਲਹਿਣਾ ਜੀ। ਹੁਣ ਜ਼ਾਹਰ ਜੀ ਗੱਲ ਹੈ, ਸਮਾਜ ਦੀ ਵੀ ਇਹੋ ਰੀਤ ਹੁੰਦੀ ਹੈ, ਪਿਤਾ ਅਕਾਲ ਚਲਾਣਾ ਕਰ ਜਾਵੇ, ਉਹਦੀ ਸਾਰੀ ਜ਼ਿੰਮੇਵਾਰੀ ਪੁੱਤਰ ਦੇ ਮੋਢਿਆਂ ਤੇ ਆ ਜਾਂਦੀ ਹੈ। ਅੱਜ ਵੀ ਸਮਾਜ ਦੇ ਵਿੱਚ ਇਹੋ ਹੀ ਚੱਲਣ ਹੈ। ਆ ਜਿਹੜੀ ਰਸਮ ਪਗੜੀ ਕੀਤੀ ਜਾਂਦੀ ਹੈ, ਇਸੇ ਕਰਕੇ ਕੀਤੀ ਜਾਂਦੀ ਹੈ ਵੀ ਪਿਤਾ ਹੁਣ ਤੁਰ ਗਿਆ, ਹੁਣ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਇਹਦੇ ਮੋਢਿਆਂ ਦੇ ਉੱਤੇ ਹੈ। ਤੇ ਉਸ ਵਕਤ ਨਗਰ ਦੇ ਸਾਰੇ ਲੋਕਾਂ ਨੇ ਵੀ ਫੈਸਲਾ ਕੀਤਾ ਵੀ ਭਾਈ ਫੇਰੂ ਜੀ ਤੇ ਅਕਾਲ ਚਲਾਣਾ ਕਰ ਗਏ ਨੇ, ਹੁਣ ਇਹ ਜਥੇ ਦੀ ਵਾਗ ਡੋਰ, ਜਥੇ ਦੀ ਜਿਹੜੀ ਸੇਵਾ ਸੰਭਾਲ, ਜਥੇ ਦੀ ਅਗਵਾਈ ਜਿਹੜੀ ਹੈ ਭਾਈ ਫੇਰੂ ਜੀ ਦੇ ਪੁੱਤਰ ਭਾਈ ਲਹਿਣਾ ਜੀ ਨੂੰ ਦੇ ਦੇਣੀ ਚਾਹੀਦੀ ਹੈ। ਨਗਰ ਨੇ ਫੈਸਲਾ ਕਰਕੇ ਦਿੱਤੀ। ਭਾਈ ਲਹਿਣਾ ਜੀ ਆਗੂ ਬਣਾ ਦਿੱਤੇ ਗਏ। ਭਾਈ ਲਹਿਣਾ ਜੀ ਵੀ ਹਰੇਕ ਸਾਲ ਜਥਾ ਲੈ ਕਰਕੇ ਮਾਤਾ ਦੇ ਦਰਬਾਰ ਦੇ ਵਿੱਚ ਜਾਂਦੇ। ਮੈਂ ਤੇ ਇਤਿਹਾਸ ਹੀ ਤੋਂ ਤੱਕ ਪੜ੍ਹਿਆ, ਆਪਨੇ ਵੀ ਸ਼ਾਇਦ ਸੁਣਿਆ ਹੋਵੇਗਾ, ਮਾਤਾ ਦੇ ਦਰਬਾਰ ਦੇ ਵਿੱਚ ਜਾ ਕਰਕੇ ਘੁੰਗਰੂ ਪਾ ਪਾ ਕੇ ਨੱਚਿਆ ਵੀ ਕਰਦੇ ਸਨ। ਮਾਤਾ ਦੇ ਦਰਬਾਰ ਦੇ ਵਿੱਚ ਜਾ ਕੇ ਸਾਰੀ ਮਰਿਆਦਾ ਵੀ ਨਿਭਾਉਣੀ, ਪੂਜਾ ਵੀ ਕਰਨੇ, ਹਵਨ ਵੀ ਕਰਨੇ, ਜਗ ਵੀ ਕਰਨੇ। ਇਹ ਸਾਰਾ ਕੁਝ ਕਿਉਂ ਕੀਤਾ ਜਾ ਰਿਹਾ ਸੀ? ਧਰਮ ਦੀ ਤਲਾਸ਼, ਰੱਬ ਦੀ ਤਲਾਸ਼, ਪਰਮਾਤਮਾ ਦੀ ਤਲਾਸ਼। ਜਿਹੜਾ ਮਨ ਭਟਕ ਰਿਹਾ ਉਸ ਮਨ ਦੀ ਸ਼ਾਂਤੀ ਦੀ ਤਲਾਸ਼। ਅੱਜ ਬੰਦਾ ਜੋ ਕੁਝ ਵੀ ਧਰਮ ਕਮਾਉਂਦਾ ਪਿਆ, ਚਾਹੇ ਉਹ ਸਨਾਤਨ ਧਰਮ ਕਹਿ ਲਈਏ ਜਾਂ ਆਪਣੇ ਧਰਮ ਦੇ ਲੋਕ ਕਹਿ ਲਈਏ, ਸਿੱਖ ਧਰਮ, ਅੱਜ ਅਸੀਂ ਜੋ ਕੁਝ ਵੀ ਘਾਲਣਾ ਘਾਲਦੇ ਪਏ ਆ ਧਰਮ ਦੇ ਵਿੱਚ, ਉਹ ਕਾਹਦੇ ਲਈ ਘਾਲਦੇ ਪਏ ਆ? ਇਸੇ ਲਈ ਘਾਲਦੇ ਆ ਨਾ, ਸਾਨੂੰ ਧਰਮ ਲੱਭੇ, ਸਾਨੂੰ ਸ਼ਾਂਤੀ ਮਿਲੇ, ਸਾਨੂੰ ਰੱਬ ਮਿਲੇ। ਕੋਈ ਬਾਣੀ ਪੜ੍ਹਦਾ, ਕੋਈ ਵੇਦ ਪੜ੍ਹਦਾ, ਕੋਈ ਗਾਇਤਰੀ ਪੜ੍ਹਦਾ, ਕੋਈ ਕੁਰਾਨ ਪੜ੍ਹਦਾ, ਕਾਹਦੇ ਲਈ? ਰੱਬ ਦੀ ਖੋਜ, ਪਰਮਾਤਮਾ ਦੀ ਖੋਜ, ਆਪਣੇ ਆਪ ਦੀ ਖੋਜ। ਭਾਈ ਲਹਿਣਾ ਜੀ ਵੀ ਕਰਦੇ ਨੇ, ਕਿਤੇ ਨਾ ਕਿਤੇ ਰੱਬ ਮਿਲੇ, ਕਿਤੇ ਨਾ ਕਿਤੇ ਮਨ ਨੂੰ ਸ਼ਾਂਤੀ ਮਿਲੇ, ਕਿਤੇ ਨਾ ਕਿਤੇ ਮਨ ਨੂੰ ਭਟਕਣਾ ਮਿਲੇ, ਪਰ ਉਹ ਅਜੇ ਮਿਲਦਾ ਨਹੀਂ। ਕਿਉਂਕਿ ਇੱਕ ਗੱਲ ਜੀਵਨ ਵਿੱਚ ਸਦਾ ਚੇਤੇ ਰੱਖਿਓ, ਗੌਰ ਨਾਲ ਸੁਣਿਓ, ਜੀਵਨ ਦੇ ਸਾਰੇ ਕਾਰਜ ਬੜੇ ਸੌਖੇ, ਮਾਇਆ ਕਮਾਉਣੀ ਵੀ ਬੜੀ ਸੌਖੀ ਏ, ਧਨ ਪਦਾਰਥ ਕਮਾਉਣੇ ਵੀ ਬੜੇ ਸੌਖੇ ਨੇ। ਜੇ ਸੰਸਾਰ ਵਿੱਚ ਕੋਈ ਔਖਾ ਕਾਰਜ ਹੈ ਤੇ ਉਹ ਹੈ ਧਰਮ ਕਮਾਉਣਾ। ਇਸੇ ਕਰਕੇ ਤੇ ਬੰਦਾ ਕਮਾਉਂਦਾ, ਇਸੇ ਕਰਕੇ ਤੇ ਬੰਦਾ ਧਰਮੀ ਨਹੀਂ ਬਣਦਾ, ਕਿਉਂਕਿ ਔਖਾਈ ਮਹਿਸੂਸ ਕਰਦਾ ਹੈ, ਬਹਿਣਾ ਪੈਂਦਾ, ਆਰਾਧਨਾ ਪੈਂਦਾ, ਸਮਾਂ ਕੱਢਣਾ ਪੈਂਦਾ ਏ। ਫਿਰ ਨਾਲੇ ਜਦੋਂ ਸਮਾਜ ਵਿੱਚ ਵਿਚਰਦਾ ਉਦੋਂ ਤੇ ਮਾਇਆ ਨਜ਼ਰ ਆਉਂਦੀ ਹੈ ਵੀ ਮੈਂ ਜਾਵਾਂਗਾ ਘਰੋਂ ਤੇ ਕੁਝ ਨਾ ਕੁਝ ਲੈ, ਹੁਣ ਇੱਥੇ ਕੁਝ ਨਜ਼ਰ ਨਹੀਂ ਆਉਂਦਾ, ਇੱਥੇ ਫਿੱਕਾਪਣ ਜਿਹਾ ਮਹਿਸੂਸ ਹੁੰਦਾ, ਕੋਈ ਰਸ ਨਹੀਂ, ਕੁਝ ਨਜ਼ਰ ਨਹੀਂ ਆਉਂਦਾ। ਇਸੇ ਕਰਕੇ ਮਨ ਜਿਹੜਾ ਛੇਤੀ ਭਟਕਦਾ। ਮਨਾ ਧਰਮ ਵਿੱਚ ਕੀ ਰੱਖਿਆ, ਕੁਝ ਨਜ਼ਰ ਤੇ ਆਉਂਦਾ ਹੀ ਕੋਈ ਨਹੀਂ, ਕੁਝ ਦਿਸਦਾ ਤੇ ਹੈ ਹੀ ਕੋਈ ਨਹੀਂ। ਬੜੀ ਔਖਾਈ ਮਹਿਸੂਸ ਕਰਦਾ ਧਰਮ ਕਮਾਉਣ ਲੱਗਿਆ, ਇਸੇ ਕਰਕੇ ਕਮਾਉਂਦਾ ਨਹੀਂ। ਇਸੇ ਕਰਕੇ ਬਹੁਤੇ ਲੋਕੀ ਧਰਮੀ ਨਹੀਂ ਹੁੰਦੇ। ਤੁਸੀਂ ਸਮਾਜ ਵਿੱਚ ਵਿਚਰਦੇ ਹੋ, ਮਾਇਆਧਾਰੀ ਅਨੇਕਾਂ ਮਿਲ ਜਾਣਗੇ, ਬਿਜ਼ਨਸਮੈਨ ਅਨੇਕਾਂ ਮਿਲ ਜਾਣਗੇ, ਧੀਆਂ ਪੁੱਤਰਾਂ ਵਾਲੇ ਅਨੇਕਾਂ ਮਿਲ ਜਾਣਗੇ, ਵੱਡੇ ਤੋਂ ਵੱਡੇ ਪਦਵੀਆਂ ਵਾਲੇ ਅਨੇਕਾਂ ਮਿਲ ਜਾਣਗੇ, ਪਰ ਧਰਮੀ ਕਿਤੇ ਵਿਰਲਾ ਹੀ ਹੁੰਦਾ ਸਮਾਜ ਦੇ ਅੰਦਰ। ਬੜਾ ਔਖਾ ਹੈ।
ਜਿਹਨੂੰ ਬਾਣੀ ਨੇ ਆਖਿਆ ਹੈਨ ਵਿਰਲੇ, ਬੜਾ ਕਠਿਨ ਹੈ ਜੀ। ਹੈਨ ਵਿਰਲੇ ਨਾਹੀ ਘਣੇ, ਫੈਲ ਫਕੜ ਸੰਸਾਰ। ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇਈ ਕੇ, ਸਮਾਜ ਸਾਰਾ ਹੀ ਬਿਜ਼ਨਸਮੈਨ ਤੇ ਵਪਾਰੀਆਂ ਦੇ ਨਾਲ ਭਰਿਆ, ਪਰ ਧਰਮੀ ਬਹੁਤ ਗਿਣਤੀ ਦੇ ਵਿੱਚ ਨਹੀਂ ਹੁੰਦੇ, ਕਿਤੇ ਵਿਰਲੇ ਹੁੰਦੇ ਨੇ, ਕਿਉਂਕਿ ਕਠਿਨ ਬੜਾ ਹੈ। ਮਨ ਨੂੰ ਟਿਕਾਉਣਾ ਕੋਈ ਸੌਖੀ ਖੇਡ ਨਹੀਂ ਹੈ, ਇਹ ਤੁਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹੋਵੋਗੇ, ਕੋਈ ਸੌਖੀ ਖੇਡ ਨਹੀਂ। ਇਹ ਤੇ ਬਾਣੀ ਪੜ੍ਹਦੇ ਪੜ੍ਹਦੇ ਉਡਾਰੀ ਮਾਰ ਜਾਂਦਾ ਜੀ, ਬਾਣੀ ਪੜ੍ਹਦੇ ਪੜ੍ਹਦੇ। ਇਹ ਤੇ ਸੰਗਤ ਦੇ ਵਿੱਚ ਬੈਠਿਆਂ ਪਤਾ ਹੀ ਨਹੀਂ ਕਿਤੇ ਦਹਿ ਦਿਸ ਆਕਾਸ਼ ਦੇ ਵਿੱਚ ਉੱਡ ਜਾਂਦਾ। ਇਹ ਕਿਤੇ ਸੌਖੀ ਖੇਡ ਹੈ ਕਿਤੇ। ਬਾਬੇ ਕਬੀਰ ਨੇ ਕਿਹਾ, ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਇਹ ਤੇ ਦੌੜਿਆ ਫਿਰਦਾ, ਇਹਨੂੰ ਕਾਬੂ ਕਰਨਾ ਸੌਖਾ ਥੋੜੀ ਹੈ। ਭਾਈ ਲਹਿਣਾ ਜੀ ਵੀ ਧਰਮ ਕਮਾਉਣ ਦਾ ਯਤਨ ਕਰਦੇ ਨੇ, ਦੇਵੀ ਦੇ ਜਾਂਦੇ ਨੇ, ਮੰਦਰਾਂ ਵਿੱਚ ਪੂਜਾ ਯੱਗ ਸਾਰਾ ਕੁਝ ਹੁੰਦਾ ਪਿਆ। ਕਾਹਦੇ ਲਈ ਹੁੰਦਾ ਪਿਆ? ਕਿਤੇ ਮਨ ਕਾਬੂ ਹੋਵੇ, ਕਿਤੇ ਰੱਬ ਮਿਲੇ। ਜਥੇ ਨੂੰ ਵੀ ਨਾਲ ਲੈ ਕੇ ਜਾਂਦੇ, ਪਰ ਅਜੇ ਤੱਕ ਕੁਝ ਪ੍ਰਾਪਤ ਨਹੀਂ ਹੁੰਦਾ ਪਿਆ। ਗੁਰੂ ਸਵਾਰਿਓ ਸਨ 1632 ਆ ਗਿਆ। 26 ਤੋਂ ਇਹ ਘਾਲਣਾ ਸ਼ੁਰੂ ਕੀਤੀ। ਮੰਦਿਰ ਦੇ ਵਿੱਚ ਜਾ ਕੇ ਹਰੇਕ ਸਾਲ ਮੰਦਿਰ ਦੇ ਵਿੱਚ ਜਾ ਕੇ ਦਰਸ਼ਨ ਕਰਨ ਜਾਂਦੇ ਨੇ। ਸੋ 1526 ਤੋਂ ਲੈ ਕਰਕੇ 1532 ਤੱਕ ਆਪਣੇ ਜਥੇ ਦੀ ਅਗਵਾਈ ਇਹਨਾਂ ਨੇ ਕੀਤੀ ਹੈ। 6 ਸਾਲ ਲਗਾਤਾਰ। ਇੱਕ ਦਿਨ ਆਪਣੀ ਦੁਕਾਨ ਦੇ ਉੱਤੇ ਬੈਠੇ ਹੋਏ, ਤੇ ਜਦੋਂ ਦੁਕਾਨ ਤੇ ਬੈਠੇ ਹੋਏ ਨਾ, ਤੇ ਮਨ ਕੀਤਾ ਵੀ ਅੱਜ ਘੋੜੇ ਤੇ ਸਵਾਰ ਹੋ ਕੇ ਮੈਂ ਨਗਰ ਦਾ ਗੇੜਾ ਲਾ ਕੇ ਆਵਾਂ। ਅੱਜ ਮਨ ਪਤਾ ਨਹੀਂ ਬੇਚੈਨ ਜਿਹਾ ਹੋਇਆ ਪਿਆ, ਚਿੱਤ ਨਹੀਂ ਕਰਦਾ ਪਿਆ ਹੱਟੀ ਤੇ ਬੈਠਣ ਦਾ। ਅੱਜ ਘਰ ਦੇ ਵਿੱਚੋਂ ਘੋੜੀ ਕੱਢੀ ਹੈ, ਘੋੜੀ ਦੇ ਉੱਤੇ ਸਵਾਰ ਹੋਏ ਨੇ ਤੇ ਨਗਰ ਦਾ ਫੇਰਾ ਲਾਉਣ ਚਲੇ ਗਏ। ਇਤਿਹਾਸ ਕਹਿੰਦਾ ਨਗਰ ਦੇ ਵਿੱਚ ਟਹਿਲਦੇ ਪਏ ਸਨ, ਘੁੰਮਦੇ ਪਏ ਸਨ, ਬੜਾ ਸੁਹਾਵਣਾ ਜਿਹਾ ਮੌਸਮ ਹੋਇਆ। ਮਨ ਕਿਤੇ ਨਾ ਕਿਤੇ ਥੋੜਾ ਜਿਹਾ ਜਿਹੜਾ ਬੇਚੈਨੀ ਮਨ ਦਾ ਸੀ ਸ਼ਾਂਤ ਹੋਣਾ ਸ਼ੁਰੂ ਹੋਇਆ। ਘੁੰਮਦਿਆਂ ਅਚਨਚੇਤ ਕੰਨਾਂ ਦੇ ਵਿੱਚ ਕੁਝ ਬੋਲ ਪਏ ਨੇ। ਬੜੇ ਗੌਰ ਨਾਲ ਸੁਣਿਓ, ਕੰਨਾਂ ਦੇ ਵਿੱਚ ਕੁਝ ਬੋਲ ਪਏ ਨੇ। ਬੜੀ ਮਧੁਰ ਜੀ ਆਵਾਜ਼ ਆਈ, ਤੇ ਇਹ ਆਵਾਜ਼ ਦੇ ਬੋਲ ਸਨ, ਜਿਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ, ਸਾਕਾਲ ਬੁਰੀ ਕਿਉ ਘਾਲੀਐ। ਮੰਦਾ ਮੂਲ ਨਾ ਕੀਚੇ ਦੇ, ਨਦਰੀ ਨਦਰ ਨਿਹਾਲੀਐ। ਸਤਿਗੁਰਾਂ ਦੇ ਇਹ ਬੋਲ ਜਦੋਂ ਕੰਨਾਂ ਦੇ ਵਿੱਚ ਪਏ ਨਾ, ਮਨ ਨੂੰ ਬੜੀ ਸ਼ਾਂਤੀ ਜੀ ਮਹਿਸੂਸ ਹੋਈ। ਜਿਹੜਾ ਮਨ 6 ਸਾਲ ਮੰਦਰਾਂ ਦੀਆਂ ਯਾਤਰਾਵਾਂ ਕਰਕੇ ਨਹੀਂ ਟਿਕਿਆ, ਅੱਜ ਇੱਕ ਪੰਕਤੀ ਸੁਣ ਕਰਕੇ, ਕੁਝ ਕੁ ਬੋਲ ਸੁਣ ਕਰਕੇ ਬੜਾ ਟਿਕ ਗਿਆ ਮਨ। ਗੁਰੂ ਸਵਾਰਿਓ ਯਤਨ ਕਰਿਆ ਕਰੋ, ਜੇ ਕੁਝ ਚੰਗਾ ਕੰਨਾਂ ਦੇ ਵਿੱਚ ਪੈ ਰਿਹਾ ਨਾ, ਤੇ ਯਤਨ ਕਰਿਆ ਕਰੋ ਇੱਕ ਕੰਨ ਤੋਂ ਪੈ ਕੇ ਦੂਜੇ ਕੰਨ ਦੇ ਰਾਹੀਂ ਬਾਹਰ ਨਾ ਕਿਤੇ ਨਿਕਲੇ ਜਾਵੇ। ਕਿਉਂਕਿ ਬਹੁਤਾਂਤ ਗਿਣਤੀ ਦੇ ਵਿੱਚ ਹੁੰਦਾ ਐਵੇਂ ਹੀ। ਦੁਨੀਆ ਬਹੁਤ ਕੁਝ ਬੋਲਦੀ ਏ, ਕਈਆਂ ਦਾ ਮਾੜਾ ਬੋਲਿਆ ਹੋਇਆ ਵੀ ਮਨ ਦੇ ਵਿੱਚ ਘਰ ਕਰ ਜਾਂਦਾ ਹੈ। ਬੰਦੇ ਦਾ ਇੱਕ ਬੋਲਿਆ ਹੋਇਆ ਮਾੜਾ ਬੋਲ ਕਈ ਸਾਲ ਬੰਦਾ ਯਾਦ ਰੱਖਦਾ, ਉਹ ਮਨ ਦੇ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਟਿਕ ਜਾਂਦਾ ਜਾ ਕੇ। ਤੇ ਕਈ ਵੇਲੇ ਸੰਗਤ ਦੇ ਵਿੱਚ ਬੈਠਾ ਹੁੰਦਾ, ਘੰਟਾ ਬਹਿ ਲੈਂਦਾ, 1.5 ਘੰਟਾ ਬਹਿ ਲੈਂਦਾ, 2 ਘੰਟੇ ਬਹਿ ਲੈਂਦਾ, ਇੱਕ ਕੰਨ ਤੋਂ ਬੋਲ ਪਈ ਜਾਂਦੇ ਨੇ, ਦੂਜੇ ਕੰਨ ਰਾਹੀਂ ਨਿਕਲੀ ਜਾਂਦੇ ਨੇ। ਹੁੰਦਾ ਅਕਸਰ ਐਵੇਂ ਹੀ ਹੈ। ਜੋ ਕੁਝ ਵਿਚਾਰਿਆ ਜਾ ਰਿਹਾ, ਪੜ੍ਹਿਆ ਜਾ ਰਿਹਾ, ਬਾਹਰ ਜਾ ਕੇ ਬੰਦੇ ਨੂੰ ਪੁੱਛ ਲਵੋ, ਬੰਦਾ ਉਹਨੂੰ ਕੁਝ ਨਾ ਕੁਝ ਕੇਵਲ ਯਾਦ ਰਹਿੰਦਾ, ਬਹੁਤਾਂਤ ਗਿਣਤੀ ਦੇ ਵਿੱਚ ਭੁੱਲ ਹੀ ਜਾਂਦਾ ਹੈ।
क्योंकि सुरत नहीं टिकी। मन ने उन्हां बोलां नूं, उस विचार नूं गुरु सवारियो अपने तक पकड़ करन ही नहीं दिता। एक कन तो सुने ते दूजे कन राही बाहर निकल गए। पर भाई लहणे ने जेड़े ये बोल सुने ना, वो एक कन तो दूजे कन राही बाहर नहीं निकले, वो सीधा मन दे विच घर कर गए। जित सेविए सुख पाइए, सो साहिब सदा समाधि है। मन दे विच घर कर गए। घोड़ा रुक गया। भाई लहणा एकदम इधर उधर वेखदा बेचैन होके, ये बोल किधरों आए। अचनचेत सामने निगाह पई, खूह दे उत्ते एक सिख नहाउंदा पिया, इशनान करदा पिया, जिहदा नाम है जी भाई जोध जी। नाम याद रखियो जी। वो इशनान पे करते पे ने, घोड़ा लैके उसे वक्त खूह दे उत्ते गए, कोल गए ने। आखिया भाई जोध जी, क्योंकि नगर दे विच इको नगर विच रहन वाले ने, जानते ने। आखते ने भाई जोध जी, जेड़े शब्द तू पढ़दा पिया सैं, ये शब्द बड़े कमाल दे ने। मैं एक बार पहली बार अज सुने ने, मेरे मन हिरदे विच घर कर गए ने। मैं बड़ी बार रामायण भी सुनी है, मैं बड़ी बार महाभारत भी पढ़िया, मैं बड़ी बार वेदां पुराण दे कथा भी कीती ते सुनी भी बड़ी बार है, पर कदी मेरे मन हिरदे घर विच घर नहीं कदे कीते। आ जेड़े बोल तू पढ़े ने ना, अज मेरे मन हिरदे दे विच घर कर गए ने। ये बोल कैसे ने, किदे बोल ने? भाई जोध जी आखदे ने, भाई लहणा जी, ये बोल गुरु नानक साहिब महाराज जी दे बोल ने। ये बोल जगत गुरु बाबा धन गुरु नानक सच्चे पातशाह जी दे बोल ने। वैसे मेरा ख्याल है शायद तुहानू भी ना पता होवे भी ये बोल किथे लिखे ने। मैनू मान कोई नहीं, ते ना कदी ये सोचियो भी ये ते पढ़ते ने तां इन्हां नू पता। जे असी पढ़ते हैं तो तुसी भी ते पढ़ ही सकते हो ना। जे असी कुछ ना कुछ जीवन दे विच धर्म खटन दा यतन करते हैं तो तुसी भी ते खटना ही है ना। इस करके कोई ना कोई बोल जे याद रह भी जाए, उन्हों खोजण दा यतन करिया करो। बाणी दे विच किथे लिखिया है? अजकल ते मोबाइल दे विच गुरु ग्रंथ साहिब महाराज जी दी बाणी ये सारी कितना सौखा कार्य है। किते बाहर जाके ढूंढण की लोड़ नहीं, नैट दे उत्ते सारा कुछ पिया। अजकल ते बोल के तुसी गुरु सवारियो यूट्यूब ते बोलो सही, ते उसे वक्त गुरु सवारियो बाणी दे शब्द बाहर आ जाते हैं। ये आसा जी दी वार दी 21वीं पौड़ी है जी। जित सेविए सुख पाइए, सो साहिब सदा संभालिए। आखिया ये बोल मेरे नहीं, ये बोल धन गुरु नानक सच्चे पातशाह दे ने। भाई लहणा जी कहते ने, प्यारिया इन्हां बोलां दे विच ऐसी कशिश है ना, मैं घोड़ी दे उत्ते टहलण लई निकलिया सां। सच जानी अज मेरी घोड़ी दे पैर अगाह नहीं पुटे गए। अज मेरा नहीं चित कीता कि इन्हां बोलां नूं सुने बिना मैं अगाह लंघ जावां। इन्नी कशिश इन्हां बोलां दे विच, इन्नी खिच इन्हां बोलां दे विच। आखिया भाई जोध जी, कि उस गुरु नानक नूं मैं मिल सकदा? मैं मिल सकदा? उन्हां दे प्रश्न करन दा कारण पता की सी? क्योंकि उस वक्त समाज वर्ण वंड दे विच गुरु सवारियो वंडिया होया सी। इन्हां ब्राह्मणां ने शूद्र वैश है ना जी, खतरी। उन्होंने शायद किते ना किते महसूस होया होवे कि पता नहीं केड़ी कुल केड़ी बरादरी दा, पता नहीं मैनू दर्शन दे करन देण भी कि नहीं करन दे। सवाल सी मैं कर सकदा। भाई जोध जी अगों हस के कहते ने, भाई लहणा जी तुसी समाज दा कोई भी मनुख होवे, भावें गरीब तो गरीब होवे ते भावें अमीर तो अमीर क्यों ना होवे, भावें दुनिया उन्हों नीच क्यों ना कहती होवे, गुरु नानक सच्चे पातशाह सारियां दा साझा गुरु है ते ओदे घर दे विच हर एक जा करके ओदे दर्शन कर सकदा है। एडा महान है गुरु नानक सच्चे पातशाह, तुसी भी दीदारे कर सकते हो।
ਆਖਿਆ ਭਾਈ ਜੋਧ ਜੀ, ਮੈਂ ਇੱਕ ਨਾ ਇੱਕ ਦਿਨ ਜ਼ਰੂਰ ਜਾ ਕੇ ਦੀਦਾਰੇ ਕਰਾਂਗਾ। ਰਹਿੰਦੇ ਕਿੱਥੇ ਨੇ? ਕਰਤਾਰਪੁਰ ਦੀ ਧਰਤੀ ਦੇ ਉੱਤੇ ਰਹਿੰਦੇ ਨੇ। ਆਖਿਆ ਸਮਾਂ ਮਿਲਿਆ ਜ਼ਰੂਰ ਜਾਵਾਂਗਾ। ਹੁਣ ਉਹ ਬੋਲ ਜਿਹੜੇ ਕੰਨਾਂ ਦੇ ਰਾਹੀਂ ਸੁਣੇ ਸਨ, ਹੁਣ ਮਾਤਾ ਦੀਆਂ ਭੇਟਾਵਾਂ ਨਹੀਂ ਮਨ ਦੇ ਵਿੱਚੋਂ ਪੈਦਾ ਹੁੰਦੀਆਂ। ਹੁਣ ਕੋਈ ਸਮਾਜ ਦੇ ਵਿਚਾਰ ਬੋਲ ਜੀਵਨ ਦੇ ਵਿੱਚ ਕੋਈ ਨਹੀਂ ਬੋਲਦੇ ਜਾਂਦੇ। ਹੁਣ ਜਦੋਂ ਵੀ ਕਿਤੇ ਬਹਿੰਦੇ ਉੱਠਦੇ ਨੇ, ਮਨ ਵਿੱਚ ਇੱਕੋ ਸ਼ਬਦ ਚੱਲੀ ਜਾਂਦਾ, ਜਿਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਏ। ਪੜ੍ਹੀ ਜਾਂਦੇ ਨੇ ਬਾਰ-ਬਾਰ, ਸੁੱਤਿਆਂ ਸੁੱਤਿਆਂ ਵੀ ਮਨ ਦੇ ਵਿੱਚ ਚੱਲੀ ਜਾਂਦਾ ਪਿਆ ਹੈ, ਦਿਨ ਰਾਤ ਚੱਲੀ ਜਾਂਦਾ ਪਿਆ ਹੈ। ਜਿਉਂ-ਜਿਉਂ ਪੜ੍ਹੀ ਜਾਂਦੇ ਨੇ, ਜਿਉਂ-ਜਿਉਂ ਗਾਈ ਜਾਂਦੇ ਨੇ, ਜਿਉਂ-ਜਿਉਂ ਵਿਚਾਰੀ ਜਾਂਦੇ ਨੇ, ਪ੍ਰੇਮ ਹੋਰ ਵਧੀ ਜਾਂਦਾ, ਪ੍ਰੇਮ ਹੋਰ ਵਧੀ ਜਾਂਦਾ, ਮਿਲਣ ਦੀ ਲਾਲਸਾ ਹੋਰ ਵਧੀ ਜਾਂਦੀ, ਅੰਦਰ ਪਿਆਸ ਹੋਰ ਵਧੀ ਜਾਂਦੀ ਹੈ। ਪਿਆਰਿਓ, ਸਾਨੂੰ ਸਤਿਗੁਰਾਂ ਨੇ ਬਾਣੀ ਦਿੱਤੀ ਇਸੇ ਕਰਕੇ। ਪਹਿਲੀ ਗੱਲ ਤੇ ਬਾਣੀ ਕਦੀ ਪੁਰਾਣੀ ਨਹੀਂ ਹੁੰਦੀ। ਤੁਸੀਂ ਦੁਨੀਆ ਦੇ ਬੋਲ, ਮੈਂ ਕਹਿੰਦਾ ਜਿੰਨੇ ਮਰਜ਼ੀ ਚੰਗੇ ਕਿਉਂ ਨਾ ਹੋਣ, ਟੀਵੀ ਦੇ ਉੱਤੇ ਗਾਣੇ ਚੱਲਦੇ ਨੇ, ਟੀਵੀ ਦੇ ਉੱਤੇ ਬੜੀਆਂ ਦੁਨੀਆ ਦੀਆਂ ਆਮ ਮਨੁੱਖਾਂ ਦੀਆਂ ਵਿਚਾਰ ਜਿੰਨੀਆਂ ਮਰਜ਼ੀ ਚੰਗੀਆਂ ਕਿਉਂ ਨਾ ਹੋਣ, ਅੱਜ ਨਵੀਆਂ ਨੇ, ਕੁਝ ਸਮਾਂ ਪੈ ਕੇ ਪੁਰਾਣੀਆਂ ਹੋ ਜਾਂਦੀਆਂ। ਬੰਦੇ ਵੀ ਕਹਿਣ ਲੱਗ ਜਾਂਦੇ ਨੇ, ਇਹ ਨਾ ਹੁਣ ਲਾਓ, ਸੁਣ ਸੁਣ ਕੇ ਅੱਕ ਗਏ ਆ। ਪਰ ਜਿਹੜੀ ਬਾਣੀ ਹੈ ਨਾ, ਇਹ ਤੇ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਇਹ ਜਿਹੜੀ ਬਾਣੀ ਹੈ, ਇਹ ਕੋਈ ਪੁਰਾਣੀ ਹੋਣ ਵਾਲੀ ਬਾਣੀ ਨਹੀਂ, ਇਹ ਤੇ ਧੁਰ ਕੀ ਬਾਣੀ ਹੈ। ਜੇ ਨਿਰੰਕਾਰ ਨਿਤ ਨਵੇਂ ਤੇ ਉਹਦੀ ਬਾਣੀ ਵੀ ਨਿਤ ਨਵੀਂ ਹੈ। ਸਤਿਗੁਰਾਂ ਨੇ ਤਾਂ ਹੀ ਆਖਿਆ ਬਾਰ-ਬਾਰ ਪੜ੍ਹੀ, ਕਿਉਂਕਿ ਬਾਰ-ਬਾਰ ਪੜ੍ਹੇਗਾ ਅੰਦਰ ਪ੍ਰੇਮ ਪੈਦਾ ਹੋਵੇਗਾ, ਅੰਦਰ ਪਿਆਸ ਪੈਦਾ ਹੋਵੇਗੀ, ਅੰਦਰ ਪ੍ਰਭੂ ਦੇ ਪ੍ਰਤੀ, ਗੁਰੂ ਦੇ ਪ੍ਰਤੀ ਇੱਕ ਚਾਹਤ ਪੈਦਾ ਹੋਵੇਗੀ ਮਿਲਣ ਦੀ। ਭਾਈ ਜੋਧ ਜੀ ਜਿਉਂ-ਜਿਉਂ ਪੜ੍ਹੀ ਜਾਂਦੇ ਨੇ, ਅੰਦਰ ਪ੍ਰੇਮ ਪੈਦਾ ਹੋਈ ਜਾਂਦਾ, ਅੰਦਰ ਚਾਹਤ ਪੈਦਾ ਹੋਈ ਜਾਂਦੀ ਹੈ। ਇੱਕ ਘਟਨਾ ਤੇ ਇਹ ਵਾਪਰੀ ਜੀ ਜੀਵਨ ਦੇ ਅੰਦਰ। ਇੱਕ ਦੂਜੀ ਘਟਨਾ ਵੀ ਵਾਪਰੀ, ਸੁਣਿਓ ਸੁਰਤ ਦੇ। ਦੁਕਾਨ ਦੇ ਉੱਤੇ ਬੈਠੇ ਪਏ ਨੇ, ਸੌਦਾ ਤੋਲਦੇ ਪਏ ਨੇ, ਗਾਹਕ ਆਉਂਦੇ ਜਾਂਦੇ ਪਏ ਨੇ। ਇੱਕ ਬੜਾ ਗਰੀਬੜਾ ਜਿਹਾ ਸਿੱਖ ਆ ਗਿਆ ਜੀ ਦੁਕਾਨ ਦੇ ਉੱਤੇ। ਇਸ ਗਰੀਬੜੇ ਜਿਹੇ ਸਿੱਖ ਦਾ ਨਾਮ ਹੈ ਭਾਈ ਸ਼ੀਹਾਂ ਜੀ। ਭਾਈ ਲਹਿਣਾ ਜੀ ਕਹਿੰਦੇ ਨੇ, ਭਾਈ ਸ਼ੀਹਾਂ ਜੀ, ਅੱਜ ਤਕਰੀਬਨ 2-3 ਦਿਨਾਂ ਬਾਅਦ ਤੁਹਾਨੂੰ ਦੇਖਿਆ ਏ, ਤੁਸੀਂ ਤੇ ਰੋਜ਼ ਸੌਦਾ ਲੈਣ ਆਉਂਦੇ ਸੋ। ਕਿਉਂਕਿ ਇਹ ਗੁਰੂ ਸਵਾਰਿਓ ਗਰੀਬੜਾ ਜਿਹਾ ਸਿੱਖ ਸੀ, ਦਿਹਾੜੀ ਟੁੱਪਾ ਕਰਦਾ ਸੀ। ਜਿੰਨੀ ਕੁ ਗੁਰੂ ਸਵਾਰਿਓ ਮਾਇਆ ਕਮਾਉਣੀ, ਰੋਜ਼ ਉਸ ਮਾਇਆ ਦਾ ਰਾਸ਼ਨ ਲੈ ਕੇ ਸੱਜਰਾ ਕਮਾਉਣਾ ਤੇ ਸੱਜਰਾ ਖਾਣ ਵਾਲੀ ਗੱਲ ਸੀ ਇਹਦੀ। ਆਖਿਆ ਅੱਜ 3-4 ਦਿਨਾਂ ਬਾਅਦ ਤੁਸੀਂ ਆਏ, ਪਹਿਲਾਂ ਤੇ ਰੋਜ਼ ਆਉਂਦੇ ਸੋ, ਕਾਰਨ ਕੀ ਹੋਇਆ? ਸਭ ਭਲਾ ਹੈ ਨਾ। ਭਾਈ ਸ਼ੀਆਂ ਜੀ ਆਖਦੇ ਨੇ, ਭਾਈ ਲਹਿਣਾ ਜੀ, ਐ ਭਰਾ ਮੇਰੇ, ਮੈਂ ਕੀ ਦੱਸਾਂ, ਕੁਝ ਕੁ ਦਿਨ ਤਬੀਅਤ ਖਰਾਬ ਰਹੀ, ਦਿਹਾੜੀ ਮੇਰੇ ਕੋਲ ਲੱਗੀ ਕੋਈ ਨਹੀਂ, ਮਾਇਆ ਮੈਂ ਕਮਾ ਨਹੀਂ ਸਕਿਆ, ਇਸ ਕਰਕੇ 3-4 ਦਿਨ ਮੇਰੇ ਕੋਲ ਰਾਸ਼ਨ ਲੈਣ ਆ ਹੀ ਨਹੀਂ ਹੋਇਆ ਤੇਰੇ ਕੋਲ। ਅੱਜ ਕਿਤੇ ਸਰੀਰ ਨੇ ਥੋੜਾ ਜਿਹਾ ਸਾਥ ਦਿੱਤਾ ਤੇ ਮੈਂ ਅੱਜ ਦਿਹਾੜੀ ਕਰਕੇ ਆਇਆ, ਤੇ ਥੋੜੀ ਜੀ ਵਟਕ ਹੋਈ ਏ, ਮਾਇਆ ਥੋੜੀ ਅੱਜ ਮਿਲੀ ਏ, ਥੋੜਾ ਸਮਾਂ ਦਿਹਾੜੀ ਤੇ ਲਾਇਆ, ਥੋੜੇ ਪੈਸੇ ਮਿਲੇ ਨੇ, ਆ ਜਿੰਨੇ ਕੁ ਪੈਸੇ ਹੈ ਤੂੰ ਲੈ ਲੈ, ਤੇ ਭਰਾਵਾ ਜਿੰਨਾ ਕੁ ਆਟਾ ਆਉਂਦਾ ਇੰਨੇ ਕੁ ਪੈਸਿਆਂ ਦਾ ਆਟਾ ਦੇ ਦੇ, ਤੇ ਇੰਨੇ ਕੁ ਪੈਸਿਆਂ ਦੀ ਦਾਲ ਦੇ ਦੇ, ਪੈਸੇ ਥੋੜੇ ਨੇ। ਭਾਈ ਲਹਿਣਾ ਜੀ ਨੇ ਹਿਸਾਬ ਲਾਇਆ, ਉਹਨਾਂ ਨੇ ਆਖਿਆ, ਭਾਈ ਸ਼ੀਏ, ਜਿੰਨੇ ਕੁ ਮਾਇਆ ਦਾ ਤੂੰ ਆਟਾ ਮੰਗਦਾ ਪਿਆ ਨਾ, ਇਸ ਮਾਇਆ ਦਾ ਤੇ ਆਟਾ ਹੀ ਬੜਾ ਥੋੜਾ ਆਉਣਾ। ਜਿੰਨੀ ਕੁ ਮਾਇਆ ਦਾ ਤੂੰ ਆਟਾ ਮੰਗਦਾ ਪਿਆ, ਤੇ ਜੇ ਮੈਂ ਹਿਸਾਬ ਲਾਵਾਂ, ਤੁਸੀਂ ਪਰਿਵਾਰ ਦੇ ਕਿੰਨੇ ਜੀ ਹੋ? ਇਹ ਆਖਦਾ ਅਸੀਂ 3 ਜੀ ਆ, ਮੈਂ, ਮੇਰੀ ਧਰਮ ਸੁਪਤਨੀ ਤੇ ਮੇਰੀ ਇੱਕ ਛੋਟੀ ਜੀ ਬੱਚੀ। ਆਖਿਆ ਜਿੰਨਾ ਆਟਾ ਤੂੰ ਮੰਗਦਾ ਪਿਆ ਨਾ, ਇਸ ਆਟੇ ਦੇ ਕੇਵਲ ਤੇ ਕੇਵਲ 3 ਪ੍ਰਸ਼ਾਦੇ ਹੀ ਬਣਨੇ ਨੇ, ਚੌਥਾ ਨਹੀਂ ਉਹ ਬਣਨਾ। ਤੇ ਭਾਈ ਸ਼ੀਆਂ ਜੀ ਆਖਦੇ ਨੇ, ਪਿਆਰਿਆ,
ਜਿੰਨੀ ਕਮਾਇਆ ਹੁਣ ਓਨਾ ਕੀ ਲੈਣਾ ਨਾ, ਜੇ 3 ਬਣਦੇ ਨੇ ਕੋਈ ਗੱਲ ਨਹੀਂ, ਤੂੰ ਦੇ ਦੇ ਮੈਨੂੰ ਆਟਾ। ਭਾਈ ਲਹਿਣਾ ਜੀ ਤੋਲਣ ਲੱਗ ਪਏ ਜੀ। ਜਦੋਂ ਤੋਲਿਆ ਨਾ ਆਟਾ, ਭਾਈ ਲਹਿਣਾ ਜੀ ਦੇ ਮਨ ਦੇ ਵਿੱਚ ਤਰਸ ਜਿਹਾ ਆਇਆ, ਬੜਾ ਪਰਉਪਕਾਰ ਕਰਨ ਦਾ ਚਿੱਤ ਕੀਤਾ। ਉਹਨਾਂ ਨੇ ਆਟਾ ਵੱਧ ਤੋਲ ਦਿੱਤਾ, ਮਾਇਆ ਥੋੜੀ ਸੀ, ਆਟਾ ਵੱਧ ਤੋਲ ਦਿੱਤਾ। ਮੁੱਠਾਂ ਕੁਝ ਆਟੇ ਦੀਆਂ ਹੋਰ ਤਕੜੀ ਦੇ ਵਿੱਚ ਪਾ ਦਿੱਤੀਆਂ। ਭਾਈ ਸ਼ੀਆਂ ਆਖਦਾ, ਭਾਈ ਲਹਿਣਾ ਜੀ ਇਹ ਮੇਰੇ ਭਰਾ ਇਹ ਕੀ ਤੂੰ ਕਰਦਾ ਪਿਆ, ਆਟਾ ਵੱਧ ਕਿਉਂ ਪਾਉਣਾ ਪਿਆ, ਇਹ ਮੁੱਠਾਂ ਵਾਧੂ ਕਿਉਂ ਪਾਈਆਂ। ਭਾਈ ਲਹਿਣਾ ਜੀ ਆਖਦੇ ਨੇ, ਭਰਾਤਾ ਇਹ ਮੇਰੇ ਭਰਾ ਮੇਰੇ ਮਨ ਦੇ ਵਿੱਚ ਵਿਚਾਰ ਆਈਏ, ਤੁਸੀਂ ਸਾਰਾ ਪਰਿਵਾਰ 3 ਪ੍ਰਸ਼ਾਦਿਆਂ ਨਾਲ ਕਿੱਥੇ ਤੁਹਾਡਾ ਗੁਜ਼ਾਰਾ ਹੋਣਾ ਹੈ, ਕਿਤੇ 8-10 ਪ੍ਰਸ਼ਾਦੇ ਤੁਹਾਡੇ ਚੱਲ ਬਣ ਜਾਣਗੇ, ਤੁਸੀਂ ਰੱਜ ਕੇ ਭੋਜਨ ਛਕ ਲਵੋਗੇ। ਬਸ ਮੇਰੇ ਮਨ ਵਿੱਚ ਇਹ ਖਿਆਲ ਆਇਆ ਤਾਂ ਵੱਧ ਆਟਾ ਪਾਇਆ। ਭਾਈ ਸ਼ੀਆਂ ਅੱਗੋਂ ਹੱਥ ਜੋੜ ਕੇ ਆਖਦਾ, ਭਾਈ ਲਹਿਣਿਆ ਜਾਂ ਤੇ ਇਹ ਆਟਾ ਵਾਧੂ ਜਿੰਨਾ ਪਾਇਆ ਇਹ ਕੱਢ ਲੈ, ਜਾਂ ਫਿਰ ਮੇਰੀ ਮਾਇਆ ਵਾਪਸ ਦੇ ਦੇ, ਮੈਂ ਤੇਰੇ ਕੋਲ ਰਾਸ਼ਨ ਲੈਣਾ ਹੀ ਕੋਈ ਨਹੀਂ। ਆਖਿਆ ਕਿਉਂ? ਭਾਈ ਸ਼ੀਆਂ ਆਖਦਾ, ਭਾਈ ਲਹਿਣਿਆ ਜਿਸ ਗੁਰੂ ਨਾਨਕ ਦਾ ਮੈਂ ਸਿੱਖਣਾ, ਮੇਰਾ ਗੁਰੂ ਨਾਨਕ ਰੋਜ਼ ਮੈਨੂੰ ਸਿਖਾਉਂਦਾ ਏ ਵੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ। ਮੇਰਾ ਗੁਰੂ ਨਾਨਕ ਕਹਿੰਦਾ ਮਿਹਨਤ ਦੀ ਖਾ ਲੋ ਤੇ ਭਾਵੇਂ ਘੱਟ ਖਾ ਲੋ ਉਹ ਵੀ ਪ੍ਰਵਾਨ, ਕਿਸੇ ਦਾ ਪਰਾਇਆ ਹੱਕ ਮਾਰ ਕੇ ਅੱਜ ਮੈਂ ਖਾਵਾਂਗਾ ਨਾ। ਜਿਹੜਾ ਮਨ ਗੁਰੂ ਨਾਨਕ ਦੀ ਬਾਣੀ ਪੜ ਪੜ ਕੇ ਟਿਕਿਆ ਹੋਇਆ, ਇਹ ਮਨ ਭਟਕਣ ਲੱਗਿਆ ਦੇਰ ਨਹੀਂ ਲੱਗਣੀ। ਮੇਰਾ ਗੁਰੂ ਨਾਨਕ ਰੋਜ਼ ਮੈਨੂੰ ਸਿਖਾਉਂਦਾ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਮੇਰੇ ਗੁਰੂ ਨਾਨਕ ਦੀ ਰਜ਼ਾ ਦੇ ਵਿੱਚ ਮੈਂ ਚੱਲਣ ਵਾਲਾ ਸਿੱਖ ਹਾਂ। ਮੈਂ ਰਜ਼ਾ ਤੋਂ ਬਾਹਰ ਹੋ ਕੇ ਗੁਰੂ ਨਾਨਕ ਦੇ ਕੀਤੇ ਹੋਏ ਐਡੇ ਪਰ ਉਪਕਾਰ ਨੂੰ ਕਿਉਂ ਦਾਗ ਲਾਵਾਂ। ਭਾਈ ਲਹਿਣੇ ਨੇ ਜੋ ਉਹ ਸ਼ਬਦ ਸੁਣੇ ਨਾ ਹੈਰਾਨ ਹੋ ਗਿਆ। ਪਹਿਲਾਂ ਬਾਣੀ ਸੁਣੀ ਸੀ, ਜਿਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਐਡੀ ਪਰਉਪਕਾਰੀ ਬਾਣੀ ਸੁਣ ਕੇ ਮਨ ਨੂੰ ਆਨੰਦ ਆਇਆ। ਅੱਜ ਸਿੱਖ ਦਾ ਜੀਵਨ ਵੇਖ ਲਿਆ, ਉਸੇ ਗੁਰੂ ਨਾਨਕ ਦੇ ਸਿੱਖ ਦਾ ਜੀਵਨ, ਜਿਸ ਗੁਰੂ ਨਾਨਕ ਦੀ ਬਾਣੀ ਸੁਣੀ, ਅੱਜ ਸਿੱਖ ਦਾ ਜੀਵਨ ਜਦੋਂ ਵੇਖਿਆ, ਅੱਜ ਮਨ ਦੇ ਵਿੱਚ ਬੜੀ ਹੈਰਾਨਗੀ ਹੋਈ। ਗੁਰੂ ਨਾਨਕ ਦਾ ਸਿੱਖ ਇਵੇਂ ਦਾ ਹੈ ਜਿਹੜਾ ਪਰਾਏ ਹੱਕ ਵੱਲ ਵੇਖਦਾ ਵੀ ਨਹੀਂ, ਜਿਹੜਾ ਪਰਾਈ ਮਾਇਆ ਦੇ ਵੱਲ ਤੱਕਦਾ ਵੀ ਕੋਈ ਨਹੀਂ। ਦੁਨੀਆ ਤੇ ਲੋਕਾਂ ਦਾ ਕਤਲ ਕਰ ਕਰਕੇ ਖਾਣ ਨੂੰ ਤਿਆਰ ਏ, ਦੁਨੀਆ ਤੇ ਮੁਰਦਾਰ ਰੱਜ ਰੱਜ ਕੇ ਖਾਣ ਨੂੰ ਤਿਆਰ ਏ, ਪਰ ਗੁਰੂ ਨਾਨਕ ਦਾ ਸਿੱਖ ਮੁਰਦਾਰ ਵੱਲ ਝਾਤ ਵੀ ਨਹੀਂ ਮਾਰਦਾ। ਅੱਜ ਸਿੱਖ ਦਾ ਜੀਵਨ ਵੇਖ ਲਿਆ। ਭਾਈ ਲਹਿਣੇ ਨੇ ਜਿੰਨਾ ਕੁ ਆਟਾ ਬਣਦਾ ਸੀ ਉਹ ਦਿੱਤਾ, ਦਾਲ ਦਿੱਤੀ। ਮਨ ਵਿੱਚ ਫਿਰ ਵਿਚਾਰ ਪੈਦਾ ਹੋਈ, ਮਨਾ ਜਾ ਕੇ ਘਰ ਤੇ ਵੇਖ ਕੇ ਆਵਾਂ ਇਹਨਾਂ ਦੇ ਘਰ ਕਿਵੇਂ ਦਾ ਏ, ਕਿਤੇ ਮੈਨੂੰ ਹੀ ਭਰਮਾਉਣ ਦੇ ਲਈ ਇਹ ਸ਼ਬਦ ਨਾ ਕਹਿ ਬੈਠਾ ਹੋਵੇ। ਕਿਉਂਕਿ ਦੁਨੀਆ ਭਰਮਾਉਂਦੀ ਹੈ ਨਾ, ਤੁਸੀਂ ਸੂਝਵਾਨ ਬੈਠੇ ਹੋ। ਦੁਨੀਆ ਬੜੇ ਮਿੱਠੜੇ ਬੋਲ ਬੋਲ ਕੇ ਦੁਨੀਆ ਨੂੰ ਭਰਮਾ ਕੇ ਲੁੱਟ ਲੈ ਜਾਂਦੀ। ਆਖਦੀ ਹੈ ਆਪਣੇ ਆਪ ਦੇ ਵਿੱਚ ਵੱਡਾ ਬਣਨ ਦੇ ਲਈ, ਆਪਣੇ ਆਪ ਨੂੰ ਵਡਿਆਉਣ ਦੇ ਲਈ ਕਿਤੇ ਮੈਨੂੰ ਹੀ ਨਾ ਝੂਠ ਬੋਲਦਾ ਹੋਵੇ। ਮੈਂ ਜਾ ਕੇ ਘਰ ਤੇ ਵੇਖਾਂ ਇਹਨਾਂ ਦੇ ਘਰ ਕੀ ਹਾਲਤ ਬਣਦੀ, ਇੰਨੇ ਕਾਟੇ ਨਾਲ ਗੁਜ਼ਾਰਾ ਕਰ ਲੈਣਗੇ। ਘਰੇ ਤੁਰ ਗਿਆ ਜੀ, ਕੱਖਾਂ ਦੀ ਝੌਂਪੜੀ ਸਾਦੀ ਮੁਲਾਦੀ, ਦੂਰ ਖੜਾ ਹੋ ਕੇ ਝੌਂਪੜੀ ਦੇ ਵਿੱਚ ਨਿਗਾਹ ਜਾਂਦੀ ਪਈ ਹੈ। ਭਾਈ ਲਹਿਣਾ ਨਹੀਂ ਨਜ਼ਰ ਆਉਂਦਾ ਪਿਆ। ਥੋੜਾ ਜਿਹਾ ਨੇੜੇ ਹੋ ਕੇ ਵੇਖਿਆ ਏ, ਘਰ ਪਰਿਵਾਰ ਅੰਦਰ ਬੈਠਾ, ਧਰਮ ਸੁਪਤਨੀ ਬੈਠੀ ਸੀ। ਆਖਦੀ ਏ ਸਾਈਂ ਲੈ ਆਇਆ ਰਾਸ਼ਨ, ਆ ਲੈ ਕੇ ਆਇਆ। ਉਸ ਭਾਗਾਂ ਭਰੀ ਨੇ ਵੀ ਆਟਾ ਗੁੰਨਿਆ, ਗੁਰੂ ਗੁਰੂ ਜਪਦਿਆਂ ਹੋਇਆਂ ਗੁਰੂ ਸਵਾਰਿਓ ਗੁਰੂ ਕਾ ਲੰਗਰ ਤਿਆਰ ਕੀਤਾ। ਅੱਜ ਥਾਲ ਵਿੱਚ ਪਰੋਸ ਕੇ ਅੱਜ ਸਾਰਾ ਪਰਿਵਾਰ ਬਹਿ ਗਿਆ, ਧੀ ਵੀ ਬਹਿ ਗਈ, ਦੋਵੇਂ ਜੀ ਵੀ ਬਹਿ ਗਏ। ਗੁਰੂ ਨਾਨਕ ਦੇ ਅੱਗੇ ਹੱਥ ਜੋੜੇ, ਸੱਚੇ ਪਾਤਸ਼ਾਹ ਜੋ ਕੁਝ ਬਖਸ਼ਿਆ ਹੀ ਕਿਰਪਾ ਕਰੀ, ਦਾਤ ਤੇਰੀ ਏ, ਤੇਰਾ ਸੇਵਕ ਹਾਂ ਸੱਚੇ ਪਾਤਸ਼ਾਹ। ਇਸੇ ਪ੍ਰਕਾਰ 2 ਵਕਤ ਦਾ ਬਖਸ਼ਦਾ ਰਹੀ, ਬਸ ਹੋਰ ਕੁਝ ਨਹੀਂ ਚਾਹੀਦਾ। ਲੰਗਰ ਛਕਣ ਤੋਂ ਪਹਿਲਾਂ ਅਰਦਾਸ ਕੀਤੀ ਹੈ। ਭਾਈ ਲਹਿਣਾ ਜੀ ਵੇਖਦੇ ਪਏ ਨੇ, 3 ਹੀ ਪ੍ਰਸ਼ਾਦੇ ਥਾਲ ਵਿੱਚ ਪਏ ਨੇ। ਅੱਜ ਅਜੇ ਛਕਣ ਨਹੀਂ ਲੱਗੇ ਨੇ, ਗਰਾਈ ਤੋੜਨ ਨਹੀਂ ਲੱਗੇ ਨੇ, ਬਾਹਰੋਂ ਆਵਾਜ਼ ਆਈ, ਭਾਈ ਸ਼ੀਏ
ਇੱਕਦਮ ਬਾਹਰ ਵੱਲ ਝਾਤ ਮਾਰੀ, ਭਾਈ ਸ਼ੀਆਂ ਅੱਜ ਮੈਨੂੰ ਕਿਸੇ ਨੇ ਪੁਕਾਰਿਆ, ਜ਼ਰੂਰ ਕੋਈ ਅਗੰਮੀ ਰੂਹ ਆਈ ਹੋਵੇਗੀ। ਅੱਜ ਉੱਠ ਕੇ ਬਾਹਰ ਗਿਆ, ਬਾਹਰ ਜਾ ਕੇ ਕੀ ਵੇਖਿਆ, ਇੱਕ ਸਾਧੂ ਲਿਬਾਸ ਦੇ ਅੰਦਰ ਇੱਕ ਗੁਰਮੁਖ ਪਿਆਰਾ ਖਲੋਤਾ, ਹੱਥ ਜੋੜੇ, ਆਖਿਆ ਆਓ ਗੁਰਮੁਖ ਪਿਆਰਿਓ, ਤੁਸੀਂ ਮੇਰੇ ਘਰ ਆਏ ਜੀ ਆਇਆਂ। ਅੱਗੋਂ ਉਹ ਗੁਰਮੁਖ ਰੂਹ ਸਾਧੂ ਪਤਾ ਕੀ ਕਹਿੰਦਾ, ਅੱਗੋਂ ਕਹਿੰਦਾ ਤੂੰ ਹੀ ਗੁਰੂ ਨਾਨਕ ਦਾ ਸਿੱਖ ਭਾਈ ਸ਼ੀਆਂ ਹੈ ਨਾ। ਉਹਦੇ ਬੋਲ ਨੇ ਇਤਿਹਾਸ ਦੇ, ਆਖਿਆ ਤੂੰ ਹੀ ਗੁਰੂ ਨਾਨਕ ਦਾ ਸਿੱਖ ਭਾਈ ਸ਼ੀਆਂ ਹੈ। ਭਾਈ ਸ਼ੀਆਂ ਨੇ ਇਹ ਵਚਨ ਸੁਣੇ, ਜ਼ਾਰੋ ਜ਼ਾਰ ਰੋਣ ਲੱਗ ਪਿਆ ਜੀ। ਉਹ ਗੁਰਮੁਖ ਰੂਹ ਆਖਦੀ ਹੈ ਰੋਣਾ ਕਿਉਂ ਪਿਆ? ਉਹ ਰੋ ਰੋ ਕੇ ਭਾਈ ਸ਼ੀਆਂ ਪਤਾ ਕੀ ਆਖਦਾ, ਆਖਦਾ ਗੁਰਮੁਖ ਪਿਆਰਿਆ, ਦੁਨੀਆ ਦੇ ਲੋਕ ਕਿਸੇ ਨੂੰ ਮਾਇਆ ਕਰਕੇ ਜਾਣਦੇ ਨੇ, ਦੁਨੀਆ ਦੇ ਲੋਕ ਕਿਸੇ ਨੂੰ ਧਨ ਪਦਾਰਥਾਂ ਕਰਕੇ ਜਾਣਦੇ ਨੇ, ਦੁਨੀਆ ਦੇ ਲੋਕ ਕਿਸੇ ਨੂੰ ਉੱਚ ਪਦਵੀਆਂ ਕਰਕੇ ਜਾਣਦੇ ਨੇ। ਮੈਂ ਰੋਣਾ ਤਾਂ ਪਿਆ ਗੁਰੂ ਨਾਨਕ ਸੱਚੇ ਪਾਤਸ਼ਾਹ, ਤੇਰਾ ਐਡਾ ਵੱਡਾ ਤਰਸ ਮੇਰੇ ਜੀਵਨ ਦੇ ਉੱਤੇ, ਮੈਨੂੰ ਜੇ ਕੋਈ ਜਾਣਦਾ ਤੇ ਤੇਰੇ ਨਾਮ ਦੇ ਨਾਲ ਜਾਣਦਾ ਹੈ, ਤੇਰੇ ਨਾਮ ਨਾਲ ਮੈਨੂੰ ਕੋਈ ਜਾਣਦਾ। ਗੁਰੂ ਸਵਾਰਿਓ ਕਿੱਡਾ ਵੱਡਾ ਪਰਉਪਕਾਰ ਹੈ। ਕੋਈ ਸਾਨੂੰ ਤੁਹਾਨੂੰ ਆਵਾਜ਼ ਮਾਰੇ, ਇਹ ਗੁਰੂ ਨਾਨਕ ਕੇ ਸਿੱਖਾ, ਗੁਰੂ ਸਵਾਰਿਓ ਇਹਦੇ ਨਾਲੋਂ ਵੱਡੇ ਮਾਣ ਵਾਲੀ ਗੱਲ ਕਿਹੜੀ ਹੋ ਸਕਦੀ ਹੈ? ਇਹਦੇ ਨਾਲੋਂ ਵੱਡਾ ਸਨਮਾਨ ਕਿਹੜਾ ਹੋ ਸਕਦਾ ਹੈ? ਖੈਰ ਜਾਰੋ ਜਾਰ ਰੋ ਰਿਹਾ, ਸੱਚੇ ਪਾਤਸ਼ਾਹ ਤੇਰਾ ਏਡਾ ਵੱਡਾ ਤਰਸ, ਤੇਰੇ ਨਾਮ ਦੇ ਨਾਲ ਮੈਨੂੰ ਅੱਜ ਕੋਈ ਜਾਣਦਾ ਏ। ਆਖਦਾ ਭਾਈ ਗੁਰਸਿੱਖਾ, ਮੇਰੇ ਧੰਨ ਭਾਗ ਤੂੰ ਮੇਰੇ ਘਰ ਆਇਆ। ਹਾਂ ਮੈਂ ਹੀ ਗੁਰੂ ਨਾਨਕ ਦਾ ਸਿੱਖ ਭਾਈ ਸ਼ੀਆਂ ਹਾਂ, ਦੱਸ ਮੇਰੇ ਲਈ ਕੋਈ ਸੇਵਾ ਹੋਵੇ। ਇਹ ਗੁਰਮੁਖ ਰੂਹ ਆਖਦੀ ਏ, ਅੱਜ ਚਲਦਿਆਂ ਚਲਦਿਆਂ ਭੁੱਖ ਬੜੀ ਲੱਗੀ ਏ ਤੇ ਕਿਸੇ ਨੇ ਦੱਸ ਪਾਈ ਆਹ ਗੁਰੂ ਨਾਨਕ ਦੇ ਘਰ ਦਾ ਸਿੱਖ ਇੱਥੇ ਰਹਿੰਦਾ, ਇਹਦੇ ਘਰੋਂ ਪ੍ਰਸ਼ਾਦਾ ਮਿਲ ਜਾਵੇਗਾ। ਗੁਰੂ ਸਵਾਰਿਓ ਆਖਦਾ ਮੈਨੂੰ 2 ਪ੍ਰਸ਼ਾਦੇ ਬਸ ਚਾਹੀਦੇ ਨੇ, ਹੋਰ ਕੁਝ ਨਹੀਂ ਚਾਹੀਦਾ। ਮੈਂ ਸ਼ਾਇਦ ਪਿੱਛੇ ਜੀ ਵੀ ਬੇਨਤੀ ਕੀਤੀ ਵੀ ਉਹ ਗੁਰੂ ਨਾਨਕ ਦਾ ਸਿੱਖ ਹੀ ਕਾਹਦਾ ਹੋਇਆ ਜਿਹਦੇ ਘਰ ਤੋਂ ਕੋਈ ਭੁੱਖਾ ਮੁੜ ਜਾਵੇ। ਉਹ ਗੁਰੂ ਨਾਨਕ ਦਾ ਸਿੱਖ ਹੀ ਕਾਹਦਾ ਹੋਇਆ ਜਿਹਦੇ ਘਰ ਦੇ ਵਿੱਚ ਹੋਵੇ ਸਾਰਾ ਕੁਝ, ਪਰ ਕੋਈ ਦੁਖਿਆਰਾ ਭੁੱਖਾ ਆਵੇ ਤੇ ਆ ਕੇ ਰਿਜ਼ਕ ਮੰਗੇ, ਰੋਟੀ ਮੰਗੇ ਤੇ ਆਖੇ ਨਹੀਂ ਮੈਂ ਨਹੀਂ ਦੇਣੀ। ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ। ਗੁਰੂ ਨਾਨਕ ਦੇ ਘਰ ਦੀ ਤੇ ਵਡਿਆਈ ਹੱਥੋਂ ਦੇ ਕੇ ਭਲਾ ਮਨਾਵੇ, ਹੋਵੇ ਥੋੜਾ ਦਵੇ ਜ਼ਰੂਰ। ਬਹੁਤਾ ਦਿੱਤਾ ਤੇ ਬਹੁਤਾ ਵੀ ਦੇ, ਜੇ ਹੋਰ ਦਿੱਤਾ ਤੇ ਹੋਰ ਦੇ, ਪਰ ਦੇਣਾ ਬੰਦ ਨਾ ਕਰੀਏ ਗੁਰੂ ਨਾਨਕ ਦੇ ਸਿੱਖਾ, ਕਿਉਂਕਿ ਗੁਰੂ ਨਾਨਕ ਨੇ ਆਪ ਵੰਡਿਆ ਤੇ ਸਾਨੂੰ ਵੀ ਇਹੋ ਜਾਟ ਸਿਖਾਈ ਹੈ। ਉਹ ਭੁੱਖਾ ਸਾਧੂ ਆਖਦਾ 2 ਪ੍ਰਸ਼ਾਦਿਆਂ ਦੀ ਭੁੱਖ, 2 ਪ੍ਰਸ਼ਾਦੇ ਛਕਾ ਦੇ। ਅੱਜ ਆਖਦਾ ਵੀ ਆਹ ਪਿਆਰਿਆ ਮੇਰੇ ਭਾਗ ਚੰਗੇ, ਤੂੰ ਮੇਰੇ ਘਰ ਆਇਆ, ਮੈਨੂੰ ਸੇਵਾ ਦਾ ਮੌਕਾ ਦਿੱਤਾ, ਸ਼ੰਕਾ ਕੋਈ ਨਹੀਂ ਕੀਤਾ। ਅੱਜ ਦੌੜ ਕੇ ਅੰਦਰ ਗਿਆ। ਭਾਈ ਲਹਿਣਾ ਜੀ ਸਾਰਾ ਕੁਝ ਵੇਖਦੇ ਪਏ ਨੇ, ਆਖਦੇ ਨੇ 3 ਪ੍ਰਸ਼ਾਦੇ ਨੇ, ਇਹਦੀ ਘਰਵਾਲੀ ਤੇ ਲੜ ਪੈਣੀ ਹੈ। ਮਨ ਵਿੱਚ ਵਿਚਾਰ ਪੈਦਾ ਹੋਈ ਇਹਦੀ ਘਰਵਾਲੀ ਤੇ ਲੜ ਪੈਣਾ ਵੀ 3 ਪ੍ਰਸ਼ਾਦੇ ਉਹ ਵੀ ਸਾਧੂ ਨੂੰ ਛਕਾ ਦੇਣੇ, ਅਸੀਂ ਕੀ ਛਕਣਾ। ਗੁਰੂ ਸਵਾਰਿਓ ਪਰ ਜਦੋਂ ਭਾਈ ਸ਼ੀਆਂ ਅੰਦਰ ਗਿਆ ਭਾਗਵਾਨੇ, ਕੋਈ ਗੁਰਮੁਖ ਪਿਆਰਾ ਰੂਹ ਆਈ ਆਪਣੇ ਘਰ, ਗੁਰੂ ਨਾਨਕ ਦੇ ਦਰ ਤੋਂ ਆਇਆ ਹੋਇਆ ਸਾਧੂ ਆਇਆ, 2 ਪ੍ਰਸ਼ਾਦੇ ਮੰਗਦਾ ਪਿਆ। ਉਹ ਵੀ ਗੁਰੂ ਸਵਾਰਿਓ ਰਜਾ ਦੇ ਵਿੱਚ ਚੱਲਣ ਵਾਲੀ, ਵੱਡੇ ਭਾਗਾਂ ਵਾਲੀ ਜਿਹੜੀ ਧਰਮ ਸੁਪਤਨੀ ਉਹਦੀ, ਉਹਨੇ ਵੀ 2 ਪ੍ਰਸ਼ਾਦੇ ਚੁੱਕੇ ਤੇ ਹੱਸਦਿਆਂ ਹੱਸਦਿਆਂ ਅੱਧੀ ਕੌਲੀ ਦਾਲ ਦੀ ਤੇ 2 ਪ੍ਰਸ਼ਾਦੇ ਆਪਣੇ ਸਾਈਂ ਨੂੰ ਦਿੱਤੇ। ਸਾਈਂ ਜੀ ਜਾ ਕੇ ਛਕਾ ਆ ਕੇ ਨਾਲ 2 ਪ੍ਰਸ਼ਾਦੇ ਛਕ ਲਏ ਜੀ ਉਹਨੇ। ਭਾਈ ਲਹਿਣਾ ਜੀ ਵੇਖੀ ਜਾਂਦੇ ਪਏ ਨੇ ਤੇ ਹੁਣ ਸੋਚਦੇ ਪਏ ਨੇ 1 ਪ੍ਰਸ਼ਾਦਾ ਰਹਿ ਗਿਆ, ਹੁਣ 1 ਦਾ ਕੀ ਕਰਨਗੇ, 1 ਦੇ ਨਾਲ ਕਿਵੇਂ ਢਿੱਡ ਰੱਜੇਗਾ ਇਹਨਾਂ ਦਾ। ਭਾਈ ਲਹਿਣਾ ਜੀ ਵੇਖਦੇ ਪਏ ਨੇ। ਭਾਈ ਸ਼ੀਆਂ ਜੀ ਅੰਦਰ ਗਏ ਨੇ ਤੇ ਜਾ ਕੇ ਬੈਠੇ ਨੇ ਥਾਲ ਦੇ ਕੋਲ, ਤੇ ਉਹ ਭਾਗਾਂ ਭਰੀ ਧਰਮ ਸੁਪਤਨੀ ਭਾਈ ਸ਼ੀਆਂ ਦੀ ਆਖਦੀ ਹੈ, ਸਾਈਂ ਜੀ ਤੁਸੀਂ ਇਹ ਪ੍ਰਸ਼ਾਦਾ ਛਕ ਲਵੋ।
ਆਖਦਾ ਤੂੰ ਨਹੀਂ ਛਕਣਾ, ਆਖਦੀ ਹੈ ਨਹੀਂ। ਅੱਜ ਮੈਂ ਗਵੰਡਣ ਦੇ ਘਰ ਗਈ ਸਾਂ, ਉਹਦੇ ਘਰ 2 ਘੜੀਆਂ ਗੱਲਾਂ ਬਾਤਾਂ ਮਾਰਦੀ ਪਈ ਸਾਂ, ਉਹਨੇ ਮੈਨੂੰ ਲੱਸੀ ਭਰ ਪੇਟ ਛਕਾ ਦਿੱਤੀ ਏ, ਤੇ ਲੱਸੀ ਛਕ ਕੇ ਮੇਰਾ ਢਿੱਡ ਭਰ ਗਿਆ, ਮੇਰਾ ਉਦਰ ਭਰ ਗਿਆ, ਮੇਰਾ ਚਿੱਤ ਕੋਈ ਨਹੀਂ ਕਰਦਾ ਪ੍ਰਸ਼ਾਦਾ ਛਕਣ ਨੂੰ। ਐ ਸਾਈਂ ਜੀ ਤੂੰ ਤੇ ਦਿਹਾੜੀ ਕਰਦਾ, ਮਿਹਨਤ ਕਰਦਾ, ਦੁਨੀਆ ਦੇ ਲੋਕ ਨਿੰਬੂ ਵਾਂਗੂ ਨਚੋੜ ਕੇ ਤੈਨੂੰ ਦਿਹਾੜੀ ਦਿੰਦੇ ਨੇ, ਤੇਰਾ ਸਰੀਰ ਭੱਜ ਜਾਂਦਾ, ਤੈਨੂੰ ਭੁੱਖ ਜ਼ਿਆਦੀ ਲੱਗਦੀ ਹੋਵੇਗੀ, ਸਾਈਂ ਆਹ ਪ੍ਰਸ਼ਾਦਾ ਤੂੰ ਛਕ ਲੈ, ਆਹ ਪ੍ਰਸ਼ਾਦਾ ਤੂੰ ਛਕ। ਅੱਗੋਂ ਭਾਈ ਸ਼ੀਆਂ ਹੱਸ ਕੇ ਆਖਦਾ ਭਾਗਵਾਨੇ ਆਖਰ ਨੂੰ ਮੇਰੀ ਧਰਮ ਸੁਪਤਨੀ ਹੈ, ਮੈਨੂੰ ਪਤਾ ਕਿੰਨੀ ਕੁ ਤੂੰ ਭੁੱਖੀ ਹੈ ਤੇ ਕਿੰਨੀ ਕੁ ਤੂੰ ਰੱਜੀ ਹੋਈ ਹੈ। ਚੱਲ ਇਹ ਵੀ ਗੁਰੂ ਨਾਨਕ ਦੀ ਰਜ਼ਾ ਹੀ ਏ, ਅੱਜ ਕਿਤੇ ਥੋੜਾ ਮਿਲਿਆ, ਕੱਲ ਨੂੰ ਗੁਰੂ ਨਾਨਕ ਬਹੁਤਾ ਵੀ ਦੇ ਦੇਵੇਗਾ, ਅੱਜ ਥੋੜੇ ਦੇ ਵਿੱਚ ਹੀ ਸ਼ੁਕਰ ਮਨਾ ਲੈ। ਆ ਲੈ ਭਾਗਵਾਨੇ ਅੱਧਾ ਪ੍ਰਸ਼ਾਦਾ ਚੱਪਾ ਤੂੰ ਖਾ ਲੈ, ਅੱਧਾ ਚੱਪਾ ਮੈਂ ਖਾ ਲੈਣਾ, ਅੱਧਾ ਚੱਪਾ ਆਪਣੀ ਧੀ ਨੂੰ ਦੇ ਦਿੰਨੇ ਆ। ਇੱਕ ਪ੍ਰਸ਼ਾਦੇ ਦੇ 3 ਟੁਕੜੇ ਕਰਕੇ ਵੰਡ ਕੇ ਛਕਿਆ ਜੀ ਉਹਨਾਂ ਨੇ, ਵੰਡ ਕੇ ਛਕਿਆ ਉਹਨਾਂ ਨੇ। ਜਦੋਂ ਇਹ ਸਾਰੀ ਖੇਡ ਭਾਈ ਲਹਿਣੇ ਨੇ ਵੇਖੀ, ਭਾਈ ਲਹਿਣੇ ਨੇ ਬਾਹਰੋਂ ਆਵਾਜ਼ ਮਾਰੀ, ਆਖਿਆ ਭਾਈ ਸ਼ੀਏ ਤੇਰਾ ਘਰ ਬਹੁਤ ਛੋਟਾ ਏ, ਪਰ ਅੱਜ ਮੈਨੂੰ ਪਤਾ ਲੱਗ ਗਿਆ ਗੁਰੂ ਨਾਨਕ ਦੀਆਂ ਵਡਿਆਈਆਂ ਐਡੀਆਂ ਵੱਡੀਆਂ ਤੈਨੂੰ ਮਿਲੀਆਂ ਨੇ। ਘਰ ਭਾਵੇਂ ਤੇਰਾ ਬੜਾ ਛੋਟਾ ਪਰ ਤੇਰਾ ਦਿਲ ਬੜਾ ਵੱਡਾ ਹੈ। ਭਾਈ ਸ਼ੀਏ ਅੱਜ ਮੈਨੂੰ ਗਿਆਨ ਹੋ ਗਿਆ, ਭਾਵੇਂ ਦੀ ਤੂੰ ਸਰੀਰ ਕਰਕੇ ਦੁਨਿਆਵੀ ਕਰਕੇ ਬਹੁਤ ਗਰੀਬ ਏ, ਤੇਰੇ ਘਰ ਧਨ ਕੋਈ ਨਹੀਂ, ਤੇਰੇ ਘਰ ਪਦਾਰਥ ਕੋਈ ਨਹੀਂ, ਪਰ ਅੱਜ ਮੈਨੂੰ ਪਤਾ ਲੱਗ ਗਿਆ ਗੁਰੂ ਨਾਨਕ ਦੇ ਘਰ ਦੀਆਂ ਵਡਿਆਈਆਂ ਪ੍ਰਾਪਤ ਕਰਕੇ ਤੂੰ ਦਿਲ ਦਾ ਬੜਾ ਅਮੀਰ ਬਣ ਗਿਆ। ਅੱਜ ਤੂੰ ਇੱਕ ਬਚਨ ਮੈਨੂੰ ਬਾਰ-ਬਾਰ ਚੇਤੇ ਆਉਂਦਾ, ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ। ਐ ਭਾਈ ਸ਼ੀਏ ਤੂੰ ਦਿਲ ਦਾ ਐਡਾ ਅਮੀਰ ਏ, ਸੱਚ ਪੁੱਛੀ ਤੇਰੇ ਵਰਗਾ ਅਮੀਰ ਅੱਜ ਤੀਕਰਾਂ ਤੱਕ ਮੈਂ ਦੁਨੀਆ ਦੇ ਵਿੱਚ ਵੇਖਿਆ ਕੋਈ ਨਹੀਂ। ਮਨ ਵਿੱਚ ਹੋਰ ਤੰਗ ਪੈਦਾ ਹੋ ਗਈ, ਇੱਕ ਤੇ ਬਾਣੀ, ਇੱਕ ਸਿੱਖ ਦਾ ਜੀਵਨ ਵੇਖ ਕੇ ਇੰਨੀ ਕੁ ਚਾਹਤ ਪੈਦਾ ਹੋ ਗਈ। ਦਿਨ ਉਡੀਕਦੇ ਪਏ ਨੇ ਕਦੋਂ ਯਾਤਰਾ ਤੇ ਜਾਵਾਂ ਤੇ ਸਮਾਂ ਮਿਲੇ ਤੇ ਮੈਂ ਦਰਸ਼ਨ ਕਰਾਂ। ਗੁਰੂ ਸਵਾਰਿਓ ਅੱਜ ਉਹ ਸਮਾਂ ਵੀ ਆ ਗਿਆ, ਯਾਤਰਾ ਤੇ ਜਥਾ ਲੈ ਕੇ ਤੁਰ ਗਏ, ਟਿਕੇ ਰਹੇ ਹੋ ਬਸ। ਯਾਤਰਾ ਤੇ ਜਥਾ ਲੈ ਕੇ ਵੀ ਤੁਰ ਗਏ, ਯਾਤਰਾ ਤੇ ਜਥਾ ਲੈ ਕੇ ਗਏ, ਦਰਸ਼ਨ ਦੀਦਾਰੇ ਕੀਤੇ। ਜਦੋਂ ਵਾਪਸ ਆ ਰਹੇ ਨੇ ਨਾ ਖਡੂਰ ਸਾਹਿਬ ਆ ਗਿਆ, ਪਹਿਲਾਂ ਖਡੂਰ ਹੀ ਸੀ, ਖਡੂਰ ਨਗਰ ਆ ਗਿਆ ਜੀ। ਜਦੋਂ ਖਡੂਰ ਨਗਰ ਆ ਗਿਆ ਤੇ ਮਨ ਵਿੱਚ ਚਾਹਤ ਪੈਦਾ ਹੋਈ, ਇੱਥੇ ਨੇੜੇ ਹੀ ਕਰਤਾਰਪੁਰੇ ਤੇ ਕਿਉਂ ਨਾ ਹੋਵੇ ਅੱਜ ਸੁਭਾਗ ਬਣਿਆ ਗੁਰੂ ਨਾਨਕ ਦੇ ਦੀਦਾਰੇ ਕਰ ਜਾਵਾਂ, ਅੱਜ ਗੁਰੂ ਨਾਨਕ ਨੂੰ ਮਿਲ ਕੇ ਜਾਵਾਂ, ਜਿਹਦੀ ਐਡੀ ਵੱਡੀ ਵਡਿਆਈ ਐਡੀ ਸੋਭਾ ਉਹਨੂੰ ਮਿਲ ਕੇ ਜਾਵਾਂ। ਅੱਜ ਘੋੜੀ ਨੂੰ ਹੱਕਿਆ ਏ ਤੇ ਤੁਰਨ ਲੱਗਿਆਂ ਜਥੇ ਨੂੰ ਕਿਹਾ, ਪਿਆਰਿਓ ਜਿੰਨੇ ਘਰ ਜਾਣਾ ਤੁਰ ਜਾਇਓ, ਜਿੰਨੇ ਰੁਕਣਾ ਭਾਵੇਂ ਰੁਕ ਜਾਇਓ। ਮੈਂ ਗੁਰੂ ਨਾਨਕ ਦੇ ਘਰ ਚੱਲਾਂ ਦੀਦਾਰੇ ਕਰਨ ਦੇ ਲਈ, ਮੇਰਾ ਤੇ ਤੁਹਾਡਾ ਸਾਥ ਕੇਵਲ ਇੱਥੇ ਤੱਕ ਦਾ ਸੀ। ਰੋਕਣ ਵਾਲਿਆਂ ਨੇ ਰੋਕਿਆ ਵੀ ਹੋਣਾ ਵੀ ਭਾਈ ਲੈਣਿਆ ਅਜੇ ਤੇ ਦਿਨ ਖੜਾ ਏ, ਅੱਗੋਂ ਰਾਤ ਪੈਣ ਵਾਲੀ ਏ, ਕਦੋਂ ਤੱਕ ਉਡੀਕਾਂਗੇ, ਰਾਤ ਨੂੰ ਸਫ਼ਰ ਥੋੜੀ ਹੋਣਾ, ਆਪਾਂ ਆਪਣੇ ਪੈਂਡੇ ਨੂੰ ਮੁਕਾਈਏ, ਮੰਜ਼ਿਲ ਤੇ ਜਾ ਲੱਗੀ। ਪਰ ਭਾਈ ਲੈਣਾ ਜੀ ਅਜੇ ਰੁਕੇ ਕੋਈ ਨਹੀਂ। ਭਾਈ ਲੈਣਾ ਜੀ ਆਖਦੇ ਨੇ, ਪਿਆਰਿਓ ਜਿੰਨੇ ਜਾਣਾ ਜਾਵੋ, ਮੈਂ ਤੇ ਗੁਰੂ ਨਾਨਕ ਦੇ ਘਰ ਚੱਲਾਂ, ਤੁਹਾਡਾ ਮੇਰਾ ਸਾਥ ਕੇਵਲ ਇੱਥੇ ਤੱਕ ਦਾ ਸੀ। ਗੁਰੂ ਸਵਾਰਿਓ ਇੰਨੇ ਕੁ ਬੋਲ ਕਹਿ ਕੇ ਨਾ ਕਰਤਾਰਪੁਰ ਵੱਲ ਨੂੰ ਤੁਰ ਪਏ। ਹੁਣ ਨਾ ਕਦੀ ਪਹਿਲਾਂ ਦਰਸ਼ਨ ਕੀਤੇ ਸਨ, ਨਾ ਕਦੀ ਮਿਲੇ ਸਨ, ਤੇ ਨਾ ਰਾਹ ਪਤਾ ਸੀ ਵੀ ਕਿੱਥੇ ਧਰਮਸ਼ਾਲਾ ਹੈ। ਹੁਣ ਤੁਰੇ ਜਾ ਰਹੇ ਨੇ, ਖੇਤਾਂ ਦੇ ਵਿੱਚ ਮਜ਼ਦੂਰ ਸਿੱਖ ਵੀ ਕੰਮ ਕਰਦੇ ਪਏ ਨੇ। ਮਨ ਵਿੱਚ ਆਵਾਜ਼, ਮਨ ਦੇ ਵਿੱਚ ਵਿਚਾਰ ਪੈਦਾ ਹੋਈ, ਕਿੱਥੋਂ ਇੰਨੀ ਦੂਰੋਂ ਆਵਾਜ਼ਾਂ ਇਹਨਾਂ ਨੂੰ ਮਾਰਾਂਗਾ। ਤੁਰੀ ਜਾਂਦੇ ਪਏ ਨੇ, ਅਚਨਚੇਤ ਇੱਕ ਬਜ਼ੁਰਗ ਅੱਗੇ ਘਾਹ ਖੋਦ ਰਿਹਾ ਸੀ ਜੀ, ਘਾਹ ਖੋਦਦਾ ਪਿਆ ਸੀ। ਤੇ ਆਖਿਆ, ਘਾਹ ਖੋਦਦਿਆਂ ਨੂੰ ਆਖਿਆ, ਬਜ਼ੁਰਗੋ ਘੋੜੀ ਤੇ ਚੜੇ ਹੋਏ। ਉਸ ਬਜ਼ੁਰਗ ਨੇ ਰੰਬਾ ਛੱਡਿਆ
ਮਿੱਟੀ ਦੇ ਨਾਲ ਹੱਥ ਭਰੇ ਹੋਏ ਨੇ, ਹੱਥ ਝਾੜੇ, ਥੋੜਾ ਜਿਹਾ ਚੋਲਾ ਝਾੜਿਆ ਜੋ ਧਾਰਨ ਕੀਤਾ ਹੋਇਆ ਸੀ, ਤੇ ਪਿਛਾਂ ਮੁੜ ਕੇ ਆਖਿਆ, ਹਾਂਜੀ ਪੁੱਤਰ ਜੀ ਦੱਸੋ। ਪੁੱਤਰ ਪਤਾ ਕਿਉਂ ਕਿ ਕਿਉਂਕਿ ਭਾਈ ਲਹਿਣੇ ਦੀ ਉਮਰ ਉਸ ਵਕਤ ਕੇਵਲ 28 ਸਾਲ ਹੈ, ਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਆਰਬਲਾ ਉਸ ਵਕਤ 63 ਸਾਲ ਸੀ। ਇੱਕ ਗੱਲ ਚੇਤੇ ਰੱਖਿਓ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ 70 ਸਾਲ 7 ਮਹੀਨੇ ਤੇ 11 ਦਿਨ ਇਸ ਸਮਾਜ, ਇਸ ਧਰਤੀ, ਇਸ ਲੋਕਾਈ ਨੂੰ ਤਾਰ ਕੇ ਗਏ ਨੇ। 70 ਸਾਲ 11 ਮਹੀਨੇ ਤੇ 7 ਦਿਨ, ਖਿਮਾ ਕਰਿਆ ਜੇ 7 ਮਹੀਨੇ ਤੇ 11 ਦਿਨ। ਸਤਿਗੁਰਾਂ ਨੇ ਉੱਠਦੇ ਸਾਰ ਉਸ ਬਜ਼ੁਰਗ ਨੇ ਆਖਿਆ, ਹਾਂ ਪੁੱਤਰ ਦੱਸ। ਤੇ ਭਾਈ ਲਹਿਣੇ ਨੇ ਦਰਸ਼ਨ ਕੀਤੇ, ਕੋਈ ਨਹੀਂ ਸੀ, ਉਹ ਹੈ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਆਖਦਾ, ਭਾਈ ਬਜ਼ੁਰਗੋ, ਮੈਂ ਸੁਣਿਆ ਇੱਥੇ ਗੁਰੂ ਨਾਨਕ ਕੋਈ ਰਹਿੰਦਾ ਧਰਮਸ਼ਾਲਾ ਦੇ ਵਿੱਚ, ਤੇ ਬੜੇ ਪਰਉਪਕਾਰੀ ਨੇ, ਅੱਜ ਸਬੱਬ ਬਣਿਆ ਦੀਦਾਰੇ ਕਰਨੇ ਨੇ, ਤੇ ਕਿਰਪਾ ਕਰੋ ਮੈਨੂੰ ਰਾਹ ਹੀ ਦੱਸ ਦਿਓ। ਗੁਰੂ ਨਾਨਕ ਸੱਚੇ ਪਾਤਸ਼ਾਹ ਕੋਲ ਹੋਏ, ਸਤਿਗੁਰਾਂ ਨੇ ਕੋਲ ਹੋ ਕੇ ਪਤਾ ਕੀ ਕਿਹਾ? ਸਤਿਗੁਰਾਂ ਨੇ ਆਖਿਆ ਵੀ ਭਲਿਆ ਪੁਰਖਾ ਪੁੱਤਰਾ, ਕੇਵਲ ਪੁੱਛਣਾ ਹੀ ਆ ਕਿ ਜਾਵੇਂਗਾ ਵੀ? ਕੇਵਲ ਪੁੱਛਣ ਦੇ ਲਈ ਖੜਾ ਹੈ ਕਿ ਚਾਹਵੇਂਗਾ ਵੀ ਚੱਲ ਕੇ? ਸੁਣਿਓ ਗੌਰ ਦੇ ਨਾਲ, ਕਿਉਂਕਿ ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ ਨੇ, ਬਹੁਤਾਂਤ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਧਰਮ ਦਾ ਕੇਵਲ ਰਾਹ ਪੁੱਛਦੇ ਨੇ, ਤੁਰਦੇ ਨਹੀਂ ਜੀ। ਫਿਰ ਵਚਨ ਦੁਹਰਾਦੇ ਆ, ਸਮਾਜ ਦੇ ਅੰਦਰ ਬਹੁਤਾਂਤ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਧਰਮ ਬਾਰੇ ਪੁੱਛਦੇ ਜ਼ਰੂਰ ਨੇ, ਧਰਮ ਦੀ ਮਰਿਆਦਾ ਬਾਰੇ, ਧਰਮ ਦੇ ਨਿਯਮ ਬਾਰੇ, ਧਰਮ ਦੇ ਬਾਰੇ ਸਾਰਾ ਕੁਝ ਪੁੱਛਦੇ ਨੇ, ਪਰ ਤੁਰਨ ਲਈ ਰਾਜੀ ਨਹੀਂ ਹੁੰਦੇ, ਜਾਣ ਲਈ ਰਾਜੀ ਨਹੀਂ ਹੁੰਦੇ। ਇੰਨਾ ਕੁ ਔਖਾ ਹੋ ਗਿਆ, ਗੁਰਦੁਆਰੇ ਵੀ ਆਉਣਾ ਬੜਾ ਔਖਾ ਹੋ ਗਿਆ ਹੁਣ, ਤੇ ਪੁੱਛੀ ਜਾਂਦੇ ਨੇ। ਸਤਿਗੁਰਾਂ ਨੇ ਤਾਂ ਪੁੱਛਿਆ। ਭਾਈ ਗੁਰਦਾਸ ਨੇ ਵੀ ਇੱਕ ਬਚਨ ਕਿਹਾ, ਮੈਨੂੰ ਯਾਦ ਆਇਆ, ਪੁੱਛਕ ਪਥਕ ਤਹ ਮਾਰਗ ਨਾ ਧਾਰੈ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਭਾਈ ਗੁਰਦਾਸ ਜੀ ਆਖਦੇ ਨੇ, ਪੁੱਛੀ ਜਾਣਾ ਹੈ ਵੀ ਕਿਹੜਾ ਰਾਹ ਜਾਂਦਾ, ਉਸ ਰਾਹ ਦੇ ਉੱਤੇ ਕਦਮ ਕਦੋਂ ਧਰੇਗਾ। ਜਦੋਂ ਮੌਤ ਨੇੜੇ ਆ ਜਾਣੀ ਹੈ, ਅਕਸਰ ਲੋਕ ਮੌਤ ਨਹੀਂ ਉਡੀਕਦੇ ਨੇ ਤਾਂ ਧਰਮ ਵੱਲ ਤੁਰਦੇ ਨੇ ਜੀ। ਜਦੋਂ ਚਿੱਟੇ ਧੌਲੇ ਹੋ ਜਾਂਦੇ ਨੇ ਨਾ, ਉਦੋਂ ਫਿਰ ਤੁਰਨਾ ਸ਼ੁਰੂ ਕਰਦੇ ਨੇ, ਉਦੋਂ ਕਦਮ ਲੜਖੜਾ ਜਾਂਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਪੁੱਛੀ ਜਾਣਾ ਪਿਆ, ਤੁਰਨਾ ਕਦੋਂ ਹੀ? ਹੁਣ ਤੁਰੇਗਾ ਤੇ ਪਹੁੰਚੇਗਾ, ਐਵੇਂ ਪੁੱਛ ਪੁੱਛ ਕੇ ਸਮਾਂ ਹੀ ਨਾ ਲੱਗ। ਗੁਰੂ ਨਾਨਕ ਜੀ ਨੇ ਵੀ ਇਹੀ ਕਿਹਾ, ਭਾਈ ਲੈਣਿਆ, ਆਖਿਆ ਪੁੱਤਰਾ, ਜਾਣਾ ਵੀ ਆ ਕਿ ਕੇਵਲ ਰਾਹ ਹੀ ਪੁੱਛਣਾ? ਜੇ ਰਾਹ ਪੁੱਛਣਾ ਤੇ ਮੈਂ ਤੈਨੂੰ ਦੱਸ ਦਿੰਨਾ, ਤੇ ਜੇ ਜਾਣਾ ਹੀ ਫਿਰ ਮੈਂ ਖੁਦ ਤੈਨੂੰ ਛੱਡ ਕੇ ਆਵਾਂਗਾ। ਆਖਿਆ, ਬਜ਼ੁਰਗੋ, ਤੁਹਾਡੀ ਇੰਨੀ ਉਮਰ ਵਡੇਰੀ ਹੋ ਗਈ, ਤੁਹਾਨੂੰ ਕੀ ਲੋੜ ਹੈ ਛੱਡ ਕੇ ਆਉਣ ਦੀ? ਮੈਨੂੰ ਰਾਹ ਦੱਸ ਦਿਓ, ਮੈਂ ਆਪ ਹੀ ਤੁਰ ਜਾਵਾਂਗਾ। ਗੁਰੂ ਨਾਨਕ ਜੀ ਅੱਗੋਂ ਕਹਿੰਦੇ ਨੇ, ਆਖਦੇ ਨੇ, ਪੁੱਤਰਾ, ਜੇ ਮੈਂ ਤੈਨੂੰ ਰਾਹ ਦੱਸ ਦਿੱਤਾ, ਕਿਤੇ ਰਸਤੇ ਦੇ ਵਿੱਚ ਭਟਕ ਗਿਆ। ਅੱਜ ਮਾਇਆ ਭਟਕਾਈ ਫਿਰਦੀ ਹੈ ਜੀ ਸਾਨੂੰ, ਗੁਰੂ ਤੇ ਰੋਜ਼ ਰਾਹ ਦੱਸਦਾ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ, ਰੋਜ਼ ਰਾਹ ਦੱਸਦਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੈ ਉਠ ਹਰ, ਰੋਜ਼ ਦਾ ਰਾਹ ਦੱਸਦਾ, ਪਰ ਮਾਇਆ ਭਟਕਾ ਦਿੰਦੀ ਹੈ, ਮਾਇਆ ਭੁਲਾ ਦਿੰਦੀ ਸਾਨੂੰ ਉਹ ਰਾਹ। ਗੁਰੂ ਕਹਿੰਦਾ, ਨਹੀਂ, ਜੇ ਮੈਂ ਦੱਸਿਆ ਹੋ ਸਕਦਾ ਤੂੰ ਭਟਕ ਜਾਵੇਂਗਾ, ਮੈਂ ਤੈਨੂੰ ਖੁਦ ਛੱਡ ਕੇ ਆਉਣਾ, ਕਿਉਂਕਿ ਬਾਣੀ ਗਵਾਹੀ ਭਰਦੀ ਹੈ, ਭੁੱਲੇ ਮਾਰਗ ਜਿਨੈ ਬਤਾਇਆ, ਐਸਾ ਗੁਰ ਛੱਡ ਕੇ ਆਉਂਦਾ ਏ। ਤੈਨੂੰ ਰਾਹ ਦੇ ਵਿੱਚ ਨਹੀਂ ਰਹਿਣ ਦੇਵਾਂਗਾ, ਕਿਤੇ ਮਾਇਆ ਤੇਰੇ ਤੋਂ ਮੈਨੂੰ ਦੂਰ ਹੀ ਨਾ ਲੈ ਜਾਵੇ। ਤੈਨੂੰ ਲੈ ਕੇ ਜਾਵਾਂਗਾ ਧੁਰ ਤੱਕ, ਤੇ ਲੈ ਕੇ ਵੀ ਜਾਂਦਾ ਗੁਰੂ। ਕੋਈ ਆਪਣੀ ਲਗਾਮ ਫੜਾਵੇ ਤੇ ਸਹੀ, ਗੁਰੂ ਰਾਹ 'ਚ ਨਹੀਂ ਛੱਡਦਾ। ਫਿਰ ਇਹ ਗੁਰੂ ਸਾਡਾ ਨਹੀਂ ਜਿਹੜਾ ਰਾਹ 'ਚ ਛੱਡ ਕੇ ਦੌੜ ਜਾਵੇਗਾ, ਜਾਇਦਾਦ ਲੈ ਕੇ ਭੱਜ ਜਾਵੇਗਾ, ਮਾਇਆ ਲੈ ਕੇ ਭੱਜ ਜਾਵੇਗਾ। ਗੁਰੂ ਛੱਡ ਕੇ ਆਉਂਦਾ ਧੁਰ ਤੱਕ। ਆਖਿਆ, ਜੇ ਰਾਹ ਪੁੱਛਣਾ ਤੇ ਮੈਂ ਦੱਸ ਦਿੰਨਾ, ਜੇ ਤੂੰ ਜਾਣਾ ਚਾਹੁੰਦਾ ਤੇ ਮੈਂ ਖੁਦ ਲੈ ਕੇ ਜਾਣਾ। ਆਖਦਾ, ਬਾਬਾ ਮੈਂ ਜਾਣਾ ਚਾਹੁੰਦਾ। ਆਖਦਾ, ਜੇ ਜਾਣਾ ਚਾਹੁੰਦਾ ਲਿਆ ਫਿਰ ਘੋੜੀ ਦੀਆਂ ਲਗਾਮਾਂ ਮੈਨੂੰ ਫੜਾ।
ਆਪ ਫੜੀਆਂ ਜੀ ਲਗਾਮਾਂ। ਤੁਰਦੇ ਗਏ ਨੇ ਰਾਹ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ, ਹੈਰਾਨ ਹੋਵੋਗੇ 63 ਸਾਲ ਦਾ ਬਾਬਾ ਲਗਾਮਾਂ ਫੜ ਕੇ ਤੁਰਦਾ ਪਿਆ, 28 ਸਾਲ ਦਾ ਨੌਜਵਾਨ ਘੋੜੀ ਤੇ ਚੜਿਆ ਹੋਇਆ ਹੈ। ਐਡਾ ਪਰਉਪਕਾਰੀ ਗੁਰੂ। ਲੈ ਗਏ ਜੀ, ਧਰਮਸ਼ਾਲਾ ਆ ਗਈ। ਜਦੋਂ ਧਰਮਸ਼ਾਲਾ ਆਈ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਖਦੇ ਨੇ, ਗੁਰਮੁਖ ਪਿਆਰਿਆ, ਇਹ ਪੁਰਖਾ ਉਹ ਸਾਹਮਣੇ ਤਲਾਅ ਏ, ਥੋੜਾ ਜਿਹਾ ਪਾਣੀ ਉਹਦੇ ਵਿੱਚ ਜਾ ਮੂੰਹ ਹੱਥ ਸਵਾਰ ਲੈ, ਮੂੰਹ ਹੱਥ ਸਵਾਰ ਕੇ ਪ੍ਰਸ਼ਾਦਾ ਛਕ ਆਰਾਮ ਦੇ ਨਾਲ ਤੇ ਆਨੰਦ ਦੇ ਨਾਲ ਸੰਗਤ ਦੇ ਵਿੱਚ ਆ ਜਾਵੇਂ। ਉੱਥੇ ਸਾਹਮਣੇ ਸੰਗਤ ਲੱਗੀ ਹੋਈ ਹੈ। ਗੁਰੂ ਸਵਾਰਿਓ, ਭਾਈ ਲਹਿਣਾ ਜੀ ਗਏ ਨੇ, ਹੱਥ ਮੂੰਹ ਧੋਤਾ ਏ, ਲੰਗਰ ਪ੍ਰਸ਼ਾਦਾ ਛਕਿਆ, ਕਿਉਂਕਿ ਪੈਂਡਾ ਤੈਅ ਕਰਕੇ ਆਏ ਸਨ। ਪ੍ਰਸ਼ਾਦਾ ਛਕ ਕੇ ਜਿਉਂ ਹੀ ਅੱਜ ਸੰਗਤ ਦੇ ਵਿੱਚ ਗਏ, ਅੱਜ ਇੱਕ ਵੀ ਕਦਮ ਅੱਗੇ ਨਹੀਂ ਪੁੱਟਿਆ ਜਾ ਰਿਹਾ। ਫਿਰ ਵੀ ਆਪਣੇ ਮਨ ਦਾ ਸ਼ੰਕਾ ਦੂਰ ਕਰਨ ਦੇ ਲਈ ਪੁੱਛਦੇ ਪਏ ਨੇ ਸੇਵਕਾਂ ਨੂੰ। ਆਖਦੇ ਨੇ, ਸੇਵਕੋ ਗੁਰੂ ਨਾਨਕ ਜੀ ਕਿੱਥੇ ਨੇ? ਸੇਵਕ ਆਖਦੇ ਨੇ, ਪਿਆਰਿਆ ਉਹ ਜਿਹੜਾ ਸਾਹਮਣੇ ਬਾਬਾ ਮੰਜੀ ਦੇ ਉੱਤੇ ਬੈਠਾ ਹੋਇਆ ਹੈ ਨਾ, ਇਹੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਕੋਈ ਤਖਤ ਦੇ ਉੱਤੇ ਨਹੀਂ ਬੈਠੇ। ਇੱਕ ਨੁਕਤਾ ਸਾਂਝ ਪਾਵਾਂ ਜੇ ਸਮਝ ਆਵੇ। ਭਾਈ ਲਹਿਣਾ ਵੀ ਸੋਚਦਾ ਹੋਣਾ ਹੈ, ਜਦੋਂ ਮੈਂ ਗੁਰੂ ਨਾਨਕ ਦੇ ਘਰ ਜਾਵਾਂਗਾ, ਗੁਰੂ ਨਾਨਕ ਦੇ ਆਲੇ ਦੁਆਲੇ ਤੇ ਬੜੇ ਸੇਵਕ ਫਿਰਦੇ ਹੋਣਗੇ। ਸੁਣਿਓ, ਨੁਕਤਾ ਸੁਣਿਓ। ਜਦੋਂ ਮੈਂ ਗੁਰੂ ਨਾਨਕ ਦੇ ਘਰ ਦੇ ਵਿੱਚ ਜਾਵਾਂਗਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ 4-5 ਮਾਲਾਵਾਂ ਹੋਣਗੀਆਂ, ਠਾ ਮਨ ਕੇ ਤੇ ਮਣਕਾ ਫੇਰਦੇ ਹੋਣਗੇ, 8-10 ਸੇਵਾਦਾਰ ਕੋਲ ਹੋਣਗੇ, ਕੋਈ ਗੜਵਾ ਲੈ ਕੇ ਖੜਾ ਹੋਵੇਗਾ, ਕੋਈ ਕਿਸੇ ਪ੍ਰਕਾਰ ਸੇਵਾ ਕਰ ਰਿਹਾ ਹੋਵੇਗਾ, ਕੋਈ ਕਿਸੇ ਪ੍ਰਕਾਰ ਸੇ ਕੋਈ ਲੱਤਾਂ ਘੁੱਟਦਾ ਹੋਵੇਗਾ, ਕੋਈ ਪੱਖਾ ਚਲਾਉਂਦਾ ਹੋਵੇਗਾ। ਆਖਰ ਨੂੰ ਗੁਰੂ ਨੇ। ਅੱਜ ਅਸੀਂ ਲੋਕਾਂ ਨੇ ਵੀ ਸਿੱਖੀ ਕੇਵਲ ਕੱਪੜਿਆਂ ਤੱਕ, ਗੁਰੂ ਪਦਵੀਆਂ ਕੇਵਲ ਕੱਪੜਿਆਂ ਤੱਕ ਸੀਮਤ ਰੱਖ ਦਿੱਤੀਆਂ। ਸੁਣਿਓ ਨੁਕਤਾ, ਅੱਜ ਕਿਸੇ ਵਿਸ਼ੇਸ਼ ਵਿਅਕਤੀ ਨੇ ਆਉਣਾ ਹੋਵੇ ਨਾ ਸਭਾ ਦੇ ਵਿੱਚ, ਵੈਸੇ ਜਿੱਥੋਂ ਤੱਕ ਗੁਰੂ ਸਵਾਰਿਓ ਪ੍ਰਮਾਤਮਾ ਨੇ ਬੁੱਧ ਬਖਸ਼ੀ ਹੈ, ਗੁਰੂ ਨਾਲੋਂ ਵਿਸ਼ੇਸ਼ ਕੋਈ ਹੈ ਹੀ ਕੋਈ ਨਹੀਂ ਹੈ। ਪਰ ਜੇ ਜਿਹਨੂੰ ਅਸੀਂ ਵਿਸ਼ੇਸ਼ ਮੰਨਦੇ ਹਾਂ, ਉਹਨੇ ਕਿਤੇ ਸੰਗਤ ਵਿੱਚ ਆਉਣਾ ਹੋਵੇ ਨਾ, ਤੇ ਪਹਿਲਾਂ ਹੀ ਹਾਰ ਲੈ ਕਰਕੇ ਪਿੱਛੇ ਬਾਣੀ ਪੜ੍ਹੀ ਜਾ ਰਹੀ ਹੈ, ਗੁਰੂ ਬੈਠਾ, ਪਿੱਠ ਕਰਕੇ ਲੋਕ ਖਲੋਤੇ ਹੁੰਦੇ ਨੇ, ਕਦੋਂ ਗੱਡੀ ਤੋਂ ਉਤਰੇ, ਹਾਰ ਪਾਈਏ ਤੇ ਜੈ ਜੈਕਾਰ ਕਰਦੇ ਲੈ ਕੇ ਆਉਂਦੇ ਨੇ ਸੰਗਤ ਦੇ ਵਿੱਚ। ਇਦਾਂ ਹੀ ਹੁੰਦਾ ਹੈ ਨਾ। ਬੜੇ ਸੋਹਣੇ ਲਿਬਾਸ ਪਾਏ ਐ, ਚੌਂਕੜਾ ਮਾਰ ਕੇ ਬਹਿ ਜਾਂਦੇ ਨੇ ਲੋਕ, ਆਲੇ ਦੁਆਲੇ ਬਹਿ ਜਾਂਦੇ ਨੇ ਲੋਕ, ਸੈਲਫੀਆਂ ਲੈਂਦੇ ਨੇ, ਤੇ ਜਿਹੜਾ ਆਹ ਦੀਨ ਦੁਨੀਆ ਦਾ ਮਾਲਕ ਬੈਠਾ, ਇਹਦਾ ਮਰਿਆਦਾ ਦਾ ਚੇਤਾ ਹੀ ਨਹੀਂ ਰਹਿੰਦਾ, ਇਹਦੇ ਸਤਿਕਾਰ ਦਾ ਖਿਆਲ ਹੀ ਨਹੀਂ ਰਹਿੰਦਾ ਜੀ। ਅੱਜ ਤੇ ਭਾਈ ਲਹਿਣੇ ਨੇ ਵੀ ਸੋਚਿਆ, ਆਖਰ ਨੂੰ ਗੁਰੂ ਨੇ 8-10 ਲੋਕ ਬੈਠੇ ਹੋਣਗੇ, ਕੋਈ ਨਾ ਕੋਈ ਸੇਵਾ, ਕੋਈ ਲੱਤਾਂ ਘੁੱਟਦਾ ਹੋਵੇਗਾ, ਕੋਈ ਪਾਣੀ ਪਿਲਾਉਂਦਾ ਹੋਵੇਗਾ, ਕੋਈ ਪੱਖਾ ਫੇਰਦਾ ਹੋਵੇਗਾ। ਹੈਰਾਨ ਹੋ ਗਿਆ, ਅੱਜ ਕਦਮ ਸਾਥ ਨਹੀਂ ਦਿੰਦੇ ਪਏ। ਇਹ ਤੇ ਉਹੀ ਬਜ਼ੁਰਗ ਜਿਹੜਾ ਘਾਹ ਖੋਦਦਾ ਪਿਆ, ਸਾਦਾ ਜਿਹਾ ਲਿਬਾਸ ਧਾਰਨ ਕੀਤਾ ਹੋਇਆ, ਸਾਦੇ ਜਿਹੇ ਕੱਪੜੇ ਪਾਏ ਨੇ, ਕੋਈ ਤਖਤ ਦੇ ਉੱਤੇ ਨਹੀਂ ਬੈਠੇ, ਕੇਵਲ ਇੱਕ ਮੰਜੀ ਸਾਦੀ ਜੀ ਪਈਏ, ਮੰਜੀ ਦੇ ਉੱਤੇ ਬੈਠ ਕਰਕੇ ਉਪਦੇਸ਼ ਦਿੰਦੇ ਪਏ। ਬੜਾ ਹੈਰਾਨ ਹੋਇਆ। ਗੁਰੂ ਸਵਾਰਿਓ, ਅੱਜ ਕਦਮਾਂ ਨੇ ਸਾਥ ਨਾ ਦਿੱਤਾ, ਫਿਰ ਵੀ ਸਹਿਜੇ ਸਹਿਜੇ 28 ਸਾਲ ਦੀ ਨੌਜਵਾਨੀ ਹੈ ਸਰੀਰ ਦੇ ਉੱਤੇ, ਪਰ ਤੁਰਦੇ ਇਉਂ ਪਏ ਨੇ ਜਿਵੇਂ ਇੱਕ ਬਜ਼ੁਰਗ 80-90 ਸਾਲ ਦਾ ਤੁਰਦਾ ਹੋਵੇ। ਤੁਰਦਿਆਂ ਅੱਜ ਗੁਰੂ ਨਾਨਕ ਦਾ ਚਰਨ ਆਏ ਨੇ। ਗੁਰੂ ਸਵਾਰਿਓ, ਜ਼ਾਰੋ ਜ਼ਾਰ ਰੋ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਡਿੱਗ ਪਏ। ਤੇ ਜਦੋਂ ਡਿੱਗ ਪਏ, ਗੁਰੂ ਨਾਨਕ ਜੀ ਨੇ ਚੁੱਕਿਆ, ਆਖਿਆ, ਭਲਿਆ ਪੁਰਖਾ ਰੋਣਾ ਕਿਉਂ ਪਿਆ? ਆਖਦਾ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਕਿੱਥੇ ਮੈਂ ਤੇਰੇ ਕੋਲੋਂ ਖੈਰ ਮੰਗਣ ਆਇਆ ਸਾਂ, ਕਿੱਥੇ ਤੇਰੇ ਦਰ ਦੇ ਦੀਦਾਰੇ ਕਰਨ ਆਇਆ ਸਾਂ, ਕਿੱਥੇ ਤੇਰੇ ਘਰ ਦੇ ਵਿੱਚੋਂ ਮੈਂ ਦਾਤ ਪ੍ਰਾਪਤ ਕਰਨ ਆਇਆ ਸਾਂ, ਐਡਾ ਵੱਡਾ ਪਾਪ ਕਮਾ ਕੇ ਬਹਿ ਗਿਆ। ਕਿਹੜਾ ਪਾਪ ਕਮਾਇਆ? ਤੂੰ ਗੁਰੂ ਹੋਵੇਂ
ਤੇ ਲਗਾਮ ਪਕੜ ਕੇ ਮੇਰੇ ਘੋੜੇ ਦੀ ਚੱਲ ਕੇ ਆਵੇਂ, ਤੇ ਮੈਂ ਇੱਕ ਆਮ ਜਿਹਾ ਇਨਸਾਨ ਘੋੜੇ ਤੇ ਚੜ ਕੇ ਆਵਾਂ। ਸੱਚੇ ਪਾਤਸ਼ਾਹ ਮੇਰੇ ਨਾਲੋਂ ਵੱਡਾ ਪਾਪੀ ਕਿਹੜਾ ਹੋ ਸਕਦਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਬੋਲ ਸੁਣਿਓ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਗੁਰਸਿੱਖਾ, ਜਿੰਨੇ ਲੈਣਾ ਹੋਵੇ ਉਹ ਘੋੜਿਆਂ ਤੇ ਚੜ ਕੇ ਆਉਂਦੇ ਨੇ, ਤੇ ਜਿੰਨੇ ਦੇਣਾ ਹੋਵੇ ਉਹ ਹਮੇਸ਼ਾ ਨੀਵੇਂ ਹੁੰਦੇ ਨੇ। ਉਮੀਦ ਸਮਝ ਆਈ ਹੋਵੇਗੀ। ਜਿਹੜੇ ਕੁਝ ਲੈਣ ਆਉਂਦੇ ਨੇ ਉਹ ਚੜ ਕੇ ਆਉਂਦੇ ਨੇ, ਘੋੜਿਆਂ ਤੇ ਚੜ ਕੇ ਆਉਂਦੇ ਨੇ। ਜਿਨ੍ਹਾਂ ਨੇ ਦੇਣਾ ਹੋਵੇ ਉਹ ਨੀਵੇਂ ਹੋ ਕੇ ਦਿੰਦੇ ਨੇ। ਐ ਭਾਈ ਗੁਰਸਿੱਖਾ, ਤੇਰਾ ਨਾਮ ਕੀ? ਆਖਿਆ ਮੇਰਾ ਨਾਮ ਲੈਣਾ। ਜੇ ਤੇਰਾ ਨਾਮ ਲੈਣਾ ਹੈ ਨਾ, ਤੂੰ ਲੈਣ ਆਇਆ, ਤੇ ਮੈਂ ਤੇਰੇ ਉਡੀਕ ਵਿੱਚ ਬੈਠਾ ਸਾਂ। ਜਿਹੜੀਆਂ ਦਾਤਾਂ ਮੇਰੇ ਕੋਲ ਨੇ ਨਿਰੰਕਾਰ ਦੇ ਭਾਣੇ ਰਜਾ ਅਨੁਸਾਰ, ਉਹ ਮੈਂ ਤੈਨੂੰ ਦੇਣ ਦੇ ਲਈ ਉਡੀਕਦਾ ਪਿਆ। ਉਹ ਤੇਰੀ ਝੋਲੀ ਵਿੱਚ ਪਾਉਣ ਲਈ ਮੈਂ ਤੈਨੂੰ ਉਡੀਕਦਾ ਪਿਆ। ਭਾਈ ਲਹਿਣਾ ਜੀ ਸਤਿਗੁਰੂ ਸਵਾਰਿਓ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਕੋਲ ਰਹੇ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਘਰ ਅੱਜ ਗੁਰੂ ਸਵਾਰਿਓ ਮੁੜ ਕੇ ਘਰੇ ਨਹੀਂ ਪਰਤੇ। ਇੰਨਾ ਕੁ ਪ੍ਰੇਮ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਬਣ ਗਿਆ। ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਆਖਦੇ ਨੇ, ਦਤਾਰ ਪਿਤਾ ਸੇਵਾ। ਸਤਿਗੁਰੂ ਜੀ ਆਖਦੇ ਨੇ, ਰੋਜ਼ ਲੰਗਰ ਵਿੱਚ ਸੇਵਾ ਕਰਿਆ ਕਰ, ਰੋਜ਼ ਤੂੰ ਬਰਤਨਾਂ ਦੀ ਸੇਵਾ ਕਰਿਆ ਕਰ, ਰੋਜ਼ ਜਲ ਦੀ ਸੇਵਾ ਕਰਿਆ ਕਰ। ਤੇ ਸੱਚੇ ਪਾਤਸ਼ਾਹ ਭਗਤੀ, ਸਤਿਗੁਰੂ ਜੀ ਆਖਦੇ ਨੇ, ਰੋਜ਼ ਪ੍ਰੇਮ ਨਾਲ ਜਪ ਬਾਣੀ ਪੜਿਆ ਕਰ। ਗੁਰਸਿੱਖੋ, ਇਹ ਸਾਡਾ ਵੀ ਜੀਵਨ ਹੋਣਾ ਚਾਹੀਦਾ ਹੈ। ਜੇ ਕੁਝ ਪ੍ਰਾਪਤ ਕਰਨਾ ਹੈ ਨਾ ਗੁਰੂ ਨਾਨਕ ਦੇ ਘਰੋਂ, ਇੱਕ ਤੇ ਨਿਮਰਤਾ, ਤੇ ਨਿਮਰਤਾ ਦੇ ਨਾਲ ਸੇਵਾ, ਤੇ ਤੀਜਾ ਬਾਣੀ। ਇਹਨਾਂ ਤਿੰਨਾਂ ਗੁਣਾਂ ਨੂੰ ਜੀਵਨ ਦੇ ਵਿੱਚ ਪਰਪੱਕ ਕਰ ਲਵੋ, ਤੇ ਗੁਰੂ ਨਾਨਕ ਤੇ ਭਰੋਸਾ ਕਰਕੇ ਤੁਹਾਡੇ ਨਾਲ ਵਾਅਦਾ ਕਰਦਾ, ਗੁਰੂ ਨਾਨਕ ਦੇ ਘਰੋਂ ਤੁਹਾਨੂੰ ਦਾਤਾਂ ਜ਼ਰੂਰ ਮਿਲ ਜਾਣਗੀਆਂ, ਜ਼ਰੂਰ ਮਿਲ ਜਾਣਗੀਆਂ। ਭਾਈ ਲਹਿਣਾ ਜੀ ਰੋਜ਼ ਸੇਵਾ ਕਰਦੇ ਨੇ। ਮੈਂ ਆਰੰਭ ਵਿੱਚ ਬੇਨਤੀ ਕੀਤੀ, ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ। ਹੁਣ ਕੇਵਲ ਸਰੀਰ ਕਰਕੇ ਸੇਵਾ ਨਹੀਂ, ਚਿੱਤ ਕਰਕੇ ਵੀ ਸੇਵਾ ਹੈ। ਸਰੀਰ ਕਰਕੇ ਗੁਰੂ ਨਾਨਕ ਦੇ ਘਰ ਦੇ ਵਿੱਚ ਨੇ, ਤੇ ਚਿੱਤ ਕਰਕੇ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਨੇ। ਚਿੱਤ ਹੱਟੀ ਦੇ ਉੱਤੇ ਨਹੀਂ। ਇੱਕ ਗੱਲ ਚੇਤੇ ਰੱਖਿਓ, ਭਾਈ ਲਹਿਣਾ ਜੀ ਦੀ ਧਰਮ ਸੁਪਤਨੀ ਹੈ, ਤੇ ਭਾਈ ਲਹਿਣਾ ਜੀ ਦੇ 4 ਬੱਚੇ ਨੇ, 4 ਸੰਤਾਨਾਂ ਨੇ। ਭਾਈ ਦਾਤੂ ਜੀ, ਭਾਈ ਦਾਸੂ ਜੀ, ਬੀਬੀ ਅਮਰੋ ਜੀ, ਬੀਬੀ ਅਨੋਖੀ ਜੀ, 4 ਸੰਤਾਨਾਂ ਨੇ। ਘਰ ਦੇ ਵਿੱਚ ਧਨ ਪਦਾਰਥ ਬਹੁਤ, ਤੇ ਸ਼ਾਹੂਕਾਰਾ ਦੁਕਾਨ ਸਭ ਕੁਝ ਘਰ ਵਿੱਚ, ਪਰ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ। ਆਪਣੇ ਆਪ ਨੂੰ ਗੁਰੂ ਨਾਨਕ ਦੇ ਘਰ ਦੇ ਵਿੱਚ ਪੂਰਨ ਤੌਰ ਤੇ ਸਮਰਪਿਤ ਕਰ ਦਿੱਤਾ ਹੈ। ਇਹ ਨਹੀਂ ਕਿ ਸਰੀਰ ਉੱਥੇ ਹੈ ਤੇ ਮਨ ਹੱਟੀ ਦੇ ਉੱਤੇ ਖਲੋਤਾ ਹੈ। ਇਹ ਨਹੀਂ ਕਿ ਸਰੀਰ ਸੇਵਾ ਕਰਦਾ ਪਿਆ ਤੇ ਮਨ ਇਹ ਸੋਚਦਾ ਹੋਵੇ ਵੀ ਮੇਰੀ ਹੱਟੀ ਤੋਂ ਕਿਤੇ ਗਾਹਕ ਹੀ ਨਾ ਮੁੜ ਜਾਣ। ਨਹੀਂ, ਇਹ ਤੇ ਤਨ ਮਨ ਧਨ ਸਭ ਸੌਂਪ ਗੁਰ ਕੋ, ਸਾਰਾ ਕੁਝ ਅਰਪਣ ਕਰ ਦਿੱਤਾ ਏ। ਸੱਚੇ ਪਾਤਸ਼ਾਹ, ਮੈਂ ਵੀ ਤੇਰਾ ਤੇ ਮੇਰਾ ਮਨ ਵੀ ਤੇਰਾ ਤੇ ਮੇਰੀ ਆਤਮਾ ਵੀ ਤੇਰੀ ਏ। ਹੁਣ ਇਹ ਲੈਣਾ ਕੇਵਲ ਤੇ ਕੇਵਲ ਤੇਰਾ ਹੀ ਰਹਿ ਗਿਆ ਏ। ਗੁਰੂ ਸਵਾਰਿਓ 7 ਸਾਲ ਸੇਵਾ ਕੀਤੀ। ਮੈਂ ਇਤਿਹਾਸ ਨੇੜੇ ਲਾਵਾਂ, 7 ਸਾਲ ਸੇਵਾ ਕੀਤੀ। ਸੇਵਾ ਦੇ ਵਿੱਚ ਪ੍ਰੀਖਿਆਵਾਂ ਵੀ ਬੜੀਆਂ ਹੋਈਆਂ ਜੀ। ਕਦੀ ਕੱਪੜੇ ਧੋਣ ਦੀ ਪ੍ਰੀਖਿਆ, ਅੱਧੀ ਰਾਤ ਨੂੰ ਜਾ ਲੈਣਿਆ ਕੱਪੜੇ ਧੋ ਕੇ ਲੈ ਕੇ ਆ। ਪੁੱਤਰਾਂ ਨੂੰ ਵੀ ਕਿਹਾ, ਲਹਿਣਾ ਜੀ ਨੂੰ ਵੀ ਕਿਹਾ। ਲਹਿਣਾ ਜੀ ਇੱਕ ਆਵਾਜ਼ ਤੇ ਧੋਣ ਚਲੇ ਜਾਂਦੇ ਨੇ। ਕਦੀ ਦੀਵਾਰ ਬਣਾਉਣ ਦੀ ਸੇਵਾ, ਬਾਹਰ ਮੀਂਹ ਪੈਂਦਾ ਦੀਵਾਰ ਢੱਠਦੀ ਏ, ਬਾਬਾ ਸ਼੍ਰੀ ਚੰਦ ਜੀ ਨੂੰ ਕਿਹਾ ਜਾਂਦਾ, ਲਖਮੀ ਦਾਸ ਜੀ ਨੂੰ ਕਿਹਾ ਜਾਂਦਾ, ਨਾ ਕਰ ਦਿੰਦੇ ਨੇ। ਆਖਦੇ ਨੇ ਲਹਿਣੇ ਵਰਗੇ ਸੇਵਾਦਾਰ ਕਾਹਦੇ ਲਈ ਰੱਖੇ ਨੇ। ਭਾਈ ਲਹਿਣਾ ਜੀ ਇੱਕ ਆਵਾਜ਼ ਦੇ ਉੱਤੇ ਜਾ ਕੇ ਕੰਧ ਬਣਾਉਣ ਲੱਗ ਜਾਂਦੇ ਨੇ। ਇੱਕ ਦਿਨ ਤੇ ਇੰਨੀ ਕੁ ਪ੍ਰੀਖਿਆ ਪੈ ਗਈ, ਲਿਬਾਸ ਬੜੇ ਸੋਹਣੇ ਧਾਰਨ ਕੀਤੇ ਹੋਏ ਨੇ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਜੀ ਨੇ ਵੀ, ਤੇ ਭਾਈ ਲਹਿਣਾ ਜੀ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਵੀ। ਤੇ ਚੱਲਦਿਆਂ ਚੱਲਦਿਆਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਖੇਡ ਖੇਡੀ। ਸਤਿਗੁਰਾਂ ਜੀ ਦੇ ਹੱਥ ਦੇ ਵਿੱਚ ਬਾਟਾ ਸੀ, ਚਿੱਕੜ ਦੇ ਵਿੱਚ ਸੁੱਟ ਦਿੱਤਾ ਜੀ। ਤਤ ਲੱਭਣ ਦਾ ਯਤਨ ਕਰਿਓ ਜਿਹੜੀ ਮੈਂ ਬੇਨਤੀ ਕਰਦਾ।
ਚਿੱਕੜ ਦੇ ਵਿੱਚ ਸੁੱਟ ਦਿੱਤਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਖਦੇ ਨੇ, ਬਾਬਾ ਸ਼੍ਰੀ ਚੰਦ ਪੁੱਤਰ ਜੀਓ, ਇਹ ਬਾਟਾ ਜਿਹੜਾ ਚਿੱਕੜ ਦੇ ਵਿੱਚੋਂ ਕੱਢੋ। ਬਾਬਾ ਸ਼੍ਰੀ ਚੰਦ ਜੀ ਆਖਦੇ ਨੇ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਪਹਿਲੀ ਗੱਲ ਤੇ ਇਹ ਬਾਟਾ ਡਿੱਗਾ ਨਹੀਂ, ਤੁਸੀਂ ਡਿੱਗਿਆ ਏ। ਤੁਸੀਂ ਜਾਣ ਬੁੱਝ ਕੇ ਡੇਗਦੇ ਕਿਉਂ? ਜੇ ਦੁਬਾਰਾ ਕੱਢਣਾ ਹੀ ਸੀ, ਚਾਹੀਦਾ ਸੀ, ਤਾਂ ਸੁੱਟਣ ਦੀ ਕੀ ਲੋੜ ਏ? ਤਰਕ ਖੜਾ ਹੋ ਗਿਆ। ਦੂਜੀ ਗੱਲ, ਜੇ ਬਾਟਾ ਚਲੋ ਤੁਸੀਂ ਸੁੱਟ ਹੀ ਦਿੱਤਾ, ਕੱਢਣ ਦਾ ਹੁਕਮ ਵੀ ਦੇ ਦਿੱਤਾ, ਤੇ ਲੈਣੇ ਵਰਗੇ ਸੇਵਾਦਾਰ ਕਾਹਦੇ ਲਈ ਰੱਖੇ ਨੇ? ਕੇਵਲ ਲੰਗਰ ਛਕਣ ਲਈ ਰੱਖੇ ਨੇ। ਅਸੀਂ ਤੁਹਾਡੇ ਗੁਰੂ ਸਪੁੱਤਰ, ਅਸੀਂ ਤੁਹਾਡੇ ਸਾਹਿਬਜ਼ਾਦੇ, ਅਸੀਂ ਤੁਹਾਡੀ ਅੰਸ਼ ਬੰਸ, ਤੇ ਇਹ ਸਾਡੇ ਘਰ ਦੇ ਸੇਵਾਦਾਰ, ਇਹਨਾਂ ਨੂੰ ਹੁਕਮ ਲਾਵੋ। ਸਤਿਗੁਰੂ ਜੀ ਆਖਦੇ ਨੇ, ਲਖਮੀ ਦਾਸ ਤੂੰ ਕੱਢ ਲਿਆ। ਲਖਮੀ ਦਾਸ ਵੀ ਆਖਦਾ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਇੰਨਾ ਸੋਹਣਾ ਲਿਬਾਸ ਖਰਾਬ ਕਰਨਾ ਹੈ। ਹੁਣ ਗੁਰੂ ਸਵਾਰਿਓ, ਦੋਵਾਂ ਨੂੰ ਹੁਕਮ ਹੋ ਗਿਆ, ਤੀਜੇ ਭਾਈ ਲਹਿਣੇ ਨੂੰ ਅਜੇ ਹੁਕਮ ਨਹੀਂ ਹੋਇਆ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨਜ਼ਰ ਭਰ ਕੇ ਕੇਵਲ ਭਾਈ ਲਹਿਣੇ ਵੱਲ ਵੇਖਿਆ। ਭਾਈ ਲਹਿਣੇ ਨੇ ਉਸ ਟੋਭੇ ਦੇ ਵਿੱਚ ਛਾਲ ਮਾਰ ਦਿੱਤੀ। ਗੁਰੂ ਸਵਾਰਿਓ, ਚਿੱਕੜ ਦੇ ਵਿੱਚੋਂ ਬਾਟਾ ਕੱਢ ਕੇ ਚੰਗੇ ਤਰੀਕੇ ਨਾਲ ਮਾਂਜ ਕੇ, ਸਾਫ਼ ਕਰਕੇ, ਸ਼ਵੱਛ ਕਰਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਹ ਬਾਟਾ ਚੁੱਕਿਆ। ਸਤਿਗੁਰੂ ਜੀ ਆਖਦੇ ਨੇ, ਭਾਈ ਲਹਿਣਿਆ, ਇਹ ਜਿਹੜਾ ਬਾਟਾ ਤੂੰ ਸ਼ਵੱਛ ਕਰਕੇ ਲਿਆਇਆ, ਇਹ ਬਾਟਾ ਹੁਣ ਦੁਨਿਆਵੀ ਬਾਟਾ ਨਹੀਂ ਰਹਿ ਗਿਆ। ਇਹ ਬਾਟਾ ਹੁਣ ਉਹ ਬਾਟਾ ਬਣ ਗਿਆ ਜਿਸ ਬਾਟੇ ਦੇ ਵਿੱਚ ਮੈਂ ਨਿਰੰਕਾਰ ਦੀ ਦੂਜੀ ਜੋਤ ਟਿਕਾ ਕੇ ਤੈਨੂੰ ਦੂਜੀ ਪਾਤਸ਼ਾਹੀ ਬਣਾਉਣਾ। ਕਿਉਂਕਿ ਬਾਟਾ ਕੋਈ ਦੁਨਿਆਵੀ ਬਾਟਾ ਨਹੀਂ ਸੀ, ਉਹ ਬਾਟਾ ਸੀ ਜੀ ਮਨ ਦਾ ਬਾਟਾ। ਖੇਡ ਸਤਿਗੁਰਾਂ ਨੇ ਬਾਹਰੀ ਤੌਰ ਤੇ ਖੇਡੀ, ਸਾਨੂੰ ਸਮਝਾਉਣ ਦੇ ਲਈ ਵੀ ਬਾਟਾ ਹੁਣ ਤੁਹਾਡੇ ਕੋਲ ਵੀ ਤੇ ਸਾਰਿਆਂ ਕੋਲ ਬਾਟਾ ਹੈ ਹੀ ਇਹ ਮਨ ਦਾ, ਮੇਰੇ ਕੋਲ ਵੀ ਹੈ। ਪਰ ਦੁਨੀਆ ਦੇ ਬਾਟੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਵਿੱਚ ਲਿਬੜੇ ਪਏ ਨੇ, ਚਿੱਕੜ ਭਰਿਆ ਪਿਆ ਇਹਨਾਂ ਬਾਟਿਆਂ ਦੇ ਵਿੱਚ। ਤੇ ਗੁਰੂ ਨਾਨਕ ਜੀ ਕਹਿੰਦੇ ਨੇ, ਜਿਹੜਾ ਲਿਬੜਿਆ ਹੋਇਆ ਬਰਤਨ ਨੇ ਬਾਟਾ, ਇਹ ਮੈਨੂੰ ਕੋਈ ਨਹੀਂ ਭਾਉਂਦਾ। ਜੇ ਗੁਰਸਿੱਖਾ ਆਪਣੇ ਮਨ ਰੂਪੀ ਬਾਟੇ ਦੇ ਵਿੱਚ ਜੋਤ ਦਾਤ ਟਿਕਾਉਣੀ ਹੈ ਨਾ, ਪਹਿਲਾਂ ਆਪਣੇ ਬਾਟੇ ਨੂੰ, ਆਪਣੇ ਭਾਂਡੇ ਨੂੰ ਸਵੱਛ ਕਰਕੇ ਲੈ ਕੇ ਆ। ਇਹ ਤੇਰੀ ਜ਼ਿੰਮੇਵਾਰੀ ਹੈ। ਸੁਰਤ ਦੇ ਕੇ ਸੁਣਿਓ, ਇੱਕ ਉਦਾਹਰਨ ਦੇ ਦਿਆਂ, ਥੋੜੀ ਜੀ ਬਾਤ ਸੌਖੀ ਹੋ ਜਾਵੇਗੀ। ਤੁਹਾਡੇ ਘਰਾਂ ਵਿੱਚ ਦੁੱਧ ਹੀ ਆਉਂਦਾ ਹੈ, ਦੁੱਧ ਪਾਉਂਦਾ ਹੈ। ਹੁਣ ਜਿਹੜਾ ਦੋਧੀ ਦੁੱਧ ਪਾਉਂਦਾ ਭਾਂਡੇ ਦੇ ਵਿੱਚ, ਜੇ ਘਰ ਦੀ ਮਾਲਕਣ ਕਵੇ, ਇਹ ਦੋਧੀ ਤੂੰ ਦੁੱਧ ਪਾਉਣਾ ਤੇ ਇਸ ਭਾਂਡੇ ਨੂੰ ਵੀ ਤੇ ਤੂੰ ਸਾਫ਼ ਕਰ। ਅੱਗੋਂ ਦੋਧੀ ਆਖੇਗਾ, ਇਹ ਭੈਣ ਮੇਰੀ ਹੈ, ਇਹ ਮਾਤਾ ਮੇਰੀ, ਮੇਰਾ ਕਾਰਜ ਦੁੱਧ ਪਾਉਣਾ, ਇਹ ਭਾਂਡੇ ਦੀ ਜ਼ਿੰਮੇਵਾਰੀ ਮੇਰੀ ਨਹੀਂ। ਇਹ ਭਾਂਡਾ ਤੁਸੀਂ ਆਪ ਖੁਦ, ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਸਾਫ਼ ਕਰਕੇ ਲੈ ਕੇ ਦੇਣਾ ਹੈ, ਤੇ ਮੈਂ ਤਾਂ ਇਹਦੇ ਵਿੱਚ ਦੁੱਧ ਪਾਵਾਂਗਾ। ਮੇਰੀ ਕੇਵਲ ਜ਼ਿੰਮੇਵਾਰੀ ਹੈ ਦੁੱਧ ਪਾਉਣਾ, ਭਾਂਡੇ ਸਾਫ਼ ਕਰਨਾ ਨਹੀਂ। ਸਾਡੀ ਸਾਰਿਆਂ ਨਾਲੋਂ ਵੱਡੀ ਮੁਸ਼ਕਲ ਪਤਾ ਕਿਹੜੀ ਹੈ? ਸਾਡੀ ਸਾਰਿਆਂ ਨਾਲੋਂ ਵੱਡੀ ਮੁਸ਼ਕਲ ਇਹ ਬਣੀ ਹੋਈ ਏ, ਅਸੀਂ ਆਪ ਹੀ ਇਸ ਗੱਲ ਦਾ ਨਿਰਣਾ ਕਰ ਲਿਆ ਵੀ ਸਾਡਾ ਭਾਂਡਾ ਬੜਾ ਸਾਫ਼ ਹੈ ਜੀ। ਇਹ ਬੜੀ ਵੱਡੀ ਮੁਸ਼ਕਲ ਹੈ ਜੀ ਸਾਡੇ ਅੱਗੇ। ਬੰਦਾ ਆਪ ਹੀ ਨਿਰਣਾ ਕਰਕੇ ਬੈਠਾ। ਅੱਜ ਬੜੇ ਲੋਕਾਂ ਕੋਲ ਤੁਸੀਂ ਸੁਣਿਆ ਹੋਵੇਗਾ, ਮਨ ਸਾਫ਼ ਹੋਣਾ ਚਾਹੀਦਾ, ਸਾਡਾ ਤੇ ਮਨ ਸਾਫ਼ ਹੈ। ਨਿਰਣਾ ਕਰ ਲਿਆ ਨਾ ਵੀ ਮਨ ਸਾਡਾ, ਭਾਂਡਾ ਜਿਹੜਾ ਬਾਟਾ ਸਾਡਾ ਸਾਫ਼ ਹੀ ਹੈ। ਰੱਬ ਨੇ ਸਾਨੂੰ ਅਸੀਂ ਆਪ ਨਿਰਣਾ ਕਰਕੇ ਬੈਠੇ ਜੀ। ਸਿੱਖੀ ਕੋਲੋਂ ਕੀ ਚਾਹੀਦਾ ਹੈ, ਕੀ ਅੰਮ੍ਰਿਤ ਛਕਣ ਦੀ ਲੋੜ ਹੈ? ਸਾਡਾ ਤੇ ਭਾਂਡਾ ਸਾਫ਼ ਹੈ ਅੰਦਰੋਂ, ਅਸੀਂ ਤੇ ਬੜੇ ਪਾਕ ਦਿਲ ਨਾਲ ਅਸੀਂ ਆਪ ਹੀ ਨਿਰਣਾ ਕਰਕੇ ਬੈਠੇ ਹਾਂ, ਭਾਂਡੇ ਸਾਡੇ ਸਾਫ਼ ਨੇ ਅੰਦਰੋਂ। ਪਰ ਸਾਡੇ ਸਾਫ਼ ਨਹੀਂ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਹੁਣ ਇਹ ਭਾਂਡਾ ਧੋਣਾ ਕਿੱਥੇ ਹੈ? ਗੁਰੂ ਦੁਆਰੇ ਹੋਏ ਤਾਂ ਸੋਜੀ ਪਾਏ ਸੀ। ਏਤ ਦੁਆਰੇ ਧੋਏ ਹੱਛਾ
ਹੋਏ ਸੀ ਬੰਦਿਆ, ਬਾਣੀ ਦੇ ਨਾਲ ਇਹ ਭਾਂਡਾ ਸਾਫ਼ ਕਰਨਾ ਸੀ, ਤਾਂ ਨਿਰੰਕਾਰ ਦੀਆਂ ਮਹਿਰਾਮਤਾਂ ਇਹਦੇ ਵਿੱਚ ਟਿਕਣੀਆਂ ਸੀ। ਅਸੀਂ ਤਾਂ ਸੋਚੀ ਬੈਠੇ ਸਾਡੇ ਭਾਂਡੇ ਹੀ ਬੜੇ ਸਾਫ਼ ਨੇ, ਅਸੀਂ ਤੇ ਬੜੇ ਨਿਰਮਲ ਹਾਂ, ਦੁਨੀਆ ਪਾਪੀ ਹੈ ਜੀ, ਅਸੀਂ ਤੇ ਬੜੇ ਧਰਮੀ ਹਾਂ। ਜਦ ਕਿ ਗੁਰੂ ਕਹਿੰਦਾ ਹੈ ਬੰਦਿਆ, ਭਾਂਡਾ ਸਾਫ਼ ਕਰਨ ਦੀ ਜ਼ਿੰਮੇਵਾਰੀ ਤੇਰੀ ਏ, ਆਹ ਸਾਬਣ ਤੈਨੂੰ ਮੈਂ ਦੇ ਦਿੱਤਾ, ਦੇ ਸਾਬੂਣ ਲਈਏ ਉਹ, ਆਹ ਸਾਬਣ ਤੈਨੂੰ ਮੈਂ ਦੇ ਦਿੱਤਾ, ਜ਼ਿੰਮੇਵਾਰੀ ਤੇਰੀ ਏ, ਤੂੰ ਭਾਂਡੇ ਨੂੰ ਧੋਣਾ ਏ, ਤਾਂ ਮੈਂ ਇਹਦੇ ਵਿੱਚ ਨਿਰੰਕਾਰ ਦਾ ਅੰਮ੍ਰਿਤ ਟਿਕਾਵਾਂਗਾ। ਇਹ ਸਾਰੀ ਖੇਡ ਅੰਦਰ ਦੀ ਸੀ ਜੀ। ਸਤਿਗੁਰਾਂ ਨੇ ਆਖਿਆ ਵੀ ਉਹ ਬਾਟਾ ਕੋਈ ਚਿੱਕੜ ਵਿੱਚ ਸੁੱਟਿਆ, ਕੋਈ ਐਵੇਂ ਨਹੀਂ। ਸਤਿਗੁਰਾਂ ਨੇ ਖੇਡ ਹੀ ਤਾਂ ਰਚਾਈ ਸੀ, ਲੈਣਿਆ ਭਾਵੇਂ ਸ਼੍ਰੀ ਚੰਦ ਤੇ ਲਖਮੀ ਦਾਸ ਇਸ ਬਾਟੇ ਤੋਂ ਛੂਛੇ ਰਹਿ ਗਏ ਨੇ, ਉਹ ਗੁਰੂ ਪੁੱਤਰ ਹੋ ਕੇ ਵੀ ਇਸ ਬਾਟੇ ਨੂੰ ਮਾਂਜ ਨਹੀਂ ਸਕੇ। ਪਰ ਇਹ ਭਾਈ ਲੈਣਿਆ, ਭਾਵੇਂ ਤੂੰ ਬਾਹਰੋਂ ਆਇਆ ਪਰ ਭਾਂਡਾ ਮਾਂਜ ਕੇ ਗੁਰੂ ਨੂੰ ਰਝਾ ਲਿਆ। ਅੱਜ ਤੇਰਾ ਭਾਂਡਾ ਬਿਲਕੁਲ ਤਿਆਰ ਹੋ ਗਿਆ ਤੇ ਮੈਂ ਤਿਆਰ ਹਾਂ ਇਸ ਭਾਂਡੇ ਦੇ ਵਿੱਚ ਜੋਤ ਟਿਕਾਉਣ ਦੇ ਲਈ। ਪਹਿਲਾਂ ਪਤਾ ਕੀ ਹੁੰਦਾ ਸੀ, ਇਹ ਪਰੰਪਰਾ ਤੋੜੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ। ਸੁਰਤ ਨੂੰ ਕਾਇਮ ਰੱਖੇ। ਪਹਿਲਾਂ ਬ੍ਰਾਹਮਣ ਦਾ ਪੁੱਤਰ ਬ੍ਰਾਹਮਣ ਹੁੰਦਾ ਸੀ ਤੇ ਬ੍ਰਾਹਮਣ ਗੁਰੂ ਕਹਾਉਂਦਾ ਸੀ। ਬ੍ਰਾਹਮਣ ਦਾ ਪੁੱਤਰ ਰੱਜ ਕੇ ਵਿਕਾਰੀ ਹੋਵੇ, ਰੱਜ ਕੇ ਨਸ਼ਈ ਹੋਵੇ, ਤਾਂ ਵੀ ਗੁਰੂ ਕਹਾਉਂਦਾ ਸੀ। ਤੇ ਜਿਹੜਾ ਸ਼ੂਦਰ ਦਾ ਪੁੱਤਰ ਸੀ, ਉਹ ਭਾਵੇਂ ਕਿੰਨਾ ਵੀ ਕਿਉਂ ਨਾ ਚੰਗਾ ਹੋਵੇ, ਸ਼ੂਦਰ ਦਾ ਪੁੱਤਰ ਸ਼ੂਦਰ ਹੀ ਕਹਾਉਂਦਾ ਸੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਸ ਪਰੰਪਰਾ ਨੂੰ ਤੋੜਿਆ। ਅੱਜ ਕਿਉਂ ਸਿੱਖੀ ਦਾ ਵਿਰੋਧ ਹੋ ਰਿਹਾ ਜੀ? ਅੱਜ ਆ ਧਰਮ ਦੇ ਨਾਂ ਦੇ ਉੱਤੇ ਲੜਾਈਆਂ ਕਾਹਦੇ ਲਈ ਹੋ? ਕਿਉਂਕਿ ਗੁਰੂ ਨਾਨਕ ਨੇ ਪਰੰਪਰਾ ਨੂੰ ਤੋੜਿਆ ਵੀ ਨਹੀਂ, ਸਿੱਖ ਉਹ ਨਹੀਂ ਜਿਹੜਾ ਵਿਕਾਰਾਂ ਦੇ ਵਿੱਚ ਰਲਿਆ ਜਾਵੇ, ਸਿੱਖ ਉਹ ਨਹੀਂ ਜਿਹੜਾ ਵਿਸ਼ੇ ਵਿਕਾਰਾਂ ਦੇ ਵਿੱਚ ਆਪਣੇ ਜੀਵਨ ਨੂੰ ਖਚਿਤ ਕਰੀ ਜਾਵੇ। ਭਾਵੇਂ ਦੀ ਉਹ ਕਿੱਡਾ ਵੀ ਅਮੀਰ ਕਿਉਂ ਨਾ ਹੋਵੇ, ਜਿਹਦਾ ਭਾਂਡਾ ਸਾਫ਼ ਹੋਵੇਗਾ, ਜੋਤ ਉੱਥੇ ਨੂੰ ਦਾਤ ਉਸੇ ਨੂੰ ਮਿਲੇਗੀ। ਭਾਵੇਂ ਦੀ ਨੀਚ ਜਾਤ ਵਿੱਚ ਪੈਦਾ ਕਿਉਂ ਨਾ ਹੋਇਆ ਹੋਵੇ, ਇਹ ਪਰੰਪਰਾ ਗੁਰੂ ਨਾਨਕ ਨੇ ਤੋੜੀ। ਇਹਦੀ ਜੋਤ ਦਾ ਹੱਕਦਾਰ ਕੋਈ ਕੇਵਲ ਅਮੀਰ ਜਾਂ ਗੁਰੂ ਪੁੱਤਰ ਨਹੀਂ ਹੋਵੇਗਾ, ਇਸ ਜੋਤ ਦਾ ਮਾਲਕ ਕੋਈ ਹੋਰ ਵੀ ਹੋ ਸਕਦਾ, ਭਾਵੇਂ ਦੀ ਨੀਚ ਜਾਤ ਵਿੱਚ ਕਿਉਂ ਨਾ ਪੈਦਾ ਹੋਇਆ ਹੋਵੇ। ਸਤਿਗੁਰਾਂ ਨੇ ਪਰੰਪਰਾ ਤੋੜੀਆਂ ਜੀ ਸਮਾਜ ਦੀਆਂ। ਸਤਿਗੁਰਾਂ ਨੇ ਉੱਥੇ ਜਦੋਂ ਬਾਟਾ ਲਿਆ, ਸਤਿਗੁਰਾਂ ਨੇ ਭਾਈ ਲਹਿਣੇ ਨੂੰ ਗੁਰੂ ਸਵਾਰਿਓ, ਤਿਆਰ ਬਰ ਤਿਆਰ ਕੀਤਾ। ਸਤਿਗੁਰਾਂ ਨੇ ਆਪਣੀ ਜੋਤ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਲਹਿਣੇ ਦੇ ਵਿੱਚ ਟਿਕਾਈ। ਅੱਜ ਸਮਾਜ ਸੰਗਤ ਹੈਰਾਨ ਹੋ ਗਈ। ਅੱਜ ਤੀਕਰਾਂ ਤੱਕ ਗੁਰੂ ਕੇਵਲ ਗੁਰੂ ਰਿਹਾ, ਮਰਦੇ ਦਮ ਤੱਕ ਗੁਰੂ ਤੇ ਮਰਨ ਤੋਂ ਬਾਅਦ ਵੀ ਗੁਰੂ ਰਿਹਾ। ਚੇਲਾ ਗੁਰੂ ਸਵਾਰਿਓ, ਜਿਉਂਦੇ ਜੀ ਵੀ ਚੇਲਾ ਤੇ ਮਰਨ ਤੋਂ ਬਾਅਦ ਵੀ ਚੇਲਾ ਰਿਹਾ। ਅੱਜ ਪਹਿਲੀ ਵਾਰ ਗੁਰੂ ਨਾਨਕ ਨੇ ਐਸੀ ਖੇਡ ਖੇਡੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 10ਵੇਂ ਜਾਮੇ ਵਿੱਚ ਖੇਡੀ, ਆਪੇ ਗੁਰ ਚੇਲਾ ਵਾਲੀ। ਅੱਜ ਗੁਰੂ ਸਵਾਰਿਓ ਚੇਲਾ ਗੁਰੂ ਬਣ ਗਿਆ। ਦੁਨੀਆ ਹੈਰਾਨ ਹੋ ਗਈ, ਗੁਰੂ ਚੇਲਾ ਬਣ ਕੇ ਆਪ ਥੱਲੇ ਬਹਿ ਗਿਆ ਹੈ, ਆਪ ਥੱਲੇ ਬਹਿ ਗਿਆ ਹੈ। ਸਤਿਗੁਰਾਂ ਨੇ ਮੱਥਾ ਟੇਕਿਆ, ਦੁਨੀਆ ਹੈਰਾਨ ਹੋ ਗਈ। ਜਿਹੜੇ ਦੋਵੇਂ ਪੁੱਤਰ ਸਨ, ਜ਼ਾਹਰ ਜੀ ਗੱਲ ਸੀ, ਵਿਰੋਧਤਾ ਤੇ ਹੋਣੀ ਸੀ। ਦੋਵੇਂ ਪੁੱਤਰਾਂ ਨੇ ਵਿਰੋਧਤਾ ਕਰ ਦਿੱਤੀ। ਦੋਵੇਂ ਪੁੱਤਰ ਆਖਦੇ ਨੇ, ਐ ਗੁਰੂ ਨਾਨਕ ਸੱਚੇ ਪਾਤਸ਼ਾਹ, ਅਸੀਂ ਤੇਰੇ ਸਾਹਿਬਜ਼ਾਦੇ, ਅਸੀਂ ਤੇਰਾ ਖੂਨ, ਅਸੀਂ ਤੇਰੇ ਵਾਰਸ, ਤੇਰੀ ਕਮਾਈ ਹੋਈ ਜਾਇਦਾਦ ਦਾ ਹੱਕਦਾਰ ਕੇਵਲ ਅਸੀਂ ਆ। ਇਹ ਆ ਲੈਣਾ ਜਿਹੜਾ ਕੱਲ ਆਇਆ, ਅੱਜ ਸੱਚੇ ਪਾਤਸ਼ਾਹ ਤੂੰ ਇਹਨੂੰ ਮਾਲਕ ਬਣਾ ਦਿੱਤਾ ਹੈ। ਸਤਿਗੁਰਾਂ ਨੇ ਅੱਗੋਂ ਬਚਨ ਕਹੇ। ਸਤਿਗੁਰਾਂ ਨੇ ਆਖਿਆ, ਸ਼੍ਰੀ ਚੰਦ ਜੀ, ਲਖਮੀ ਦਾਸ ਜੀ, ਤੁਸੀਂ ਸੱਤ ਕਹਿੰਦੇ ਹੋ ਵੀ ਬਾਪੂ ਦੀ ਕਮਾਈ ਹੋਈ ਜਾਇਦਾਦ ਦੇ ਮਾਲਕ ਕੇਵਲ ਪੁੱਤਰ ਹੁੰਦੇ ਨੇ।
ਤੇ ਇਹ ਮੇਰੇ ਪੁੱਤਰੋ, ਆ ਜਿਹੜਾ ਕਰਤਾਰਪੁਰ ਮੈਂ ਜਿਹੜਾ ਕਮਾਇਆ ਨਾ, ਆਪਣੀ ਕਮਾਈ ਦੇ ਨਾਲ ਖੜਾ ਕੀਤਾ ਏ। ਇਸ ਕਰਤਾਰਪੁਰ ਦੇ ਮਾਲਕ ਤੁਸੀਂ ਅੱਜ ਤੋਂ ਬਾਅਦ ਬਣੇ। ਜੋ ਕੁਝ ਮੈਂ ਕਮਾਇਆ ਉਹ ਤੁਹਾਡਾ, ਇਹ ਕਰਤਾਰਪੁਰ ਵੀ ਤੁਹਾਡਾ। ਪਰ ਪੁੱਤਰੋ, ਜਿਸ ਦਾ ਮਾਲਕ ਮੈਂ ਇਹਨੂੰ ਬਣਾਇਆ ਉਹਦਾ ਨਾਮ ਹੈ ਕਰਤਾਰ, ਉਹ ਤੁਹਾਡਾ ਨਹੀਂ। ਕਿਉਂਕਿ ਜਿਹੜੀ ਬਾਣੀ ਮੇਰੇ ਕੋਲੇ ਨਾ, ਜਿਹੜੇ ਸ਼ਬਦ ਮੇਰੇ ਕੋਲ ਨੇ, ਉਹ ਮੈਂ ਕਿਤੋਂ ਪੈਸੇ ਦੇ ਕੇ ਕਮਾ ਕੇ ਨਹੀਂ ਲੈ ਕੇ ਆਇਆ, ਕਿਤੋਂ ਦਿਹਾੜੀ ਕਰਕੇ ਮਜ਼ਦੂਰੀ ਕਰਕੇ ਕਮਾ ਕੇ ਨਹੀਂ ਲੈ ਕੇ ਆਇਆ। ਉਹਨਾਂ ਸ਼ਬਦਾਂ ਦੇ ਉੱਤੇ, ਉਸ ਖਜ਼ਾਨੇ ਦੇ ਉੱਤੇ ਤੁਹਾਡਾ ਕੋਈ ਹੱਕ ਨਹੀਂ। ਉਹ ਜਿਹੜਾ ਖਜ਼ਾਨਾ ਉਹ ਤੇ ਧੁਰੋਂ ਆਇਆ, ਤੇ ਉਸ ਖਜ਼ਾਨੇ ਦਾ ਮਾਲਕ ਕੇਵਲ ਤੇ ਕੇਵਲ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੇ। ਕਰਤਾਰਪੁਰ ਤੁਹਾਡਾ ਤੇ ਕਰਤਾਰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਦਾ। ਬਾਣੀ ਦੀ ਪੋਥੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਝੋਲੀ ਵਿੱਚ ਪਾਈ। ਆਖਿਆ ਪੁੱਤਰੋ, ਤੁਹਾਡੇ ਨਾਲ ਵਾਅਦਾ ਰਿਹਾ, ਕਰਤਾਰਪੁਰ ਦੀ ਇੱਕ ਵੀ ਕੌਲੀ ਤੱਕ, ਇੱਕ ਵੀ ਕੱਖ ਦਾ ਕਾਨਾ ਤੱਕ ਅੰਗਦ ਨਹੀਂ ਲੈ ਕੇ ਜਾਵੇਗਾ। ਭਾਈ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ, ਤੁਸੀਂ ਖਡੂਰ ਸਾਹਿਬ ਜਾਵੋ, ਉੱਥੇ ਜਾ ਕੇ ਸੰਗਤ ਨੂੰ ਉਪਦੇਸ਼ ਦੇਵੋ। ਇਹ ਭਾਈ ਸ਼੍ਰੀ ਚੰਦ, ਬਾਬਾ ਸ਼੍ਰੀ ਚੰਦ ਜੀਓ, ਕਰਤਾਰਪੁਰ ਦਾ ਇੱਕ ਵੀ ਕੱਖ ਅੰਗਦ ਨੂੰ ਮੈਂ ਨਹੀਂ ਦਵਾਂਗਾ। ਉਹਦਾ ਹੱਕ ਤੁਹਾਡਾ ਰਿਹਾ, ਤੇ ਜਿਹੜਾ ਉਹਦਾ ਹੱਕ ਸੀ ਉਹਦੀ ਝੋਲੀ ਮੈਂ ਪਾ ਕੇ ਉਹਨੂੰ ਨਵਾਜ ਦਿੱਤਾ ਹੈ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵਡਿਆਈਆਂ ਪ੍ਰਾਪਤ ਕੀਤੀਆਂ ਤੇ ਖਡੂਰ ਸਾਹਿਬ ਆਏ ਜੀ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦਾਤਾਰ ਪਿਤਾ ਕਰਤਾਰਪੁਰ ਹੀ ਰੁਕੇ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਖਡੂਰ ਸਾਹਿਬ ਜਦੋਂ ਆਏ ਨਾ, ਤੇ ਅੱਗੋਂ ਮਾਤਾ ਖੀਵੀ ਜੀ ਆ ਗਏ। ਅਖੀਰਲੀ ਘਟਨਾ ਕਹਿ ਕੇ ਸੰਪੂਰਨਤਾ ਕਰਾਂਗੇ। ਅੱਗੋਂ ਮਾਤਾ ਖੀਵੀ ਜੀ ਆ। ਵੈਸੇ ਇੱਕ ਸਮਾਜ ਦੀ ਬੜੀ ਵੱਡੀ ਰੀਤ ਹੈ ਜੀ, ਜਦੋਂ ਇਨਸਾਨ ਦੇ ਪੱਲੇ ਕੁਝ ਵੀ ਨਾ ਹੋਵੇ, ਉਦੋਂ ਕੋਈ ਦੁਨੀਆ ਦਾ ਲੋਕ ਸਤਿਕਾਰ ਨਹੀਂ ਜੀ ਦਿੰਦੇ। ਜਦੋਂ ਪੱਲੇ ਕੱਖ ਵੀ ਨਾ ਹੋਵੇ, ਕੋਈ ਨਹੀਂ ਜੀ ਕਹਾਉਂਦਾ। ਤੇ ਜਦੋਂ ਕਿਤੇ ਪਦਵੀਆਂ ਮਿਲ ਜਾਣ, ਤੇ ਗੁਰੂ ਸਵਾਰਿਓ, ਇਹੀ ਲੋਕ ਝੁਕ ਝੁਕ ਕੇ ਸਲਾਮਾਂ ਕਰਦੇ ਨੇ। ਇਹੀ ਲੋਕ ਸਮਾਜ ਦੇ ਬ੍ਰਾਹਮਣ ਸਨ, ਸਮਾਜ ਦੇ ਵੱਡੇ ਵੱਡੇ ਲੋਕ ਸਨ, ਜਿਹੜੇ ਮਾਤਾ ਖੀਵੀ ਜੀ ਨੂੰ ਜਾ ਕੇ ਆਖਿਆ ਕਰਦੇ ਸਨ, ਖੀਵੀ ਜੀ, ਬੜਾ ਭਾਈ ਲਹਿਣੇ ਦੇ ਉੱਤੇ ਬਹੁਤ ਵੱਡੀ ਭੀੜ ਬਣਨ ਵਾਲੀ ਏ। ਮਾਤਾ ਦੀ ਪੂਜਾ ਛੱਡ ਕੇ, ਮਾਤਾ ਦੇ ਵੇਦ ਪੁਰਾਣ ਛੱਡ ਕੇ, ਵੇਦ ਪੁਰਾਣਾਂ ਨੂੰ ਪੜ੍ਹਨਾ ਛੱਡ ਕੇ, ਯੱਗ ਕਰਨੇ ਛੱਡ ਕੇ, ਵਰਤ ਰੱਖਣੇ ਛੱਡ ਕੇ, ਅੱਜ ਕਿਸੇ ਨਾਨਕ ਦੇ ਜਾ ਕੇ ਪੈਰੀ ਪੈ ਗਿਆ, ਕੱਪੜੇ ਪੇ ਧੋਂਦਾ ਪਿਆ, ਮਾਤਾ ਦਾ ਸ਼ਰਾਪ ਲੱਗਣਾ ਹੈ। ਇਹ ਇਤਿਹਾਸ ਵਿੱਚ ਗੱਲਾਂ ਹੋਈਆਂ ਜੀ, ਕਿਉਂਕਿ ਅਜੇ ਕੁਝ ਮਿਲਿਆ ਨਹੀਂ ਸੀ। ਪਰ ਜਿਸ ਦਿਨ ਮਿਲਿਆ, ਜਦ ਜੋਤ ਮਿਲ ਗਈ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹੇ ਸੋ ਮਿਲਣੀ ਗੁਰੂ ਦੇ ਕੋਲੋਂ ਹੀ ਹੈ। ਇਹ ਜਿਹੜਾ ਸ਼ਬਦ ਹੈ ਨਾ, ਤੁਸੀਂ ਸੂਝਵਾਨ ਬੈਠੇ ਹੋ, ਕਿਸੇ ਦੁਨਿਆਵੀ ਇਨਸਾਨ ਦੇ ਦਰਵਾਜ਼ੇ ਦੇ ਘਰ ਦੇ ਅੱਗੇ ਜਾ ਕੇ ਨਹੀਂ ਪੜਿਆ ਜਾ ਸਕਦਾ, ਕਿਉਂਕਿ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਕਮੀ ਹੈ। ਜੇ ਨਹੀਂ ਕਮੀ, ਇਹਦੇ ਘਰ ਦੇ ਵਿੱਚ ਕੋਈ ਕਮੀ ਨਹੀਂ, ਤਾਂ ਹੀ ਇੱਥੇ ਪੜਿਆ ਜਾਂਦਾ ਹੈ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੱਚੇ ਪਾਤਸ਼ਾਹ ਜਿਹਦੇ ਉੱਤੇ ਤੂੰ ਤਰੁੱਠ ਪੈਣਾ, ਉਹਨੂੰ ਤੂੰ ਦੇ ਦਿਨਾਏਦਾ। ਮਾਤਾ ਖੀਵੀ ਜੀ, ਇਹ ਜਿਹੜੇ ਬ੍ਰਾਹਮਣ ਸਨ, ਇਹ ਨਮਸਕਾਰਾਂ ਕਰਨ ਲੱਗ ਪਏ, ਕਿਉਂਕਿ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਬਣ ਗਏ ਸਨ। ਮਾਤਾ ਖੀਵੀ ਜੀ ਕੋਲ ਆਏ, ਹੱਥ ਜੋੜੇ ਨੇ, ਆਖਿਆ ਸਾਈਂ ਜੀ, ਤੁਸੀਂ ਤੇ ਭਾਈ ਲਹਿਣਾ ਜੀ ਬਣ ਕੇ ਗਏ ਸੋ। 7 ਸਾਲ ਗੁਰੂ ਨਾਨਕ ਦੇ ਘਰ ਦੀ ਤੁਸੀਂ ਸੇਵਾ ਕੀਤੀ, ਤਤਪਰ ਰਹੇ ਸੇਵਾ ਦੇ ਵਿੱਚ, ਗੁਰੂ ਨਾਨਕ ਨੂੰ ਰਜਾਇਆ। ਗੁਰੂ ਨਾਨਕ ਇੰਨੇ ਤਰੁੱਠੇ, ਅੱਜ ਤੁਸੀਂ ਭਾਈ ਲਹਿਣੇ ਤੋਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਬਣ ਗਏ ਹੋ। ਸੱਚੇ ਪਾਤਸ਼ਾਹ, ਮੈਂ ਵੀ ਤੇ ਤੁਹਾਡੀ ਧਰਮ ਸੁਪਤਨੀ ਆ, ਮੇਰੇ ਲਈ ਵੀ ਕੋਈ ਨਾ ਕੋਈ ਦਾਤ ਹੋਣੀ ਚਾਹੀਦੀ ਸੀ। ਆਖਰ ਨੂੰ ਮੈਂ ਵੀ ਤੁਹਾਡਾ ਅੰਗ ਹੀ ਹਾਂ, ਮੈਂ ਵੀ ਤੁਹਾਡਾ ਪਰਿਵਾਰ ਹਾਂ, ਮੇਰੇ ਲਈ ਵੀ ਕੋਈ ਦਾਤ ਹੋਣੀ ਚਾਹੀਦੀ ਸੀ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਪਤਾ ਕੀ ਆਖਦੇ ਨੇ, ਆਖਦੇ ਨੇ, ਪਿਆਰੀਏ, ਭਾਗਾਂ ਭਰੀਏ,
ਗੁਰੂ ਨਾਨਕ ਨੇ ਇੱਕ ਦਾਤ ਮੈਨੂੰ ਦੇ ਕੇ ਨਵਾਜਿਆ ਤੇ ਇੱਕ ਦਾਤ ਤੇਰੇ ਲਈ ਵੀ ਘੱਲੀ ਏ, ਤੂੰ ਵੀ ਸ਼ੁਸ਼ੀ ਨਹੀਂ ਰਹਿ ਗਈ। ਇਹ ਖੀਵੀ ਜੇ ਗੁਰੂ ਨਾਨਕ ਨੇ ਸ਼ਬਦ ਦਾ ਲੰਗਰ ਮੈਨੂੰ ਦੇ ਕੇ ਵਰਤਾਉਣ ਦਾ ਹੁਕਮ ਕੀਤਾ ਨਾ, ਤੇ ਇਹ ਖੀਵੀ ਗੁਰੂ ਨਾਨਕ ਦੇ ਘਰ ਵਿੱਚ ਤੇਰਾ ਵੀ ਓਨਾ ਹੀ ਸਤਿਕਾਰ ਏ, ਕਿਉਂਕਿ ਗੁਰੂ ਨਾਨਕ ਇਸਤਰੀ ਦਾ ਵੀ ਸਤਿਕਾਰ ਓਨਾ ਹੀ ਕਰਦਾ ਜਿੰਨਾ ਪੁਰਸ਼ ਦਾ ਕਰਦਾ। ਜੇ ਮੈਨੂੰ ਸ਼ਬਦ ਦਾ ਲੰਗਰ ਵਰਤਾਉਣ ਦੇ ਲਈ ਦਿੱਤਾ ਖੀਵੀ, ਅੱਜ ਤੋਂ ਬਾਅਦ ਤੂੰ ਸੰਗਤ ਦਾ ਢਿੱਡ ਭਰਨਾ, ਗੁਰੂ ਕੇ ਲੰਗਰ ਵਰਤਾਉਣ ਦੀ ਤੇਰੀ ਜ਼ਿੰਮੇਵਾਰੀ ਹੋਈ। ਇੱਕ ਲੰਗਰ ਮੈਂ ਵਰਤਾਵਾਂਗਾ ਸ਼ਬਦ ਦਾ ਤੇ ਇੱਕ ਲੰਗਰ ਤੂੰ ਵਰਤਾਵੀਂ। ਤੇ ਤੁਸੀਂ ਹੈਰਾਨ ਹੋਵੋਗੇ, ਮਾਤਾ ਖੀਵੀ ਜੀ ਦਾ 2 ਵਾਰ ਬਾਣੀ ਦੇ ਵਿੱਚ ਨਾਮ ਆਇਆ। ਐਡਾ ਸਤਿਕਾਰ, ਐਡੀ ਸੇਵਾ ਮਾਤਾ ਖੀਵੀ ਜੀ ਨੇ ਘਾਲੀ ਲੰਗਰ ਦੀ। 2 ਵਾਰ ਬਾਣੀ ਦੇ ਵਿੱਚ ਨਾਮ ਆਇਆ। ਆਖਿਆ ਖੀਵੀਏ ਮੈਂ ਸ਼ਬਦ ਦਾ ਲੰਗਰ ਵਰਤਾਉਣਾ ਸੰਗਤ ਦੇ ਵਿੱਚ, ਤੇ ਜਿਹੜੀ ਸੰਗਤ ਭੁੱਖੀ ਭਾਣੀ ਆਵੇਗੀ ਨਾ, ਤੂੰ ਰੋਜ਼ ਲੰਗਰ ਤਿਆਰ ਕਰੀ ਤੇ ਉਹਨਾਂ ਦੇ ਉਦਰ ਦੀ ਪੂਰਤੀ ਦੇ ਲਈ ਉਹ ਲੰਗਰ ਤੂੰ ਅੱਜ ਤੋਂ ਬਾਅਦ ਵੰਡੇਗੀ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਖਡੂਰ ਸਾਹਿਬ ਬਹਿ ਕੇ ਨਾਮ ਦਾ ਪ੍ਰਚਾਰ ਬੜਾ ਕੀਤਾ। ਬੜੇ ਸਿੱਖ ਆਏ ਸਤਿਗੁਰਾਂ ਦੇ ਘਰੋਂ, ਜਿਹੜਾ ਵੀ ਆਇਆ ਝੋਲੀਆਂ ਭਰ ਭਰ ਕੇ ਲੈ ਕੇ ਜਾਂਦਾ ਰਿਹਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਵੀ ਆਏ। 25 ਸਾਲ ਵੱਡੇ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਤੋਂ, ਪਰ ਆਪਣੀ ਵਡਿਆਈ ਆਪਣੀ ਉਮਰ ਦਾ ਕੋਈ ਤਕਾਜ਼ਾ ਨਹੀਂ। ਇੱਥੇ ਗੁਰੂ ਅੰਗਦ ਸਾਹਿਬ ਭਾਵੇਂ ਦੀ ਕੁੜਮਾਚਾਰੀ ਵੀ ਏ, ਪਰ ਸਤਿਗੁਰਾਂ ਨੂੰ ਆ ਕੇ ਇਹੋ ਅਰਦਾਸ ਕੀਤੀ, ਸੱਚੇ ਪਾਤਸ਼ਾਹ ਸਾਰੀ ਉਮਰ ਹੋ ਗਈ ਬਾਹਰ ਢੂੰਡਦਿਆਂ ਹੋਇਆਂ, ਅੱਜ ਤੇਰੇ ਘਰ ਦੇ ਅੰਦਰ ਆਇਆ, ਕਿਰਪਾ ਕਰ ਆਪਣੇ ਅੰਦਰ ਇੰਨਾ ਕੁ ਵਾੜ ਲੈ ਜਿਹੜਾ ਗੁਰੂ ਨਾਨਕ ਤੈਨੂੰ ਮਿਲ ਗਿਆ, ਉਸ ਗੁਰੂ ਨਾਨਕ ਦੇ ਮੈਨੂੰ ਵੀ ਦਿਦਾਰੇ ਕਰਵਾ ਦੇ। ਸਾਰੀ ਉਮਰ ਬਾਹਰ ਢੂੰਡਦਾ ਰਿਹਾ। ਸਤਿਗੁਰਾਂ ਨੇ ਆਪਣੇ ਅੰਦਰ ਐਸਾ ਵਾੜਿਆ, ਗੁਰੂ ਸਵਾਰਿਓ ਨਦਰੋ ਨਦਰੀ ਨਿਹਾਲ ਹੋ ਗਏ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ। ਤੁਸੀਂ ਵੀ ਕਿਰਪਾ ਕਰਿਆ ਕਰੋ, ਯਤਨ ਕਰੋ ਜੀਵਨ ਦੇ ਵਿੱਚ। ਸਤਿਗੁਰਾਂ ਜੀ ਨੇ 63 ਸ਼ਬਦ ਉਚਾਰਨ ਕੀਤੇ ਨੇ ਬਾਣੀ ਦੇ ਵਿੱਚ। ਰੋਜ਼ ਬਾਣੀ ਪੜ੍ਹਿਆ ਕਰੋ ਜੇ ਗੁਰੂ ਨਾਨਕ ਦਾ ਪਿਆਰ ਹਾਸਲ ਕਰਨਾ ਜੇ, ਤੇ ਦੂਜੀ ਸੇਵਾ ਵੀ ਜ਼ਰੂਰ ਕਮਾਵਾ। ਇਹ ਦੋਵੇਂ ਦਾਤਾਂ ਨੇ ਜੀ ਜਿਨ੍ਹਾਂ ਦੇ ਉੱਤੇ ਗੁਰੂ ਨਾਨਕ ਤਰੁੱਠਦਾ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਸੇਵਾ ਤੇ ਸਿਮਰਨ ਹੀ ਹੈ ਨਾ, ਕੋਈ ਪੈਸੇ ਥੋੜੀ ਭੇਟਾ ਕੀਤੇ ਨੇ, ਕੋਈ ਮਾਇਆ ਦੇ ਕੇ ਗੱਦੀ ਥੋੜੀ ਲਈ ਹੈ। ਸੇਵਾ ਤੇ ਸਿਮਰਨ ਤੁਸੀਂ ਜਿੰਨਾ ਕਮਾ ਲਵੋਗੇ ਨਾ, ਓਨਾ ਹੀ ਗੁਰੂ ਨਾਨਕ ਦੇ ਨੇੜੇ ਹੋ ਜਾਵਾਂਗੇ। ਭਾਈ ਲੈਣੇ ਨੇ ਘੋੜੀ ਦੀਆਂ ਲਗਾਵਾਂ ਪਕੜਾਈਆਂ, ਬੇਨਤੀ ਕਰਾਂ ਆਪਣੇ ਮਨ ਦੀ ਲਗਾਵਾਂ ਪਕੜਵਾ ਦਿਓ। ਆਪਣੇ ਮਨ ਨੂੰ ਗੁਰੂ ਨਾਨਕ ਦੇ ਚਰਨਾਂ ਵਿੱਚ ਅਰਪਣ ਕਰ ਦਿਓ। ਸੱਚੇ ਪਾਤਸ਼ਾਹ ਭਾਈ ਲੈਣੇ ਨੂੰ ਫੜ ਕੇ ਤੂੰ ਆਪ ਧੁਰ ਤੱਕ ਲੈ ਕੇ ਗਿਆ, ਸਾਡੇ ਮਨ ਦੀਆਂ ਲਗਾਵਾਂ ਬੇਲਗਾਮ ਜਿਹੜਾ ਹੋਇਆ ਪਿਆ, ਇਹਦੀਆਂ ਲਗਾਵਾਂ ਵੀ ਤੂੰ ਫੜ ਲੈ, ਸਾਨੂੰ ਵੀ ਧੁਰ ਕਿਨਾਰੇ ਤੱਕ ਲਾ ਦੇ ਬਸ ਇੱਕ ਵਾਰ। ਸਤਿਗੁਰੂ ਜੀ ਤੁਹਾਡੇ ਸਾਰਿਆਂ ਤੇ ਦਇਆ ਕਰਨ। ਸਮਾਂ ਅਕਸਰ ਜ਼ਿਆਦਾ ਹੋ ਜਾਂਦਾ ਹੈ, ਕਿਉਂਕਿ ਮਨ ਦੇ ਵਲੇਵੇਂ ਹੁੰਦੇ ਨੇ, ਵਿਚਾਰਾਂ ਹੁੰਦੀਆਂ ਨੇ। ਗੁਰੂ ਕਿਰਪਾ ਕਰਦਾ ਹੈ, ਤੁਸੀਂ ਸੁਣਿਆ, ਆਪਾਂ ਸਾਰਿਆਂ ਨੇ ਵਿਚਾਰਿਆ, ਭੁੱਲਾਂ ਹੋ ਜਾਂਦੀਆਂ ਨੇ, ਬਖਸ਼ ਲੈਣੀਆਂ। ਸਤਿਗੁਰਾਂ ਦਾ ਉਪਦੇਸ਼ ਜ਼ਰੂਰ ਕਮਾਉਣ ਦਾ ਜੀਵਨ ਵਿੱਚ ਯਤਨ ਕਰਿਓ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਤੁਹਾਡੇ ਸਾਰਿਆਂ ਤੇ ਕਿਰਪਾ ਕਰਨ ਜੀ। ਤੁਹਾਨੂੰ ਸਾਰਿਆਂ ਨੂੰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬਾਂ ਦੀਆਂ ਲੱਖ ਲੱਖ ਵਾਰ ਵਧਾਈਆਂ ਹੋਣ। ਆਓ ਅਖੀਰ ਫਤਿਹ ਦੀ ਸਾਂਝ ਪਾਈਏ। ਕੋਈ ਰਸਨਾਵਾਂ ਜੀ ਨਾ ਰਹੇ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।